ਲਓ ਜੀ, ਹਾਜ਼ਰੀਆਂ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਪ੍ਰਾਈਮ ਏਸ਼ੀਆ ਟੀਵੀ ਨੂੰ ਸਮੁੱਚੀ ਦੁਨੀਆ 'ਚ ਅਲੱਗ-ਅਲੱਗ ਮਾਧਿਅਮਾਂ ਰਾਹੀਂ ਦੇਖਣ ਲਈ, ਪਿਆਰ ਕਰਨ ਲਈ ਅਸੀਂ ਬੜੇ ਰਿਣੀ ਹਾਂ। ਤੇ ਅੱਜ ਤੋਂ ਹੁਣ ਤੱਕ ਦੀਆਂ ਜਿਹੜੀਆਂ ਖਾਸ ਖਬਰਾਂ ਨੇ, ਖਾਸ ਕਰਕੇ ਪੰਜਾਬ ਨਾਲ ਸੰਬੰਧਿਤ, ਉਹਨਾਂ ਦੇ ਗੱਲਾਂ ਬਾਤਾਂ ਕਰਾਂਗੇ। ਕੁਛ ਕੈਨੇਡਾ ਦੀ ਗੱਲ ਤੇ ਕੁਛ ਦੇਸ਼ ਦੁਨੀਆ ਦੀ ਗੱਲ ਵੀ ਵਿੱਚ ਕਰ ਲਈਦੀ ਹੈ, ਕਿਉਂਕਿ ਹੋਰ ਵੀ ਕਈ ਤਰ੍ਹਾਂ ਦੇ ਮਸਲੇ ਹੁੰਦੇ ਆ ਤੇ ਇਹਨਾਂ ਸਾਰੇ ਮਸਲਿਆਂ ਦੇ ਉੱਪਰ ਆਪਾਂ ਗੱਲ ਕਰਨ ਦੇ ਲਈ ਨਾਲ ਵੀਰ ਪਰਵੀਰ ਬਾਟ ਨੂੰ ਲਿਆਂਦਾ। ਹੋਰ ਵਟਸਐਪ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈ ਕੋਈ ਮਸਲਾ? ਦੇਖੋ, ਮਸਲੇ ਤਾਂ ਸੰਧਾਲੀਆ ਸਾਹਿਬ ਬਹੁਤ ਆ। ਜਿਹਨੂੰ ਟੈਲੀਫੋਨ ਕਰੋ ਪਿੰਡ ਨੂੰ, ਕਿਸੇ ਹੋਰ ਪਾਸੇ ਨੂੰ, ਅਗਲੇ ਗੱਲ ਘੱਟ ਹੀ ਕਰਦੇ ਆ, ਕਿਉਂਕਿ ਉਹ ਕਹਿੰਦੇ ਘਰ ਘਰ ਦੇ ਵਿੱਚ ਗੱਲ ਹੀ ਹੋਰ ਚੱਲਦੀ ਆ। ਤੁਹਾਡੇ ਨਾਲ ਗੱਲ ਕੌਣ ਕਰੇ? ਨਹੀਂ, ਉਹ ਤਦੇ ਆਉਂਦੇ ਵੀ ਸਾਡੇ ਕੋਲ ਮਸਲਿਆਂ ਦੀ ਗੱਲ ਨਹੀਂ ਹੋਣੀ, ਉਹ ਤੁਸੀਂ ਅਸਲੀ ਫੋਨ ਉਸ ਜਗ੍ਹਾ 'ਤੇ ਕਰੋ ਜਿੱਥੋਂ ਹੱਲ ਹੋਣਾ। ਉਹ ਕਹਿੰਦੇ ਤੁਸੀਂ ਗੱਲਾਂ ਕਰਕੇ ਹਟ ਜਾਣਾ ਹੀ, ਸਾਡੇ ਮਸਲੇ ਬਹੁਤ ਨੇ, ਅਸੀਂ ਹੱਲ ਉੱਥੋਂ ਕਰਾਉਣੇ ਆ। ਫਿਰ ਜਿੱਥੇ ਦੇ ਹੱਲ ਹੁੰਦੇ ਉੱਥੋਂ ਦੀ ਗੱਲ ਚੱਲਦੀ ਹੈ। ਹਾਂ, ਪਰ ਗੱਲ ਇਹ ਆ ਵੀ ਇੱਕ ਮਸਲਾ ਜਿਹੜਾ ਅੱਜ ਸਰੀ ਵਾਲਿਆਂ ਨੂੰ ਪਿਆ ਸੀ ਤੇ ਸਵੇਰੇ ਸਵੇਰੇ ਉਹਦੀ ਮਾੜੀ ਜਿਹੀ ਗੱਲ ਕਰ ਲਈਏ। ਨਹੀਂ, ਪੂਰਾ ਕਰਨੀ ਬਣਦੀ ਹੈ, ਕਿਉਂਕਿ ਅਚਾਨਕ ਜਦੋਂ ਬਰਫ਼ ਪੈ ਗਈ, ਸਵੇਰੇ ਸਵੇਰੇ ਲੋਕ ਉੱਠੇ। ਮਤਲਬ ਬਾਹਰ ਵਿਹੜਾ ਫਰਿੱਜ ਬਣਿਆ ਐਨ ਹੌਲੀ ਹੌਲੀ ਫਿਰ ਪੈਰ ਰੱਖਣ ਐ ਕਰਕੇ। ਨਹੀਂ, ਚਲੋ ਬਾਟ ਸਾਹਿਬ ਤਾਂ ਚਲੋ ਖੈਰ ਪੁਰਾਣੇ ਆਏ ਆ ਜੀ। ਇਹ ਅੱਜ ਮੈਂ ਪਹਿਲੀ ਵਾਰ ਇਹ ਵੇਖੀ ਚੀਜ਼। ਬਾਟ ਸਾਹਿਬ ਅੱਜ ਮਤਲਬ ਕਮਾਲ ਕਰ ਦਿੱਤੀ ਤੁਸੀਂ, ਜਿੱਦਾਂ ਤੁਰੇ ਨਾ, ਮਤਲਬ ਅੱਗੇ ਅੱਗੇ ਨਹੀਂ, ਮੈਂ ਜਿੱਦਾਂ ਤੁਸੀਂ ਮਾਰਗ ਦਰਸ਼ਨ ਕੀਤਾ। ਪਰ ਗੱਲ ਇੱਦਾਂ ਸੀ ਨਾ, ਮੈਂ ਜਿੱਥੇ ਪੈਰ ਰੱਖਦਾ ਸੀ ਤਾਂ ਥੱਲੇ ਬਰਫ਼ ਦਾ ਕੁਝ ਬਚਦਾ ਸੀ, ਪਰ ਜਿੱਥੇ ਭਰਾ ਪੈਰ ਬਰਫ਼ ਦੀਆਂ ਬੂੰਦੀਆਂ ਉੜੀ ਜਾਂਦੀਆਂ ਸੀ। ਨਹੀਂ, ਦੇਖੋ ਇੱਕ ਚੀਜ਼ ਤਾਂ ਹੈਗੀ ਆ, ਮੈਂ ਵੈਸੇ ਵੇਖਿਆ ਵੀ ਆਪਣੇ ਉਧਰ ਪੰਜਾਬ 'ਚ ਹੁੰਦਾ ਨਾ ਮੇਲਿਆਂ ਦੇ ਕਾਰੋਬਾਰ, ਵੀ ਉਹ ਪਹਿਲਾਂ ਛਿੱਲ ਕੇ ਜੇ ਬਰਫ਼ ਦਾ ਗੋਲਾ ਜਿਹਾ ਬਣਾਓ, ਫਿਰ ਉੱਤੇ ਰੰਗ ਜਿਹਾ ਪਾਓ। ਮੈਂ ਕਿਹਾ ਵੀ ਉਹ ਮਿਹਨਤ ਵਾਲਾ ਕੰਮ ਇੱਧਰ ਨਹੀਂ ਕਰਨਾ ਪੈਣਾ। ਜਿਸ ਦਿਨ ਕਿਤੇ ਪੈ ਗਈ ਬਸ ਉੱਥੋਂ ਐ ਇਕੱਠੀ ਜੀ ਕਰਕੇ ਰੰਗ ਹੀ ਪਾਉਣਾ ਬਸ। ਚਲੋ ਕੁੱਲ ਮਿਲਾ ਕੇ ਪਰ ਇੱਦਾਂ ਆ, ਆਪਾਂ ਤਾਂ ਹਮੇਸ਼ਾ ਇਹ ਕਹੀਦਾ ਕਿ ਭਾਈ ਜਿਹੜੇ ਖਾਸ ਤੌਰ ਦੇ ਉੱਤੇ ਅੰਤਰਰਾਸ਼ਟਰੀ ਵਿਦਿਆਰਥੀ ਆਏ ਆ ਨਵੇਂ, ਉਹ ਜ਼ਰੂਰ ਖਿਆਲ ਰੱਖਣ, ਕਿਉਂਕਿ ਕਈ ਵਾਰੀ ਹੁੰਦਾ ਕਿ ਭਾਈ 60 ਦੀ ਸਪੀਡ 'ਤੇ ਗੱਡੀ ਚੱਲਦੀ ਆ, ਉਦੋਂ ਤੁਸੀਂ 40 'ਤੇ ਲੈ ਆਓ। ਜਿੰਨਾ ਕੁ ਫਰਕ ਪਹਿਲਾਂ ਗੱਡੀਆਂ ਦੇ ਵਿਚਾਲੇ ਰੱਖ ਕੇ ਚੱਲਦੇ ਹੋ, ਦੁੱਗਣਾ ਕਰ ਦਿਓ, ਕਿਉਂਕਿ ਬਹੁਤੀ ਵਾਰੀ ਇਹ ਵੀ ਹੁੰਦਾ ਨਾ ਕਿ ਇੰਡੀਅਨ ਲਾਇਸੈਂਸ ਦੇ ਉੱਤੇ ਇੱਥੇ ਕੰਮ ਚੱਲ ਜਾਂਦਾ ਹੈ ਸ਼ੁਰੂ ਦੇ ਕੁਝ ਸਾਲ, ਤੇ ਉਹ ਫਿਰ ਕਈ ਵਾਰੀ ਧਿਆਨ ਨਹੀਂ ਹੁੰਦਾ, ਕਿਉਂਕਿ ਜਦੋਂ ਰੋਜ਼ ਬਰਫ਼ ਪੈਣੀ ਉਹ ਫਿਰ ਗੱਲ ਵੱਖਰੀ ਹੈ। ਜਦੋਂ ਪੈਣੀ ਸਾਲ 'ਚ ਇੱਕ ਦੋ ਵਾਰੀ ਹੈ ਤਾਂ ਫਿਰ ਬਹੁਤ ਜ਼ਿਆਦਾ ਹੀ ਧਿਆਨ ਰੱਖੋ, ਕਿਉਂਕਿ ਤੁਹਾਡੀ ਸੁਰੱਖਿਆ ਸਾਰੇ ਚਾਹੁੰਦੇ ਆ। ਇਹ ਬੜਾ ਜ਼ਰੂਰੀ ਆ। ਇੱਕ ਜਿਹੜੀ ਹੋਰ ਮੇਰਾ ਖਿਆਲ ਚੀਜ਼ ਨੋਟ ਕਰਨ ਵਾਲੀ ਇਹ ਹੈ ਕਿ ਦੁਨੀਆ ਆਪਣੇ ਇੱਥੇ ਅਲਾਰਮ 'ਤੇ ਚੱਲਦੀ ਹੈ, ਅਤੇ ਅਲਾਰਮ ਮੋਸਟਲੀ ਉਨੇ ਕੁ ਵਜੇ ਵੱਜਦਾ, ਅਤੇ ਉਨੇ ਕੁ ਵਜੇ ਬੰਦੇ ਨੂੰ ਪਤਾ ਹੁੰਦਾ ਵੀ ਇਸ ਰੂਟੀਨ ਤੋਂ ਬਾਅਦ ਆਹ ਕੰਮ ਕਰਕੇ, ਅਤੇ ਜਦੋਂ ਦਰਵਾਜ਼ਾ ਖੁੱਲ੍ਹਣਾ ਉਦੋਂ ਪਤਾ ਲੱਗਣਾ ਵੀ ਵੱਧ ਤੋਂ ਵੱਧ ਕੀ ਮੀਂਹ ਪੈਂਦਾ ਹੋਊ। ਪਰ ਅੱਜ ਜਦੋਂ ਦਰਵਾਜ਼ਾ ਖੋਲ੍ਹਦੇ ਵੇਖਿਆ ਵੀ ਉਹ ਤੇਰਾ ਭਲਾ ਜਿਹਾ ਆ ਗਈ। ਉਹ ਹੁਣ ਮਿੰਟ 'ਤੇ ਗਿਣੇ ਚੁਣਵੇਂ ਜਿਹੇ ਹੁੰਦੇ ਆ, ਉਹ ਜਦੋਂ ਮਿੰਟ ਵਧੇ ਘਟੇ ਅਤੇ ਉਦੋਂ ਕਈ ਪੰਗੇ ਪਏ। ਇਸ ਕਰਕੇ ਮੇਰੇ ਖਿਆਲ ਨਾਲ ਥੋੜ੍ਹੀ ਜਿਹੀ ਆਦਤ, ਜੇ ਆਪਾਂ ਨੂੰ ਲੱਗਦਾ ਵੀ ਆ ਠੰਡ ਵਾਲਾ ਮੌਸਮ ਆ, ਅਤੇ ਉਹ ਅਲਾਰਮ ਤੋਂ ਬਾਅਦ ਹੋਰ ਕੁਛ ਕਰੀਏ ਨਾ ਕਰੀਏ, ਇੱਕ ਨਾ ਮਾੜਾ ਜਿਹਾ ਬਾਰੀ ਤੋਂ ਬਾਹਰ ਝਾਤੀ ਮਾਰ ਲਈ ਵੀ ਹਾਂਜੀ ਹਾਲਾਤ ਕੀ ਹੈ। ਜਿੱਦਾਂ ਇਹ 10 ਹੋਰਾਂ ਵੀ ਦੱਸਿਆ ਤੁਹਾਨੂੰ ਵੀ ਬਾਟ ਸਾਹਿਬ ਇਸ਼ਨਾਨ ਤੇ ਹੋ ਗਿਆ, ਪਰ ਮਾਰ ਝਾਤੀ ਤੇ ਮਾਰੋ ਮਾੜੀ। ਯਾਰ ਕੀ ਹੋਇਆ ਪਿਆ, ਕਿਤੇ ਹੋਰ ਤਾਂ ਨਹੀਂ ਰਾਤੋਂ ਰਾਤ ਚੱਕ ਕੇ ਲੈ ਆਏ? ਨਹੀਂ, ਚਲੋ ਇਹ ਜਿਹੜੀ ਚੀਜ਼ ਹੈ ਜੀ, ਇਹਦੇ 'ਚ ਖੈਰ ਵੇਖਣ ਨੂੰ ਵਧੀਆ ਲੱਗਦੀ ਹੈ, ਕਿਉਂਕਿ ਜਿਹੜੇ ਬੰਦੇ ਕੰਮਾਂ ਧੰਦੇ ਵਾਲੇ ਆ ਜੀ, ਉਹਨਾਂ ਲਈ ਤੇ ਔਖਾ। ਬਾਕੀ ਰਹੀ ਗੱਲ ਸੇਫਟੀ ਸਿਕਿਉਰਿਟੀ ਦੀ, ਵੀ ਉਹਦਾ ਵੀ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ, ਜੇ ਅਸੀਂ ਆਪਣੇ ਪਲੇਟਫਾਰਮ 'ਤੇ ਹੀ ਆਪ ਜੀ ਨੂੰ ਬੇਨਤੀ ਕਰਦੇ ਹਾਂ। ਅਤੇ ਹੁਣ ਫਿਰ ਚੱਲੀਏ ਮਸਲਿਆਂ ਵਾਲੇ ਪਾਸੇ। ਮਸਲਾ ਸਭ ਤੋਂ ਪਹਿਲਾਂ ਆਮ ਤੌਰ 'ਤੇ ਹਰ ਇੱਕ ਪਿੰਡ 'ਚ ਹੁੰਦਾ। ਉਹ ਮਸਲਾ ਹੁੰਦਾ ਜੀ, ਦੇਖੋ ਕਿਸੇ NRI ਨੇ ਪੈਸੇ ਭੇਜੇ ਆ, ਟੂਰਨਾਮੈਂਟ ਲਈ ਭੇਜੇ ਆ, ਕੋਈ ਸੜਕ ਬਣਾਉਣ ਲਈ ਭੇਜੇ ਆ, ਸਕੂਲ ਦੇ ਕਮਰੇ ਲਈ ਭੇਜੇ ਆ, ਸਾਂਝਾ ਫੰਡ। ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕੀਤੇ ਹੁੰਦੇ, ਹਰ ਤੀਸਰੇ ਚੌਥੇ ਸਾਲ ਫਿਰ ਪੰਗਾ ਪੈਂਦਾ, ਖਾ ਗਏ ਹਿਸਾਬ ਨਹੀਂ ਮਿਲਦਾ ਜੀ, ਆਹ ਨਹੀਂ ਹੁੰਦਾ ਜੀ, ਕਿਵੇਂ ਕਰੀਏ? ਇਹ ਰੌਲਾ ਪੈਂਦਾ ਨਾ ਬਹੁਤ। ਉਹਦਾ ਇੱਕ ਬਹੁਤ ਵਧੀਆ ਹੱਲ, ਪ੍ਰਮਾਣ, ਸਬੂਤ ਸੰਯੁਕਤ ਕਿਸਾਨ ਮੋਰਚੇ ਨੇ ਦੇਤਾ। ਦੇਖੋ, 1 ਸਾਲ ਹੋ ਗਿਆ ਸੰਯੁਕਤ ਕਿਸਾਨ ਮੋਰਚੇ ਦਾ ਖੇਤੀ ਅੰਦੋਲਨ ਚੱਲਦਿਆਂ। ਹੁਣ ਪਿਛਲੇ ਦਿਨ ਹੀ ਕਈ ਬੰਦੇ ਕਹਿਣ ਲੱਗ ਪਏ ਦੁਕਾਨਦਾਰੀ ਚੱਲਦੀ ਜੀ ਇਹਨਾਂ ਦੀ, ਤਾਂ ਨਹੀਂ ਹਟਾਉਣਾ ਚਾਹੁੰਦੇ ਜੀ, ਰੁਪਈਏ ਕਿੱਥੇ ਗਏ ਜੀ? ਬੜੇ ਬੰਦੇ ਹੀ, ਕਿਉਂਕਿ ਜਿਹਨਾਂ ਦਾ ਕੰਮ ਹੁੰਦਾ ਨਾ ਕਿ ਇਕੱਲੀ ਆਲੋਚਨਾ ਕਰਨੀ ਹੈ, ਕੋਈ ਸਵਾਲ ਚੱਕਣਾ ਹੈ, ਕਰਨਾ ਕਤਰਨਾ ਕੱਖ ਨਹੀਂ, ਯਾਨੀ ਪੱਲੇ ਧੇਲਾ ਨਹੀਂ, ਮੇਲਾ ਸਾਰੇ ਪਾਸੇ ਕਰੀ ਜਾਣਾ। ਉਹਨਾਂ ਬੰਦਿਆਂ ਦਾ ਜਵਾਬ ਦੇਣ ਦੇ ਲਈ ਬਹੁਤ ਕਮਾਲ ਦਾ ਕੰਮ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ। ਹੋ ਸਕਦਾ ਅਜੇ ਵੀ ਕੁਝ ਕਮਜ਼ੋਰੀਆਂ, ਹੁਣ ਅਸੀਂ ਨਹੀਂ ਕਹਿੰਦੇ। ਉਹਨਾਂ ਨੇ ਸਾਰਾ ਹਿਸਾਬ ਲਿਖਿਆ ਸੀ, ਉਹ ਸਾਰਾ ਹਿਸਾਬ ਲੋਕਾਂ ਦੇ ਸਾਹਮਣੇ ਰੱਖਤਾ ਕਿ ਆਹ ਦੇਖੋ ਜੀ, ਤਕਰੀਬਨ 6 ਕਰੋੜ ਰੁਪਈਆ ਆਇਆ, 5 ਕਰੋੜ ਤੇ 4 ਲੱਖ ਜਾਂ 6 ਲੱਖ ਰੁਪਈਆ ਖਰਚ ਹੋ ਗਿਆ, ਇੰਨੇ ਲੱਖ ਰੁਪਈਆ ਬਾਕੀ ਆ, ਤੇ ਸਾਰਾ ਲਿਖਤਾ, ਟੈਂਟਾਂ ਤੇ ਇੰਨਾ, ਪਾਣੀ ਤੇ ਇੰਨਾ, ਸਫਾਈ ਤੇ ਇੰਨਾ, ਕੈਮਰਿਆਂ ਤੇ ਇੰਨਾ, ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਲਿਖ ਦਿੱਤਾ। ਤੁਸੀਂ ਹੋਰ ਦੇਖੋ ਕਿ ਪਾਰਦਰਸ਼ਤਾ ਕਿੱਦਾਂ ਬਣੀ। ਸਾਨੂੰ ਨਜ਼ਰ ਕੀ ਆਉਂਦਾ ਸੀ ਜੀ, ਸਟੇਜ ਲੱਗੀ ਉਹ ਆ, ਬਸ ਕੰਮ ਚੱਲੀ ਜਾਂਦਾ ਹੈ, ਨਾਰੇ ਲੱਗਦੇ ਆ, ਕੋਈ ਕਹਿੰਦਾ ਸੀ ਚਲੋ ਜੀ ਹੁਣ ਇੱਥੇ ਬੈਠੇ ਕਰਦੇ ਹਾਂ, ਦਿੱਲੀ ਨੂੰ ਚਲੋ, ਕੋਈ ਕੁਛ ਕਹਿੰਦਾ ਸੀ, ਪਰ
ਉਹਨਾਂ ਦਾ ਦਿਮਾਗ ਜਿੰਨੇ ਪਾਸੇ ਕੰਮ ਕਰਦਾ ਸੀ, ਹੁਣ ਤੁਸੀਂ ਦੇਖੋ ਇੱਕ ਉਹ ਕਮੇਟੀ ਬਣਾਈ ਸੀ ਸਪੈਸ਼ਲ ਕਿ ਆਹ 2 ਬੰਦੇ ਕਮੇਟੀ 'ਚ ਜ਼ਰੂਰ ਬੈਠਣਗੇ, ਨਾਲ 2 ਹੋਰ ਲਾ ਦਿਆ ਕਰਨੇ ਵਾਰੀ-ਵਾਰੀ। ਉਹ ਜਿਹੜੇ ਪੈਸੇ ਆਉਂਦੇ ਆ ਉਹ ਪੈਸੇ ਲੈ ਕੇ ਤਾਂ ਹਿਸਾਬ ਲਿਖਣਗੇ। ਫਿਰ ਖਰਚਾ ਕਮੇਟੀ ਬਣਾਈ ਸੀ ਕਿ ਭਾਈ ਤੁਸੀਂ ਖਰਚਾ ਕਰਨਾ ਹੈ, ਕੱਲਾ ਬਿੱਲ ਕੋਲ ਰੱਖਣਾ ਹੈ। ਬਕਾਇਦਾ ਲੈਜਰ ਲੱਗਾ ਸੀ ਕਿ ਆਹ ਚੀਜ਼ ਇੱਥੋਂ ਲਿਆਂਦੀ ਆ ਬਿੱਲ ਨੰਬਰ ਇੰਨਾ, ਬਿੱਲ ਕੋਲ ਪਿਆ, ਇੰਨੇ ਪੈਸੇ ਲੱਗੇ, ਅੱਜ ਕੋਲ ਇੰਨਾ ਖਰਚਾ, ਇਹ ਪੈਸੇ ਕਿੱਥੋਂ ਲਏ ਤੁਸੀਂ ਉਹ ਲਿਖਣਾ ਹੈ। ਹੁਣ ਇੱਕ ਆਡਿਟ ਕਮੇਟੀ ਬਣਾਈ ਹੈ, ਸਾਰਾ ਹਿਸਾਬ ਕਿਤਾਬ ਜਿਹੜਾ ਉਹ ਕਲੀਅਰ ਕਰਨ ਦੇ ਲਈ ਕਿ ਭਾਈ ਇੰਨੇ ਪੈਸੇ ਗਏ, ਕੀ ਖਰਚ ਹੋਏ, ਸਾਰਾ ਸਮਾਨ, ਤਰਪਾਲਾਂ ਕੀ ਉਹ ਕੀ ਸਾਰਾ ਕੁਝ। ਹੁਣ ਇਹ ਸਾਰੀਆਂ ਚੀਜ਼ਾਂ ਕਿ ਕੋਈ ਬੰਦਾ ਉੱਥੇ ਪ੍ਰੈਸ ਨੋਟ ਲਿਖਦਾ, ਕੋਈ ਬੰਦਾ ਇਤਿਹਾਸ ਲਿਖਦਾ। ਹੋਰ ਸੁਣੋ ਤੁਸੀਂ ਕਿ ਸਫਾਈ ਕਰਨ ਨੂੰ ਉੱਥੇ ਇੱਕ ਟੀਮ ਹਾਇਰ ਕੀਤੀ 17 ਬੰਦਿਆਂ ਦੀ, ਉਹਦੀਆਂ ਰੋਜ਼ ਫੋਟੋ ਖਿੱਚਦੇ ਸੀ ਕਿ ਕੱਲ੍ਹ ਨੂੰ ਕੋਈ ਕਹੂਗਾ ਯਾਰ ਅਸੀਂ ਤਾਂ ਸਫਾਈ ਉੱਥੇ ਆਪ ਕਰਦੇ, ਉੱਥੇ ਕੋਈ ਨਹੀਂ ਕਰਦਾ, ਕਿ ਉਹ 17 ਬੰਦੇ ਕਿੱਥੇ ਸਫਾਈ ਕਰਦੇ, ਰੋਜ਼ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਉਹਨੂੰ ਬੈਂਕ ਕਰਦੇ ਕਿ ਕੱਲ੍ਹ ਨੂੰ ਜੇ ਕੋਈ ਪੁੱਛੂਗਾ ਤਾਂ ਅਸੀਂ ਦੱਸਣਾ। ਸੋ ਜੇ 32 ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਵਿਚਾਰਧਾਰਾ ਅੱਡੋ-ਅੱਡ ਹੈ, ਅੱਡ-ਅੱਡ ਜਗ੍ਹਾ ਦੇ ਉੱਤੇ ਚੱਲਦੇ ਅੰਦੋਲਨ ਦਾ ਖਰਚਾ, ਆਮਦਨ, ਹਿਸਾਬ ਕਿਤਾਬ, ਸਬੂਤ, ਬਿੱਲ ਸਾਰਾ ਕੁਝ ਰੱਖ ਸਕਦੇ ਆ ਤੇ ਅੰਦੋਲਨ ਚੱਲਦਿਆਂ ਜਾਰੀ ਕਰ ਸਕਦੇ ਆ, ਤਾਂ ਸਾਡੇ ਪਿੰਡਾਂ 'ਚ ਤਾਂ ਅਮਾਊਂਟ ਹੀ ਛੋਟੀ ਹੁੰਦੀ ਹੈ, ਸਾਡੇ ਪਿੰਡਾਂ 'ਚ ਤਾਂ ਬਿੱਲ ਹੀ ਘੱਟ ਹੁੰਦੇ ਆ। ਜੇ ਕਿਸੇ ਨੇ ਪਾਰਦਰਸ਼ਤਾ ਰੱਖਣੀ ਤਾਂ ਇੱਥੋਂ ਸਿੱਖੋ। ਨਹੀਂ, ਬਿਲਕੁਲ ਸਿੱਖੀ ਜਾ ਸਕਦੀ। ਦੂਜੀ ਚੀਜ਼ ਮੇਰੇ ਖਿਆਲ ਨਾਲ ਜਿਹੜੀ ਉਹਨਾਂ ਨੇ ਨਵੀਂ ਸਿਖਾਈ, ਜਿਹੜੀ ਕਿ ਉਸ ਚੀਜ਼ ਨੂੰ ਮੇਰੇ ਖਿਆਲ ਨਾਲ ਉਹਨੇ ਪੀਸ ਨੂੰ ਕੱਟ ਕੇ ਵਾਇਰਲ ਵੀ ਕੀਤਾ ਜਾ ਰਿਹਾ ਵੀ ਉਹ ਜੀ ਪਰਟੀਕੂਲਰ ਆਪਣੀ ਗੱਲ ਕਰਨ ਲਈ ਉਹਨਾਂ ਨੇ ਜੀ ਫਲਾਣੇ ਮਾਧਿਅਮ ਦੇ ਉੱਪਰ ਇੰਨੇ ਲੱਖ ਰੁਪਏ ਖਰਚੇ। ਖੈਰ ਉਹ ਜਦੋਂ ਪਹਿਲੀ ਨਜ਼ਰੇ ਕੋ ਉਨੀ ਕੁ ਗੱਲ ਸੁਣੇ ਤੇ ਫਿਰ ਜਿੰਨੀ ਕੁ ਕੱਟ ਕੇ ਵਾਇਰਲ ਕੀਤੀ ਜਾ ਰਹੀ ਉਸ ਹਿਸਾਬ ਨਾਲ ਤੇ ਲੱਗਦਾ ਉਹ ਤੇਰਾ ਭਲਾ ਜੀ, ਅੱਛਾ ਇਹ ਤੇ ਫਿਰ ਇੱਦਾਂ ਸੀ ਵੀ ਆਪਣਾ ਪ੍ਰਚਾਰ ਵੀ ਕਰਨਾ। ਪਰ ਜੇ ਹੁਣ ਉਹਨਾਂ ਦੇ ਪੁਆਇੰਟ ਆਫ ਵਿਊ ਨੂੰ ਸਮਝੀਏ ਤੇ ਮੈਨੂੰ ਉਹਦੇ 'ਚ ਲੌਜਿਕ ਲੱਗਦਾ, ਕਿਉਂਕਿ ਦੇਖੋ ਉਹਨਾਂ ਨੇ ਜਦੋਂ ਕਿਹਾ ਸੀ ਵੀ ਅਸੀਂ 6 ਮਹੀਨੇ ਬਹਿਣਾ, ਤੇ ਹੁਣ ਹੈ ਤੇ ਉਹ ਸਾਰੇ ਪੁਰਾਣੇ ਬਜ਼ੁਰਗ, ਪਤਾ ਉਹਨਾਂ ਨੂੰ ਵੀ ਹੈਗਾ ਵੀ ਉੱਥੋਂ ਗੱਲ ਹੁੰਦੀ ਕੀ ਆ, ਅੱਗੇ ਪਹੁੰਚਦੀ ਕੀ ਆ, ਅਗਲੇ ਦਿਨ ਅਖਬਾਰ 'ਚ ਕੀ ਛਪਦੀ ਆ ਤੇ ਟੈਲੀਵਿਜ਼ਨ 'ਤੇ ਕੀ ਬੋਲਿਆ ਜਾਂਦਾ। ਹੁਣ 1 ਸਾਲ ਦੇ ਵਿੱਚ ਆਪਾਂ ਅਫਵਾਹਾਂ ਵੇਖੀਆਂ ਵੀ ਉੱਥੇ ਹੁੰਦਾ ਕੁਛ ਸੀ, ਕਿਹਾ ਕੁਛ ਜਾਂਦਾ ਸੀ, ਐਂਡ ਆਪਾਂ ਨੂੰ ਵੀ ਕਈ ਵਾਰ ਕਹਿਣਾ ਪੈਂਦਾ ਸੀ ਵੀ ਯਾਰ ਇਹ 4 ਗੱਲਾਂ ਦੇ ਵਿੱਚੋਂ ਅਸਲੀ ਗੱਲ ਕੀ ਹੈ, ਇਹ ਤੁਸੀਂ ਉਹਨਾਂ ਦਾ ਜਿਹੜਾ ਆਪਣਾ ਓਫੀਸ਼ੀਅਲ ਪੇਜ ਆ ਜੋ ਉਹਨਾਂ ਦਾ ਸੁਣਿਆ ਉੱਥੋਂ ਚੈੱਕ ਕਰੋ। ਹੁਣ ਮੇਰਾ ਖਿਆਲ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਊਗਾ ਵੀ ਯਾਰ ਅਸੀਂ ਜਿਹੜੀ ਗੱਲ ਕਹਾਂਗੇ ਉਹਨੂੰ ਹੋ ਸਕਦਾ ਵੀ ਕੋਈ ਕੌਮਾ ਬਿੰਦੀ ਬੁਝਾ ਕੇ ਤੇ ਅੱਗੇ ਪੇਸ਼ ਕੀਤਾ ਜਾਵੇ, ਉਹਨੂੰ ਚੰਗਾ ਵੀ ਸਾਡੀ ਆਪਣੀ ਚੀਜ਼ ਵੀ ਡਾਕੂਮੈਂਟ ਹੁੰਦੀ ਰਹੇ, ਇਸ ਕਰਕੇ ਅਸੀਂ ਉਹ 'ਤੇ ਖਰਚਾ ਕਰ ਲਈਏ। ਮੇਰੇ ਖਿਆਲ ਨਾਲ ਇਹ ਕੀਤਾ ਕਰਕੇ ਸ਼ਾਇਦ ਉਹ ਬਚ ਗਈ। ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਹੋਣਾ ਜਦੋਂ ਮੇਨ ਸਟਰੀਮ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਬਹੁਤ ਵੱਡਾ ਹਿੱਸਾ ਇੱਧਰਲੇ ਪਾਸੇ ਨੂੰ ਤੁਰ ਪਿਆ ਸੀ ਕਿ ਭਾਈ ਇੱਕ ਪਾਸਾ ਦਿਖਾਈ ਜਾਣਾ, ਦੂਜਾ ਦਿਖਾਉਣਾ ਹੀ ਨਹੀਂ, ਉਹਨਾਂ ਨੂੰ ਕੁਝ ਹੋਰ ਪੇਸ਼ ਕਰੀ ਜਾਣਾ। ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਮੂੰਹ ਸੀ ਤੇ ਉਨੀਆਂ ਗੱਲਾਂ ਸੀ। ਇਹ ਬਹੁਤ ਔਖਾ ਹੋ ਗਿਆ ਸੀ ਕਿ ਲੋਕ ਜੇ ਸਹੀ ਚੀਜ਼ ਨੂੰ ਜਾਣਨਾ ਚਾਹਣ, ਕੋਈ ਕਹਿੰਦਾ ਜੀ ਅੱਗ ਲੱਗ ਗਈ, ਇੱਟਾਂ ਰੋੜੇ ਮਾਰਤੇ, ਉੱਥੇ ਆ ਹੋ ਗਿਆ, ਜਥੇਬੰਦੀਆਂ ਮੁੜ ਆਈਆਂ, ਫੁੱਟ ਪੈ ਗਈ, ਕਈ ਕੁਛ ਹੁੰਦਾ ਸੀ ਨਾ। ਅਸਲ ਗੱਲ ਕੀ ਆ, ਉਹ ਕਿਤੋਂ ਪਤਾ ਤਾਂ ਲਾਉਣੀ ਸੀ, ਇੱਕ ਪਲੇਟਫਾਰਮ ਚਾਹੀਦਾ ਸੀ, ਸ਼ਾਇਦ ਉਹਦੇ ਕਰਕੇ ਕਿਸਾਨ ਮੋਰਚਾ ਵੱਜਾ ਰਿਹਾ। ਹੋਰ ਦੇਖੋ ਤੁਸੀਂ ਕਿ ਜਦੋਂ ਕੋਵਿਡ ਆ ਗਿਆ ਸੀ, ਜਦੋਂ ਇਹ ਰੌਲਾ ਪੈਂਦਾ ਸੀ ਜੀ ਐਂਬੂਲੈਂਸ ਨੂੰ ਰੋਕਦੇ ਆ ਜੀ, ਪਾਣੀ ਵਾਲੀਆਂ ਗੱਡੀਆਂ ਨੂੰ ਰੋਕਦੇ ਆ ਜੀ, ਆਕਸੀਜਨ ਵਾਲੇ ਗੱਡੀਆਂ ਨੂੰ ਰੋਕਦੇ ਆ, ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਵਾਲਾ ਵਿੰਗ ਆ ਉਹ ਨਾਲ ਲਾਈਵ ਹੁੰਦਾ ਸੀ। ਆਹ ਦੇਖੋ ਜੀ ਐਂਬੂਲੈਂਸਾਂ ਤੋਰ ਰਹੇ ਆ, ਬਿਲਕੁਲ ਇੱਧਰਲੇ ਪਾਸੇ ਕੋਈ ਦਿੱਕਤ ਨਹੀਂ, ਉਹਨੂੰ ਛੱਡ ਕੇ ਆ ਰਹੇ ਆ। ਉਹਦੇ ਨਾਲ ਹਰ ਉਹ ਚੀਜ਼ ਜਿਹਨੇ ਕਿ ਇਸ ਮੋਰਚੇ ਨੂੰ ਲੋਕਾਂ ਦੇ ਮਨਾਂ 'ਚ ਢਾਹ ਲਾਉਣੀ ਸੀ ਅਫਵਾਹਾਂ ਦੇ ਰੂਪ ਦੇ ਵਿੱਚ, ਉਹਨੂੰ ਕਾਊਂਟਰ ਕੀਤਾ। ਵੈਸੇ ਵੀ ਆਪਾਂ ਮੀਡੀਆ ਵਾਲੇ ਆ, ਸਾਨੂੰ ਪਤਾ ਹੀ ਆ ਕਿ ਉੱਥੇ ਇੰਟਰਨੈਟ ਕਿੰਨਾ ਕੁ ਸੀ, ਉੱਥੇ ਕਿੰਨੇ ਪੈਸੇ ਹੋਰ ਲੱਗਦੇ ਸੀ ਤਾਂ ਇੰਟਰਨੈਟ ਦੀ ਸੇਵਾ ਮਿਲਦੀ ਸੀ। ਉਹ ਸਾਰੀਆਂ ਚੀਜ਼ਾਂ ਜੇ ਧਿਆਨ ਦੇ ਵਿੱਚ ਰੱਖੀਏ, ਉਹ ਸਾਰਾ ਕੁਝ ਕਰਨ ਦੀ ਲੋੜ ਸੀ ਤੇ ਅਗਲਿਆਂ ਕੀਤਾ ਤੇ ਉਹਦੇ ਵਿੱਚ ਸਫਲ ਹੋਏ ਆ। ਨਹੀਂ, ਬਿਲਕੁਲ ਹੋਏ ਆ। ਸੋ ਮੇਰੇ ਖਿਆਲ ਨਾਲ ਇਹ ਤੋਂ ਵੀ ਸਿੱਖਣਾ ਚਾਹੀਦਾ, ਕਿਉਂਕਿ ਦੇਖੋ ਕਈ ਵਾਰ ਇੱਦਾਂ ਹੁੰਦਾ ਨਾ ਵੀ ਆਪਾਂ ਇਹ ਕਹਿੰਦੇ ਆ ਵੀ ਯਾਰ ਸਾਡੀ ਆ ਜਿਹੜੀ ਗੱਲ ਹੈ ਇਹਨੂੰ ਇੱਦਾਂ ਅਸੀਂ ਰੱਖਣਾ ਚਾਹੁੰਦੇ ਹਾਂ, ਪਰ ਮੁੜ ਕੇ ਕਹਿੰਦਾ ਯਾਰ ਅਸੀਂ ਕਿਹਾ ਤੇ ਇੱਦਾਂ ਸੀ, ਬਣਾ ਉਹਨੂੰ ਇੱਦਾਂ ਦਿੱਤਾ। ਸੋ ਮੇਰੇ ਖਿਆਲ ਨਾਲ ਸ਼ਾਇਦ ਇਹ ਵੀ ਕਿਤੇ ਨਾ ਕਿਤੇ ਕਾਰਨ ਹੈਗਾ ਕਿ ਵੀ ਜਦੋਂ ਉਹ ਚੀਜ਼ ਨੂੰ ਆਪਾਂ ਆਪ ਚੰਗੀ ਤਰ੍ਹਾਂ ਅੱਗੇ ਪਲੇਟਫਾਰਮ ਤੇ ਨਹੀਂ ਰੱਖਦੇ ਤੇ ਉਹਨੂੰ ਫਿਰ ਘੁਮਾਉਣ ਫਿਰਾਉਣ ਵਾਲੇ ਕਈ ਹੁੰਦੇ ਆ। ਇਸ ਕਰਕੇ ਇਸ ਮੋਰਚੇ ਨੇ ਵੀ ਇੱਕ ਗੱਲ ਸਿਖਾਤੀ ਵੀ ਜਿਹੜੀ ਗੱਲ ਜੋ ਤੁਸੀਂ ਕਹਿੰਦੇ ਹੋ ਉਹਨੂੰ ਐ ਬਿਲਕੁਲ ਪਿਓਰ ਲੋਕਾਂ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰ ਲਓ। ਹਾਂ, ਤੇ ਹੋ ਸਕਦਾ ਅਸੀਂ ਸਹੀ ਹੋਵੇ, ਕਮਿਊਨੀਕੇਸ਼ਨ ਠੀਕ ਨਾ ਹੋਵੇ, ਦੁਸ਼ਪ੍ਰਚਾਰ ਵਾਧੂ ਹੋ ਜਾਏ, ਤੁਹਾਡੀ ਗੱਲ ਉੜ ਜਾਣੀ ਹੈ। ਇੱਕ ਤੱਤੀ ਉਦਾਹਰਣ ਇਹ ਹੈ ਕਿ ਹੁਣ ਜਦੋਂ ਇਹ ਰੌਲਾ ਪਿਆ ਜੀ ਪੰਜਾਬ ਦੀਆਂ ਜਥੇਬੰਦੀਆਂ ਮੁੜੇ ਆਉਣ ਲੱਗੀਆਂ, ਪੰਜਾਬ ਦੀਆਂ ਜਥੇਬੰਦੀਆਂ ਵੀ ਉਸੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਲਾਈਵ ਹੋਈਆਂ ਜਿਹੜਾ ਉਹਨਾਂ ਨੇ ਆਪਣਾ ਬਣਾਇਆ। ਹਰਿਆਣੇ ਵਾਲੀਆਂ ਵੀ ਲਾਈਵ ਹੋਈਆਂ, ਟਕੈਤ ਹੋਰੀ ਵੀ ਲਾਈਵ ਹੋਏ ਕਿ ਭਾਈ ਇਦਾਂ ਦੀ ਕੋਈ ਗੱਲ ਨਹੀਂ। ਲੋਕ ਜਿਹੜੇ 18ਵੇਂ 'ਚ ਆ ਗਏ, ਲੋਕਾਂ 'ਚ ਸਬਰ ਆ ਗਿਆ, ਨਹੀਂ ਤਾਂ ਭਗਦੜ ਮੱਚ ਜਾਣੀ ਸੀ। ਨਹੀਂ, ਬਿਲਕੁਲ ਮਚਣੀ ਸੀ। ਤੇ ਚਲੋ ਹੁਣ ਆਪਾਂ ਇਹ ਵੀ ਗੱਲ ਕਰ ਲਈ, ਜੇ ਕਿਸਾਨਾਂ ਦੀ ਗੱਲ ਕਰਦੇ ਹਾਂ ਤੇ ਅੱਜ ਤਰੀਕ 7 ਹੋ ਗਈ ਤੇ ਪਿਛਲੀ ਲੰਘੀ 4 ਨੂੰ ਜਿਹੜੀ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਸੀ, ਉਦੋਂ ਬਾਅਦ ਡੀਕਣਾ ਸੀ ਵੀ ਆਹ 2-3 ਦਿਨਾਂ 'ਚ ਸਰਕਾਰ ਸਾਡੇ ਨਾਲ ਸੰਪਰਕ ਕਰੇ। ਹੁਣ ਤੱਕ ਦੀਆਂ ਰਿਪੋਰਟਾਂ ਦੇ ਇਹੋ ਕਹਿੰਦੀਆਂ ਵੀ ਸਰਕਾਰ ਨੇ ਬਹੁਤਾ ਕੋਈ ਹਾਂ ਪੱਖੀ ਹੁੰਗਾਰਾ ਦਿੱਤਾ ਨਹੀਂ, ਤੇ ਅੱਜ ਦੀ ਫਿਰ ਮੀਟਿੰਗ ਜਿਹੜੀ ਹੋਣੀ ਉਹਦੇ ਵਿੱਚ ਫਿਰ ਫੈਸਲਾ ਹੋਊਗਾ ਕਿ ਹੁਣ ਅੱਗੇ ਕੀ ਕਰਨਾ। ਇੱਦਾਂ ਹੀ? ਨਹੀਂ, ਬਿਲਕੁਲ ਇੱਦਾਂ ਹੀ ਆ ਜੀ, ਕਿਉਂਕਿ ਜਦੋਂ 4 ਤਰੀਕ ਵਾਲੀ ਮੀਟਿੰਗ ਸੀਗੀ ਤਾਂ
ਉਦੋਂ ਇੱਕ ਚਰਚਾ ਚੱਲੀ ਸੀ ਕਿ ਗ੍ਰਹਿ ਮੰਤਰੀ ਸਾਹਿਬ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਆਪਾਂ ਸਾਰੇ ਮਸਲੇ ਹੱਲ ਕਰਨੇ ਆ, ਪਾਈਪਲਾਈਨ ਦੇ ਵਿੱਚ ਘਬਰਾਓ ਨਾ। ਇਹਨਾਂ ਨੇ 5 ਮੈਂਬਰੀ ਕਮੇਟੀ ਬਣਾਤੀ ਤੇ ਉਮੀਦ ਇਹ ਸੀ ਕਿ 5 ਮੈਂਬਰੀ ਕਮੇਟੀ ਦੇ ਨਾਲ ਕੋਈ ਬੰਦਾ ਗੱਲ ਕਰੂਗਾ ਜਾਂ ਲਿਖਤੀ ਉਹਨਾਂ ਦੇ ਕੋਲੇ ਕੋਈ ਪ੍ਰਪੋਜ਼ਲ ਆਊਗੀ, ਪਰ ਬੀਤੀ ਸ਼ਾਮ ਤੱਕ ਇਦਾਂ ਦੀ ਕੋਈ ਪ੍ਰਪੋਜ਼ਲ ਆਈ ਨਹੀਂ ਸੀ। ਫਿਰ ਉਹ 5 ਮੈਂਬਰੀ ਕਮੇਟੀ ਬੈਠੀ, ਕਿਉਂਕਿ ਮੀਟਿੰਗ ਐਵੇਂ ਥੋੜ੍ਹਾ ਕਰ ਦੇਣੀ ਆ। ਉਹ 5 ਮੈਂਬਰੀ ਕਮੇਟੀ ਬੈਠੀ ਕਿ ਭਾਈ ਆਪਾਂ ਨੂੰ ਅਧਿਕਾਰ ਦਿੱਤੇ ਗਏ ਆ ਕਿ ਆਪਾਂ ਗੱਲ ਕਰਨੀ ਆ, ਸਰਕਾਰ ਸਾਡੇ ਨਾਲ ਗੱਲ ਕਰੂ, ਅਸੀਂ ਸਾਰੇ ਕਿਸਾਨਾਂ ਦਾ ਪ੍ਰਤੀਨਿਧ ਕਰਦੇ ਹਾਂ। ਗੱਲ ਤਾਂ ਕੋਈ ਨਾ। ਉਹਨਾਂ ਨੇ ਉਸੇ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ 11 ਮੈਂਬਰੀ ਕਮੇਟੀ ਜਿਹੜੀ ਪ੍ਰਬੰਧ ਕਰਦੀ ਹੈ ਉਹਨਾਂ ਨੂੰ ਵੀ ਸੱਦ ਲਿਆ। 5 ਉਹ ਹੋ ਗਿਆ, 11 16 ਹੋ ਗਏ। ਉਹਨਾਂ 16 ਨੇ ਫਿਰ ਆਪਸ ਦੇ ਵਿੱਚ ਮਸ਼ਵਰਾ ਕਰਕੇ ਫਿਰ ਇਹ ਬਿਆਨ ਵੀ ਜਾਰੀ ਕੀਤਾ। ਉਹ ਕਹਿੰਦੇ ਜੀ ਦੇਖੋ ਅਸੀਂ ਨਿਰਾਸ਼ ਬੜੇ ਹਾਂ, 2 ਦਿਨ ਦਾ ਸਮਾਂ ਸੀ ਤੇ ਸਾਨੂੰ ਉਮੀਦ ਸੀ ਕਿ ਕੇਂਦਰ ਦੀ ਸਰਕਾਰ ਜੇ ਸੁਹਿਰਦ ਹੈ ਤਾਂ ਇਹਨਾਂ 2 ਦਿਨਾਂ ਦੇ ਵਿੱਚ ਸਾਡੇ ਨਾਲ ਸੰਪਰਕ ਕਰੇ, ਅਸੀਂ ਅਗਲੀ ਮੀਟਿੰਗ 'ਚ ਕੋਈ ਫੈਸਲਾ ਲਈਏ। ਪਰ ਉਹ ਕਹਿੰਦੇ ਕੋਈ ਸੰਪਰਕ ਹੀ ਨਹੀਂ ਕੀਤਾ ਤੇ ਅਸੀਂ ਇਕੱਲੇ ਬਿਆਨ ਦੇ ਨਾਲ ਸੰਤੁਸ਼ਟ ਨਹੀਂ ਹੋ ਸਕਦੇ, ਸਾਨੂੰ ਕੁਝ ਲਿਖਤੀ ਚਾਹੀਦਾ, ਸਾਡੇ ਮੁੱਦਿਆਂ ਦਾ ਹੱਲ ਚਾਹੀਦਾ। ਤੇ ਉਹ ਕਹਿੰਦੇ ਜੇ ਆਹੀ ਹਾਲਾਤ ਰਹੇ ਤਾਂ ਫਿਰ ਅੰਦੋਲਨ ਬਿਲਕੁਲ ਬੰਦ ਨਹੀਂ ਹੈਗਾ, ਅੰਦੋਲਨ ਫਿਰ ਚੱਲਦਾ ਰਹਿਣਾ। ਸੋ ਅੱਜ ਦੀ ਮੀਟਿੰਗ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਆਉਂਦੀ ਹੈ, ਲਿਖਤੀ ਬੈਠਣ ਦੀ ਬੈਠਕ ਕਦੋਂ ਕਰਨੀ ਹੈ ਉਹਦੇ ਉੱਤੇ ਨਿਰਭਰ ਕਰੂਗਾ, ਪਰ ਜੇ ਪ੍ਰਪੋਜ਼ਲ ਨਾ ਆਈ ਤਾਂ ਫਿਰ ਅੰਦੋਲਨ ਚੱਲਦਾ ਰਹਿਣਾ। ਉਹ ਮੈਨੂੰ ਲੱਗਦਾ WhatsApp ਵੀ ਹੋ ਸਕਦਾ ਵੀ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਕਰਕੇ ਨਾ ਸਮਾਂ ਹੋਵੇ ਅਗਲਿਆਂ ਕੋਲੇ, ਕਿਉਂਕਿ ਹੋਰ ਵੀ ਕਈ ਜੋੜ ਤੋੜ ਕਰਨੇ ਹੁੰਦੇ, ਕਿਉਂਕਿ ਕੁੱਲ ਮਿਲਾ ਕੇ ਲੀਡਰਾਂ ਦੇ ਇਲੈਕਸ਼ਨ ਦੀ ਉਹ ਕਹਿੰਦੇ ਯਾਰ ਉਹ ਰੱਦ ਕਰਤੇ, ਹੁਣ ਆਪਾਂ ਇਹ ਵੇਖੀਏ ਵੀ ਗੱਠ ਜੋੜ ਕਿਹਦੇ ਨਾਲ ਕਰਨਾ ਹੈ ਨਾ। ਹੋ ਸਕਦਾ ਵੀ ਚਲੋ ਉਹਨੂੰ ਲੱਗਦਾ ਵੀ ਯਾਰ ਇੱਕ ਕੰਮ ਆਪਾਂ ਨਿਬੇੜ ਲਿਆ ਵੀ 2-4 ਦਿਨਾਂ 'ਚ ਨਿਬੇੜ ਲਵਾਂਗੇ। ਚਲੋ ਖੈਰ ਜਦੋਂ ਇਸ ਪਾਸੇ ਉਹ ਗੱਲ ਧਿਆਨ ਲੱਗ ਗਿਆ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲ ਆਊ। ਇਹ ਗੱਠਜੋੜ ਵਾਲੇ ਪਾਸੇ ਜਾਂ ਰਾਜਨੀਤੀ ਵਾਲੇ ਪਾਸੇ ਦੀ ਗੱਲ ਮੈਂ ਤਾਂ ਛੇੜੀ ਆ ਵੀ ਚੰਡੀਗੜ੍ਹ 'ਚ ਨਾ ਵੱਡਾ ਦਫ਼ਤਰ ਖੁੱਲ੍ਹਾ ਭਾਈ ਸਾਹਿਬ ਕੱਲ੍ਹ ਤੇ ਹੁਣ ਕਹਿੰਦੇ ਵੀ ਇੱਕ ਹੋਰ ਪੋਲੀਟੀਕਲ ਪਾਰਟੀ ਜਿਹਦੇ ਇੱਕ ਨਾਮ ਦੇ ਨਾਲ ਕਾਂਗਰਸ ਲੱਗਦਾ, ਵਿਚਾਲੇ ਜੇ ਲੋਕ ਫਸਾਏ ਨੇ, ਸ਼ੁਰੂ ਪੰਜਾਬ ਤੋਂ ਹੁੰਦੀ ਹੈ, ਉਹਨੇ ਕਹਿੰਦੇ ਸਰਕਾਰ ਬਣਾਉਣੀ ਹੈ 2022 'ਚ। ਨਹੀਂ, ਉਹ ਪਾਰਟੀ ਦਾ ਦੇਖੋ ਸਾਰਾ ਧਿਆਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਇਸ ਗੱਲ 'ਤੇ ਲੱਗਾ ਕਿ ਆਪਾਂ ਕਾਂਗਰਸ ਵਾਲਾ ਨਿੰਬੂ ਕਿੰਨੀ ਛੇਤੀ ਤੇ ਕਿੰਨਾ ਕੁ ਨਿਚੋੜ ਸਕਦੇ ਹਾਂ। ਕਈ ਵਾਰ ਹੁੰਦਾ ਨਾ ਕਿ ਜਦੋਂ ਹੱਥ ਨਾਲ ਨਿਚੋੜੀ ਦਾ ਨਿੰਬੂ ਨਿਚੋੜਨੀ ਜਦੋਂ ਨਹੀਂ ਹੁੰਦੀ, ਬੰਦਾ ਇੱਕ ਵਾਰੀ ਐਂ ਕਰਦਾ, ਫਿਰ ਦੂਜੀ ਵਾਰੀ ਸੈੱਟ ਜਿਹਾ ਕਰਕੇ ਐਂ ਫੜਦਾ, ਫਿਰ ਦੋਨਾਂ ਹੱਥਾਂ ਨਾਲ ਫੜ ਕੇ ਐਂ ਕਰਦਾ ਬੰਦਾ। ਇਹ ਨਿੰਬੂ ਉਹ ਨਹੀਂ ਹੈਗਾ। ਕਿਹੜਾ ਇਹ ਨਿੰਬੂ ਕਾਗਤੀ ਨਿੰਬੂ ਬੀਆਂ ਤੋਂ ਬਿਨਾਂ ਵਾਲਾ। ਇਹ ਤੇ ਕਹਿੰਦੇ ਕੱਟਦਿਆਂ ਨੁੱਚੜ ਜਾਣਾ। ਜੋ ਹਾਲਾਤ ਇਸ ਵਕਤ ਬਣੇ ਪਏ ਨਾ ਰਸਿਆ ਪਿਆ ਕਾਂਗਰਸ ਪਾਰਟੀ ਦੇ, ਹੋ ਸਕਦਾ ਵੀ ਉਹ ਕੱਟਦਿਆਂ ਆਖਣਾ ਵੀ ਉਹ ਬਸ ਹੁਣ ਨਿਚੋੜਿਓ ਨਾ, ਆਪਣੇ ਜੋਗਾ ਸਰ ਗਿਆ। ਉਹ ਵੀ ਕਹਿੰਦੇ ਹੁਣ ਕੱਟੋ ਵੀ ਜੱਗ ਜੀ ਇਹਨੂੰ, ਹੈ ਨਾ। ਚਲੋ ਮੰਨ ਲੈਂਦੇ ਭਾਈ ਤੁਹਾਡੀ ਗੱਲ। ਹੁਣ ਸੰਧਾਲੀਆ ਸਾਹਿਬ, ਪੰਜਾਬ ਲੋਕ ਕਾਂਗਰਸ ਪਾਰਟੀ ਬਣ ਗਈ, ਪ੍ਰਧਾਨ ਕੌਣ, ਮੀਤ ਪ੍ਰਧਾਨ ਕੌਣ, ਕਿੱਧਰਲੇ ਪਾਸੇ ਨੂੰ ਜਾਣਾ ਇਹ ਤਾਂ ਪਤਾ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਫ਼ਤਰ ਦਾ ਉਦਘਾਟਨ ਕਰਤਾ। ਕਹਿੰਦੇ 10 ਦਿਨ ਹੋ ਗਿਆ ਮੈਂਬਰਸ਼ਿਪ ਚੱਲਦੀ ਠਾ ਕਰਕੇ, ਲੋਕਾਂ 'ਚ ਉਤਸ਼ਾਹ ਬੜਾ। ਇੱਦਾਂ ਹੀ ਕਹਿੰਦੇ ਅਸੀਂ ਜ਼ਿਲ੍ਹਿਆਂ 'ਚ ਦਫ਼ਤਰ ਖੋਲ੍ਹ ਦੇਣੇ ਆ, ਜ਼ਿਲ੍ਹਿਆਂ ਦੇ ਵਿੱਚ ਮੈਂਬਰਸ਼ਿਪ ਚੱਲ ਪਊਗੀ, ਘਬਰਾਓ ਨਾ। ਤੇ ਪੱਤਰਕਾਰਾਂ ਨੇ ਸਵਾਲ ਕਈ ਪੁੱਛੇ, ਜੀ ਕੋਈ ਵੱਡਾ ਲੀਡਰ ਤੁਹਾਡੇ ਨਾਲ ਹੀ ਨਹੀਂ ਆਇਆ? ਕੈਪਟਨ ਸਾਹਿਬ ਤੁਸੀਂ ਆਪੇ ਹੀ, ਤੁਹਾਡੇ ਕੁਝ ਨੇੜਲੇ ਸਾਥੀ ਸੱਜੀਆਂ ਖੱਬੀਆਂ ਬਾਹਾਂ ਕਿੱਧਰ ਨੇ? ਉਹ ਕਹਿੰਦੇ ਖੱਬੀਆਂ ਸੱਜੇ ਨੂੰ ਚਲੇ ਗਈਆਂ, ਸੱਜੀਆਂ ਖੱਬੇ ਨੂੰ ਚਲੇ ਗਈਆਂ, ਘਬਰਾਉਣੇ ਕਾਹਤੋਂ ਆ? ਮਾੜਾ ਜਿਹਾ ਕੋਡ ਆਫ ਕੰਡਕਟ ਲੱਗ ਲੈਣ ਦਿਓ। ਕਾਂਗਰਸ ਪਾਰਟੀ ਦੇ ਬਹੁਤ ਸਾਰੇ ਵੱਡੇ ਲੀਡਰ ਸਾਡੀ ਪਾਰਟੀ ਸ਼ਾਮਲ ਹੋ ਜਾਣੇ ਆ। ਭਾਜਪਾ ਦੇ ਨਾਲ ਤੇ ਢੀਂਡਸਾ ਪਾਰਟੀ ਦੇ ਨਾਲ ਜਿਹੜਾ ਅਕਾਲੀ ਦਲ ਸੰਯੁਕਤ ਹੈ ਉਹਨਾਂ ਦੇ ਨਾਲ ਗੱਠਜੋੜ ਹੋ ਜਾਣਾ, ਜਿੱਤ ਅਸੀਂ ਪ੍ਰਾਪਤ ਕਰ ਲੈਣੀ ਹੈ। ਤੇ ਪੰਜਾਬ ਦੇ 92% ਮਸਲੇ ਕਹਿੰਦੇ ਮੈਂ 4.5 ਸਾਲਾਂ 'ਚ ਹੱਲ ਕੀਤੇ ਸੀ, 8% 6 ਮਹੀਨਿਆਂ 'ਚ ਕਰ ਦੇਣੇ ਸੀ, ਕੁਰਸੀ ਖੋਲੀ ਕੋਈ ਗੱਲ ਨਹੀਂ, ਪਰ ਸਭ ਤੋਂ ਵੱਡਾ ਲੀਡਰ ਪੰਜਾਬ ਦਾ ਮੈਂ। ਨਹੀਂ ਉਹ ਤਾਂ ਹੈ। ਦੇਖੋ ਆਪਾਂ ਇਹਨੂੰ ਹੋਰ ਕਲੀਅਰ ਕਰ ਦਿੰਦੇ ਦੇਸੀ ਭਾਸ਼ਾ 'ਚ। ਦੇਖੋ ਕਾਰਨ ਇਹ ਹੈ ਵੀ ਜਦੋਂ ਵਿਆਹ ਵਾਲਾ ਘਰ ਹੁੰਦਾ ਨਹੀਂ ਜੀ, ਤੇ ਉੱਥੇ ਜਦੋਂ ਲੋਹਾਂ ਲਾਹ ਜਾਂ ਉੱਧਰੋਂ ਪੁੱਟ ਪੱਟ ਕੇ ਤੇ ਹਲਵਾਈ ਆ ਜਾਂਦੇ ਆ, ਉਹ ਹਲਵਾਈ ਲੱਗ ਗਏ ਆ। ਹੁਣ ਜੇ ਕੋਈ ਇੱਧਰ ਉੱਧਰ ਪੁੱਛੇ ਵੀ ਇੱਧਰ ਉੱਧਰੋਂ ਘੁੰਮਦੇ ਨਾ ਕੋਈ ਸ਼ਰੀਕੇ ਭਾਈਚਾਰੇ ਜਾਂ ਵੀ ਕੋਈ ਮੇਲ ਆਇਆ ਨਹੀਂ, ਕੋਈ ਬਹੁਤੇ ਪ੍ਰਾਹੁਣੇ ਤੇ ਦੀਦੇ ਨਹੀਂ ਅਜੇ, ਉਦੋਂ ਇਹ ਚਰਚਾ ਚੱਲ ਜਾਂਦੀ ਅਜੇ ਤੇ ਇੱਧਰ ਪਾਸ ਸ਼ੁਰੂ ਹੀ ਹੋਇਆ ਕੰਮ, ਪੈਲਸ 'ਚ ਆਉਣਾ ਬਹੁਤ। ਆਹੋ, ਉਹਦੇ ਸਿੱਧਾ ਪੈਲਸ 'ਚ ਆ ਜਾਣਾ ਜਿੱਦਣ ਆਪਾਂ ਕਾਰਡ ਘੱਲੇ ਆ, ਇੱਥੇ ਖਾਸ ਸੱਦੇ ਆ। ਸੋ ਉਸ ਹਿਸਾਬ ਨਾਲ ਜਿਹੜੀ ਕਹਿ ਲਓ ਕਿ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹ ਉਦਘਾਟਨ ਵਾਲੀ ਗੱਲ ਆ ਵੀ ਪਹਿਲਾਂ ਜਿਹੜਾ ਉਹਨਾਂ ਨੇ ਆਪਣਾ ਉਦਘਾਟਨ ਕੀਤਾ ਉਹਦੇ ਜੇ ਉਹਨਾਂ ਨੇ ਹਲਵਾਈ ਲਾਏ ਤੇ ਹੌਲੀ ਹੌਲੀ ਬੂੰਦੀਆਂ, ਫਿਰ ਬੂੰਦੀਆਂ ਤੋਂ ਲੱਡੂ, ਲੱਡੂਆਂ ਤੋਂ ਡੱਬੇ, ਡੱਬਿਆਂ ਤੋਂ ਫਿਰ ਹੌਲੀ ਹੌਲੀ ਦਰੀਆਂ, ਦਰੀਆਂ ਕਨਾਤਾਂ, ਕਨਾਤਾਂ ਤੋਂ ਕੁਰਸੀਆਂ, ਫਿਰ ਕੁਰਸੀਆਂ ਦੇ ਜਦੋਂ ਪ੍ਰਾਹੁਣੇ ਆਣ ਸੱਜ ਕੇ ਬੈਠੇ ਫਿਰ ਗੱਲ ਬਣਨੀ। ਜਾਣੀ ਸਿਆਣਿਆਂ ਨੂੰ ਸੱਦ ਕੇ ਆਟੇ ਪਾਣੀ ਪਾਤਾ ਹੈ ਨਾ, ਇਹਦਾ ਕਹਿ ਲਈਏ। ਇੱਦਾਂ ਚਲੋ ਉਹਨਾਂ ਦੇ ਆਟੇ ਪਾਣੀ ਪਾਉਣ ਤੋਂ ਬਾਅਦ ਸਮਾਗਮ ਕਿੰਨੇ ਕੁ ਵਧੀਆ ਹੁੰਦੇ, ਕਿੰਨੇ ਕੁ ਨਹੀਂ ਹੁੰਦੇ, ਉਹ ਗੱਲ ਵੱਖਰੀ ਆ, ਪਰ ਇੰਨਾ ਕਲੀਅਰ ਹੋ ਗਿਆ ਕਿ ਗੱਠ ਜੋੜੇ ਹੋ ਜਾਣਾ। ਉਹ ਕਹਿੰਦੇ ਜੀ ਅਜੇ ਤੱਕ ਮੇਰੀ ਗੱਲ ਜਿਹੜੀ ਹੈ ਸਿਰਫ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਤੇ ਅਮਿਤ ਸ਼ਾਹ ਸਾਹਿਬ ਨਾਲ ਹੋਈ ਹੈ, ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ। JP ਨੱਡਾ ਸਾਹਿਬ ਨੂੰ ਹੁਣ ਮੈਂ ਮਿਲਣਾ, ਜਿਹੜੇ ਉਹਨਾਂ ਦੇ ਪੰਜਾਬ ਦੇ ਇੰਚਾਰਜ ਹੋਣਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਣੀਆਂ, ਪਰ ਗੱਲ ਨਿਬੜ ਜਾਣੀ, ਕਹਿੰਦੇ ਕੋਈ ਗੱਲ ਹੀ ਨਹੀਂ, ਸਾਰਾ ਕੁਝ ਠੀਕ ਹੋ ਜਾਣਾ। ਕਿਸਾਨਾਂ ਵਾਲਾ ਮਸਲਾ ਜਿਹੜਾ ਨਿਬੜ ਚੱਲਿਆ,
ਮੈਂ ਜੋ ਕਿਹਾ ਸੀ ਉਹ ਕਰ ਦਿੱਤਾ ਹੀ, ਹੁਣ ਘਬਰਾਉਣ ਵਾਲੀ ਗੱਲ ਕੋਈ ਨਹੀਂ। ਪਰ ਜਿਹੜੀ ਇਹਦੇ ਵਿੱਚ ਤੀਸਰੀ ਧਿਰ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਾਲੀ, ਉਹ ਪਹਿਲਾਂ ਤਾਂ ਮੰਨਦੇ ਨਹੀਂ ਸੀ, ਆਪਾਂ ਸਾਰਿਆਂ ਨੂੰ ਪਤਾ। ਉਹ ਕਹਿੰਦੇ ਨਾ ਕੋਈ ਫੋਨ ਆਇਆ ਨਹੀਂ, ਗੱਲ ਹੋਵੇ ਤਾਂ ਹੋਵੇ, ਕਹਿੰਦੇ ਇਦਾਂ ਗੱਠਜੋੜ ਕਿੱਦਾਂ ਹੋ ਜਾਵੇ। ਫਿਰ ਜਦੋਂ ਅਮਿਤ ਸ਼ਾਹ ਸਾਹਿਬ ਨੇ ਖੁਦ ਕਹਿ ਦਿੱਤਾ ਕਿ ਢੀਂਡਸਾ ਸਾਹਿਬ ਦੇ ਨਾਲ ਗੱਲ ਚੱਲਦੀ ਹੈ, ਫਿਰ ਉਹ ਮੰਨੇ। ਕਹਿੰਦੇ ਜੀ ਦੇਖੋ, ਇੱਕ ਬਹੁਤ ਚੰਗੇ ਤਰੀਕੇ ਇੱਕ ਚਾਰਟਰ ਹੋਏਗਾ ਸਿੱਖਾਂ ਦੇ ਮਸਲਿਆਂ ਦਾ, ਪੰਜਾਬ ਦੇ ਮਸਲਿਆਂ ਦਾ, ਜਿਹਦਾ ਸਿਰਸਾ ਸਾਹਿਬ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਮਸਲੇ ਹੱਲ ਕਰਾਉਣਗੇ। ਉਹ ਕਹਿੰਦੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਸਾਡੇ ਲਈ ਪ੍ਰਾਇੋਰਟੀ ਉਹ ਹੈ, ਅਸੀਂ ਤਰਜੀਹ ਉਹਨੂੰ ਦਿੰਦੇ ਆ ਜੇ ਤਾਂ ਸੰਜੀਦਾ ਹੋਣਗੇ, ਜੇ ਸਾਨੂੰ ਲੱਗੂਗਾ ਕਿ ਜਿਹੜੇ ਮਸਲੇ ਹੱਲ ਹੋ ਸਕਦੇ ਆ, ਸਾਰੇ ਮਸਲੇ ਨਹੀਂ ਹੱਲ ਹੋ ਸਕਣ ਵਾਲੇ ਮਸਲਿਆਂ ਦੇ ਉੱਤੇ ਜੇ ਤਾਂ ਉਹ ਸ਼ਾਦੀ ਭਰਦੇ ਹੋਣਗੇ, ਫਿਰ ਕਰਾਂਗੇ ਗੱਲ। ਪਰ ਪਹਿਲਾਂ ਪਾਰਟੀ ਤੋਂ ਪੁੱਛਣਾ ਹੀ। ਇਹ ਪਾਰਟੀ ਤੋਂ ਪੁੱਛਣ ਵਾਲੀ ਗੱਲ 'ਚੋਂ ਨਾ ਥੋੜਾ ਜਿਹਾ ਇਤਰਾਜ਼ ਵਾਲੀ ਗੱਲ ਮੈਨੂੰ ਆਈ। ਪਤਾ ਨਹੀਂ ਹੁਣ ਜਾਂ ਤਾਂ ਜੇ ਢੀਂਡਸਾ ਸਾਹਿਬ, ਇੱਕ ਹੁੰਦਾ ਨਾ ਵੀ ਉਹ ਜਦੋਂ ਬਹੁਤ ਹੀ ਪੱਤੇ ਜਾਂ ਘੁੱਟ ਕੇ ਫੜੇ ਹੋਣ ਤੇ ਵਧੋ ਇਹ ਚੱਲ ਸੁੱਟ ਹੁਣ, ਨਹੀਂ ਚਲੋ ਤੂੰ ਸੁੱਟ, ਫਿਰ ਵੇਹਨੇ ਆ ਕੀ ਰਿਹਾ, ਉਹ ਪੱਤਿਆਂ ਵਾਲਾ ਕੰਮ ਹੋ ਗਿਆ ਜੀ। ਢੀਂਡਸਾ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਤੁਸੀਂ ਤਾਂ ਕਹਿੰਦੇ ਵੀ ਗੱਲਬਾਤ ਕੋਈ ਨਹੀਂ ਚੱਲਦੀ, ਤੇ ਉਹ ਤਾਂ ਕਹਿਣ ਡਿਆ ਕਲੀਅਰ ਕੱਟ ਕੈਪਟਨ ਸਾਹਿਬ ਨੇ ਫੇਕ ਕਹਿਦਾ ਵੀ ਉਹ ਆਪਣੇ ਨਾਲ। ਕਹਿੰਦੇ ਦੇਖੋ ਗੱਲ ਇਹ, ਮੈਂ ਇਹ ਕਿਹਾ ਸੀ ਵੀ ਕੈਪਟਨ ਸਾਹਿਬ ਨਾਲ ਗੱਲ ਨਹੀਂ ਹੋਈ ਕੋਈ ਮੇਰੀ, ਹਾਂ ਅਮਿਤ ਸ਼ਾਹ ਹੋਰਾਂ ਨਾਲ ਜ਼ਰੂਰ ਗੱਲ ਹੋਈ। ਕਹਿੰਦੇ ਚਲੋ ਇੰਨੀ ਗੱਲ ਮੰਨੇ। ਅੱਛਾ, ਦੂਜੀ ਗੱਲ ਕਹਿੰਦੇ ਵੀ ਦੇਖੋ ਕਾਰਨ ਆ ਵੀ ਹੁਣ ਪਾਰਟੀ ਨੂੰ ਤਾਂ ਪੁੱਛਣਾ ਪੈਣਾ। ਫਿਰ ਕਹਿੰਦੇ ਦਫ਼ਤਰ ਸਾਡਾ ਥੋੜ੍ਹਾ ਜਿਹਾ ਨਿੱਕਾ ਤੇ ਬੰਦੇ ਥੋੜ੍ਹੇ ਸੱਦੇ ਹੀ, ਤੇ ਬਾਕੀ ਅਜੇ ਰਹਿੰਦੇ ਆ, ਉਹਨਾਂ ਨਾਲ ਵੀ 2-4 ਮੀਟਿੰਗਾਂ ਅਜੇ ਹੋਣਗੀਆਂ, ਫਿਰ ਜਾ ਕੇ ਗੱਲ ਕਲੀਅਰ ਹੋਣੀ ਆ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਬੰਦੇ ਤਾਂ ਵੈਸੇ ਉਂਗਲਾਂ 'ਤੇ ਵੀ ਗਿਣੇ ਜਾ ਸਕਦੇ ਆ, ਤੇ ਦਫ਼ਤਰ ਬਹੁਤਾ ਨਿੱਕਾ ਨਹੀਂ ਲੈ ਰਿਹਾ ਜੇ 'ਚ ਇੰਨੇ ਬੰਦੇ ਵੀ ਨਹੀਂ ਆਉਂਦੇ ਵੀ ਇੱਕ ਮੀਟਿੰਗ ਕਰ ਸਕੀਏ। ਨਹੀਂ, ਜਦੋਂ ਅਸਲ 'ਚ ਉਹਨਾਂ ਦੀ ਪਾਰਟੀ ਨੇ ਆਕਾਰ ਲਿਆ, ਰੂਪ ਲਿਆ, ਵੱਡੀ ਹੋਣ ਲੱਗੀ ਆ, ਉਦੋਂ ਕੋਵਿਡ ਸੀ। ਅੱਛਾ, ਉਦੋਂ ਚੱਲਦਾ ਸੀ ਕੰਮ ਆਨਲਾਈਨ। ਇਹ ਪਤਾ ਨਹੀਂ ਸੀ ਕਿ ਫਿਜ਼ੀਕਲ ਮੀਟਿੰਗਾਂ ਇੰਨੀਆਂ ਹੋ ਜਾਣੀਆਂ ਤੇ ਸਾਨੂੰ ਵੱਡਾ ਥਾਂ ਚਾਹੀਦਾ। ਕੋਈ ਗੱਲ ਨਹੀਂ, ਬਥੇਰੇ ਮਿਲ ਜਾਂਦੇ ਵੈਸੇ ਚੰਡੀਗੜ੍ਹ ਮੁਹਾਲੀ। ਨਹੀਂ, ਜੇ ਮੰਨ ਲਓ ਆਨਲਾਈਨ ਹੀ ਚੱਲਦਾ ਸੀ ਕੰਮ, ਤੇ ਮੀਟਿੰਗ ਵੀ ਆਨਲਾਈਨ ਕਰ ਲੈਂਦੇ। ਉਹ ਜ਼ੂਮ ਜੇ ਤੇ 150-200 ਬੰਦਾ ਜੋੜ ਲੈਂਦੇ। ਉੱਥੇ ਦੇਖੋ ਗੱਲ ਇਹ ਹੁੰਦੀ ਆ, ਜਦੋਂ ਕੋਈ ਬੰਦਾ ਗੁੱਸੇ ਹੋਵੇ, ਨਹੀਂ ਪ੍ਰਧਾਨ ਜੀ ਉਹਲੇ ਹੱਥ ਘੁੱਟਣਾ ਹੁੰਦਾ ਹੀ, ਹਾਂ, ਜੱਫੀ ਪਾਉਣੀ ਹੁੰਦੀ ਆ, ਯਾਰ ਭਰਾ ਤੂੰ ਗੱਲ ਕਿਹੜੀ ਆ, ਆਪਾਂ ਤਾਂ ਜੇ ਬਹੁਤ ਵੱਡਾ, ਤੈਨੂੰ ਪਤਾ ਬੰਦੇ ਕਿੱਦਾਂ ਐਡਜਸਟ ਕਰ ਦਿੰਦੇ ਜਿਨ੍ਹਾਂ ਨਾਲ ਆਪਾਂ ਜੁੜਨ ਲੱਗੇ ਆ। ਹੁਣ ਪਤਾ ਇਹ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਹੈ, ਉਹਦੇ ਕਈ ਲੀਡਰ ਚਾਹੁੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਜਾਈਏ, ਅਸੀਂ ਭਾਜਪਾ ਨਾਲ ਨਾ ਜਾਈਏ। ਤੇ ਢੀਂਡਸਾ ਸਾਹਿਬ ਨੂੰ ਜਦੋਂ ਪੁੱਛਿਆ, ਉਹ ਕਹਿੰਦੇ ਜੀ ਨੱਕ ਬੜਾ ਉੱਚਾ ਉਹਨਾਂ ਦਾ, ਉਹ ਤਾਂ ਗੱਲ ਕਰਕੇ ਰਾਜ਼ੀ ਨਹੀਂ, ਉਹ ਤਾਂ ਪੁੱਛਦੇ ਹੀ ਨਹੀਂ। ਉਹਨਾਂ ਨੂੰ ਐਂ ਲੱਗਦਾ ਕਿ ਸਾਡੀ ਸਰਕਾਰ ਵੱਟ 'ਤੇ ਪਈ ਹੈ, ਨਾਲੇ ਸਾਨੂੰ ਉਹਨਾਂ ਤੋਂ ਮਸਲਿਆਂ ਦੀ ਬਹੁਤੇ ਹੱਲ ਦੀ ਆਸ ਨਹੀਂ, ਹੱਲ ਇੱਧਰੋਂ ਹੋਣੇ, ਇਸ ਕਰਕੇ ਅਸੀਂ ਇੱਧਰ ਤਰਜੀਹ ਦਿੰਦੇ ਹਾਂ। ਇਹਦੇ ਵਿੱਚੋਂ ਪਤਾ ਲੱਗਾ ਕਿ ਕੁਝ ਲੀਡਰ ਜਿਹੜੇ ਆ ਢੀਂਡਸਾ ਸਾਹਿਬ ਦੀ ਪਾਰਟੀ ਦੇ, ਜਿੱਦਾਂ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਹਲਕਾ ਨੰਗਲ ਵਾਲਾ, ਹੁਣ ਉੱਥੇ ਭਾਰਤੀ ਜਨਤਾ ਪਾਰਟੀ ਵੀ ਚੋਣ ਲੜਦੀ ਹੈ, ਉਹਨੂੰ ਪੰਥਕ ਹਲਕਾ ਮੰਨ ਕੇ ਇਹਨਾਂ ਦੇ ਵੀ ਬੰਦੇ ਚਾਹੁੰਦੇ ਆ ਕਿ ਇਲੈਕਸ਼ਨ ਉੱਥੋਂ ਅਸੀਂ ਲੜੀਏ ਤੇ ਉਮੀਦਵਾਰ ਅਸੀਂ ਹੋਈਏ। ਇੱਦਾਂ ਦੇ 4 ਹਲਕੇ ਨੇ ਜਿੱਥੋਂ ਪੇਚਾ ਫਸ ਜਾਣਾ ਕਿ ਭਾਈ ਉਹ ਹਲਕਾ ਜਾਵੇ ਕਿਹਨੂੰ, ਉਹ ਬੰਦੇ ਇਤਰਾਜ਼ ਕਰਦੇ ਆ। ਤੇ ਢੀਂਡਸਾ ਸਾਹਿਬ ਇਸ ਗੱਲੋਂ ਬਹੁਤ ਬਚ ਕੇ ਚੱਲਦੇ ਆ ਕਿ ਭਾਈ ਅਸੀਂ ਖਲਾਰਾ ਨਹੀਂ ਚਾਹੁੰਦੇ ਵੀ ਗੱਠਜੋੜ ਵੀ ਹੋ ਜਾਵੇ, ਬੰਦਾ ਵੀ ਕੋਈ ਛੱਡ ਕੇ ਨਾ ਜਾਵੇ, ਪਾਰਟੀ ਦੇ ਵਿੱਚ ਫੁੱਟ ਵੀ ਨਾ ਪਵੇ। ਵੈਸੇ ਢੀਂਡਸਾ ਸਾਹਿਬ ਦੀ ਪਾਰਟੀ ਦੇ ਕਈ ਲੀਡਰਾਂ ਨੇ ਕਿਹਾ ਕਿ ਤੱਤਾ ਕੰਮ ਅਜੇ ਪਿੰਡਾਂ ਦੇ ਵਿੱਚ ਲੋਕ, ਜੇ ਤੁਸੀਂ ਕਹੋ ਕਿ ਭਾਰਤੀ ਜਨਤਾ ਪਾਰਟੀ ਦੇ ਗੱਡੇ ਤੇ ਸਵਾਰ ਹੋ ਕੇ ਜਾਤੂ ਨੂੰ ਹੱਥ ਪਾ ਕੇ ਪ੍ਰੈਣੀ ਫੜ ਕੇ, ਤਾਂ ਵੀ ਅਸੀਂ ਗੱਡਾ ਵੀ ਹਾਲਣਾ ਹੀ, ਇਹ ਨਹੀਂ ਹੈ। ਮਤਲਬ ਉਹ ਕਹਿੰਦੇ ਗੱਡੇ ਦੇ ਸਲੈਂਸਰ ਤੇ ਵੀ ਲਿਖਿਆ ਹਾਏ ਤਾਤਾ, ਹਾਏ ਤਾਤਾ। ਅੱਛਾ, ਇੱਕ ਗੱਲ ਹੋਰ ਮੈਂ ਸੋਚਦਾ ਵੀ ਜੇ ਤੇ ਇਹਨਾਂ ਦਾ ਗੱਠਜੋੜ ਨਹੀਂ ਬਹਿ ਰਿਹਾ, ਸੀਟਾਂ ਦਾ ਹਿਸਾਬ ਕਿਤਾਬ ਨਹੀਂ ਬਹਿੰਦਾ, ਮਾਈਆਂ ਕਿਸੇ ਵੇਲੇ ਪਿੰਡਾਂ 'ਚ ਗੱਲਾਂ ਕਰਦੀਆਂ ਨੇ ਵੀ ਹਾਏ ਹਾਏ ਨਹੀਂ ਕੁੜੇ, ਪਤਾ ਨਹੀਂ ਇਹਨੇ ਕਿਹਦਾ ਜੂਠਾ ਖਾ ਲਿਆ ਹੈ ਨਾ, ਵੀ ਜੂਠਾ ਖਾਣ ਨਾਲ ਕੋਈ ਲੱਗਦਾ ਹੋਊ ਵੀ ਸ਼ਾਇਦ ਉਹਦੇ ਨਾਲ ਕੋਈ ਅਸਰ ਹੋ ਜਾਂਦਾ। ਮੈਂ ਤਾਂ ਕਿਹਾ ਵੀ ਕਿਤੇ ਜਸਵੀਰ ਸਿੰਘ ਗੜੀ ਹੋਰਾਂ ਨੂੰ ਖਾਣੇ ਤੇ ਸੱਦਣ, ਹੈ ਨਾ, ਉਹਨਾਂ ਦਾ ਕੋਈ ਇੱਧਰੋਂ ਉੱਧਰੋਂ ਕੋਈ ਰਲ ਮਿਲ ਕੇ ਕੋਈ ਖਾਂਦਿਆਂ ਖੁੰਦਿਆਂ ਕਿਤੇ ਕੋਈ ਗੱਲ ਬਣੇ, ਤੇ ਫਿਰ ਉਹ ਸ਼ਾਇਦ ਕੋਈ ਸਮਝਾਏ। ਉਹ ਨਹੀਂ, ਜਦੋਂ ਗੱਠਜੋੜ ਕਰ ਲਈਏ ਉਦੋਂ ਇੱਦਾਂ ਹੀ ਕਰੀਦਾ ਹੁੰਦਾ ਵੀ ਜੇ ਮੰਨ ਲਓ ਬੰਦਾ ਵੀ ਖੜਾ ਕਰਤਾ, ਉਹਨੇ ਪੋਸਟਰ ਵੀ ਛਪਾ ਲਏ, ਬਹਿ ਜਾ ਵੀ ਹੋ ਗਈ, ਇੱਕ ਅੱਧੀ ਰੈਲੀ ਵੀ ਕਰਤੀ, ਜੇ ਫਿਰ ਵੀ ਉਮੀਦਵਾਰ ਵਾਪਸ ਲੈ ਕੇ ਤੇ ਉਦੋਂ ਬਾਅਦ ਕਿਸੇ ਹੋਰ ਨੂੰ ਸੀਟ ਦੇਣੀ, ਦੇ ਇਹਨੂੰ ਕਹਿੰਦੇ ਗੱਠਜੋੜ ਧਰਮ। ਮੇਰੇ ਖਿਆਲ ਨਾਲ ਜੇ ਨਹੀਂ ਸੈੱਟ ਆਉਂਦਾ ਤੇ ਉਹਨਾਂ ਨੂੰ ਸੱਦ ਕੇ ਕਰ ਲੈਣ। ਲਚਕੀਲਾਪਣ ਚਾਹੀਦਾ ਕਹਿੰਦੇ। ਹੁਣ ਤੁਸੀਂ ਦੇਖੋ, ਮੇਰੇ ਨਾ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਸੀ, ਬੜੀ ਚਰਚਾ ਚੱਲਦੀ ਸੀ ਕਿ ਭਗਵੰਤ ਮਾਨ ਸਾਹਿਬ ਨੂੰ ਫੋਨ ਆਇਆ, ਟੈਲੀਫੋਨ ਤੇ ਫੋਨ, ਉਹਨਾਂ ਦੇ ਟੈਲੀਫੋਨ ਤੇ ਆਇਆ। ਹਾਂ, ਇਹ ਬੜੀ ਹੈਰਾਨੀ ਵਾਲੀ ਗੱਲ, ਟੈਲੀਫੋਨ ਤੇ ਫੋਨ ਆ ਗਿਆ, ਦੱਸੋ ਹੈ। ਉਹਨਾਂ ਚੱਕ ਲਿਆ, ਉਹਨਾਂ ਨੇ ਹੁਣ ਆਪ ਲਾਇਆ ਕਿ ਭਾਈ ਮੰਤਰੀ ਪਦ ਲੈ ਲਓ, ਤੁਸੀਂ ਆਓ ਇੱਧਰ। ਤੁਸੀਂ ਦੇਖੋ, ਭਗਵੰਤ ਮਾਨ ਸਾਹਿਬ ਵੀ ਪੰਜਾਬੀ, ਭਗਵੰਤ ਮਾਨ ਸਾਹਿਬ ਵੀ MP, ਭਗਵੰਤ ਮਾਨ ਸਾਹਿਬ ਵੀ ਸੰਗਰੂਰ ਦੇ। ਢੀਂਡਸਾ ਸਾਹਿਬ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੋਣਾ ਕਿ ਸੌਖੇ ਨਾ ਚੱਲ ਜਾਈਏ, ਥੋੜ੍ਹਾ ਜਿਹਾ ਫਸ ਕੇ ਜਾਈਏ ਗਾਂ ਨੂੰ, ਕਿ ਜਾ ਕੇ ਉੱਥੇ ਕਹੀਏ ਕਿ ਇੱਕ MP ਨੂੰ ਤਾਂ ਮੰਤਰੀ ਬਣਾਉਣ ਨੂੰ ਫਿਰਦੇ ਹੋ, ਉਹ ਵੀ ਪੰਜਾਬ ਦਾ MP, ਮੈਂ ਵੀ ਪੰਜਾਬ ਦਾ MP, ਉਹ ਵੀ ਬੰਦਾ ਸੰਗਰੂਰ ਦਾ, ਮੈਂ ਵੀ ਬੰਦਾ ਸੰਗਰੂਰ ਦਾ, ਉਹ ਵੀ ਪਾਰਟੀ ਪ੍ਰਧਾਨ, ਮੈਂ ਵੀ ਪਾਰਟੀ ਪ੍ਰਧਾਨ, ਉਹਨਾਂ ਕੋਲ ਵੀ ਕੁਝ ਇੱਕ MLA, ਮੇਰਾ ਬੇਟਾ ਵੀ MLA।
ਇਸ ਕਰਕੇ ਕੋਈ ਗੱਲ ਨਹੀਂ, ਗੱਠਜੋੜ ਪੱਕਾ, 2 ਸੀਟਾਂ ਭਾਵੇਂ ਵਿਧਾਨ ਸਭਾ ਦੀਆਂ ਘੱਟ ਦੇ ਦਿਓ, ਮਰ ਜੀ ਕੇਂਦਰ ਸਰਕਾਰ ਦੇ ਵਿੱਚ ਕੁਝ ਕੁਰਸੀ ਤਾਂ ਦਿਓ ਨਾ। ਹਾਂ ਨਹੀਂ ਇਹ ਹੋ ਸਕਦਾ। ਵੈਸੇ ਗੱਲ ਕਰਦੇ ਆ ਨਾ ਵੀ ਜੀਤਾ ਨਹੀਂ ਹੁੰਦਾ ਹੀ ਆ। ਦੇਖੋ ਜਦੋਂ ਗੱਲ ਹੋਏ ਨਾ ਬਰਾਬਰ ਦੀ, ਉਦੋਂ ਫਿਰ ਇਹ ਵਿਆਹ ਤੇ ਹੈ ਤੇ ਕੰਮ ਨਾਉਂਗੇ ਵਾਲਾ ਹੀ। ਉਹ ਕਹਿੰਦੇ ਮਾਮੀ ਦਾ ਸੂਟ ਉਹ ਜਿਹੜਾ ਉਹ 700 ਵਾਲਾ ਲਾਇਆ ਤੇ ਇੱਧਰ 500 ਵਾਲਾ, ਇਦਾਂ ਕਿਦਾਂ ਕਿਹੜੀ ਲੈਣੀ ਕਿਹੜੀ ਲੈ ਲਾਵੇ ਹੋ ਜੀ। ਪਰ ਚਲੋ ਭਗਵੰਤ ਮਾਨ ਹੋਰਾਂ ਦਾ ਚੇਤਾ ਆਇਆ, ਆਪਾਂ ਦੱਸ ਦਈਏ ਵੀ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੇ ਨਾਲ ਤੁਸੀਂ ਐਕਸਕਲੂਸਿਵ ਗੱਲਬਾਤ ਜਿਹੜੀ ਸੁਣੋਗੇ। ਆਹ ਜਿਹੜਾ ਸਵਾਲ ਸੀਗਾ ਵੀ ਉਹਨਾਂ ਨੂੰ ਫੋਨ ਆਇਆ, ਕੀ ਕਿਹਾ ਉਹਨਾਂ ਨੇ, ਤੇ ਫਿਰ ਗੱਲ ਕਿੱਥੇ ਜਾ ਕੇ ਨਿਬੜੀ ਆ, ਇਹ ਗੱਲ ਵੀ ਉਹਨਾਂ ਨੂੰ ਪੁੱਛ ਲਈ ਸੀ। ਜਵਾਬ ਉਹਨਾਂ ਦਾ ਬੜਾ ਇੰਟਰਸਟਿੰਗ ਆ। ਹੋਰ ਵੀ ਬਹੁਤ ਸਾਰੇ ਮਸਲੇ ਨੇ, ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲੈਣੇ ਜੀ ਇਸ ਪ੍ਰੋਗਰਾਮ ਤੋਂ ਬਾਅਦ, ਤੇ ਫਿਰ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਜਾਏਗਾ ਆਮ ਆਦਮੀ ਪਾਰਟੀ ਨਾਲ ਰਿਲੇਟਡ ਐਂਡ ਭਗਵੰਤ ਮਾਨ ਨਾਲ ਰਿਲੇਟਡ। ਇੱਕ ਸੰਧਾਲੀਆ ਸਾਹਿਬ ਮੇਰੇ ਮਨ ਦੇ ਵਿੱਚ ਗੱਲ ਹੋਰ ਆਉਂਦੀ ਸੀ, ਜਦੋਂ ਦਾ ਭਗਵੰਤ ਮਾਨ ਹੋਰੀ ਕਹਿੰਦੇ ਕਿ ਮੈਨੂੰ ਫੋਨ ਆਇਆ ਟੈਲੀਫੋਨ ਤੇ, ਉਦੋਂ ਦੇ ਕਿੰਨੇ ਹੀ ਪੰਜਾਬ ਦੇ ਲੀਡਰ ਕਿੰਨੀਆਂ ਹੀ ਪਾਰਟੀਆਂ ਦੇ ਟੈਲੀਫੋਨ ਮੂਹਰੇ ਰੱਖ ਕੇ ਬੈਠੇ ਹੋਣੇ, ਯਾਰ ਇਸ ਟੈਲੀਫੋਨ ਦੇ ਉੱਤੇ ਮੈਨੂੰ ਤਾਂ ਫੋਨ ਆ ਜਾਵੇ। ਕਿਉਂਕਿ ਭਗਵੰਤ ਹੋਰੀ ਕਹਿੰਦੇ ਨਾ ਕਿ ਮੈਂ ਤਾਂ ਜਵਾਬ ਦੇ ਦਿੱਤਾ, ਉਹ ਕਹਿੰਦੇ ਹੋਣੇ ਉਹਨੇ ਜਵਾਬ ਦੇ ਦਿੱਤਾ ਤੇ ਦੇਤਾ ਹੋਊਗਾ, ਅਸੀਂ ਥੋੜੀ ਜਵਾਬ ਦੇਣਾ, ਨਾਲੇ ਘਰ ਟੈਲੀਫੋਨ ਤੇ ਫੋਨ ਆਉਣਾ। ਨਹੀਂ ਨਾਲ ਇਹ ਵੀ ਹੋ ਸਕਦਾ ਵੀ ਕਿਸੇ ਵੇਲੇ ਹੁੰਦਾ ਵੀ ਸਾਇਲੈਂਟ ਕਰ ਲੈਂਦਾ ਬੰਦਾ, ਉਹ ਤੇ ਇਹ ਵੀ ਹੋ ਸਕਦਾ ਵੀ ਕਿਤੇ ਉਹੋ ਜਿਹੇ ਥਾਂ ਵੀ ਜਾਂਦੇ ਹੋਣ ਤੇ ਉਦੋਂ ਜਾਂਦੇ ਨੇ, ਨਹੀਂ ਆਪਣਾ ਜਿਹੜਾ ਨਾਲ ਦਾ ਬੰਦਾ, ਤੂੰ ਇੱਥੇ ਗੱਡੀ 'ਚ ਰਹਿਣਾ ਹੀ, ਤੂੰ ਫੋਨ ਰਿੰਗ ਤੇ ਰੱਖਣਾ ਹੀ। ਨਹੀਂ ਆਵਾਜ਼ ਫੁੱਲ ਕਰ ਦੇ ਇਹਦੀ, ਇਹਦੀ ਆਵਾਜ਼ ਫੁੱਲ ਕਰ ਦੇ, ਗਾਣਾ ਗੂਣਾ ਕੋਈ ਨਹੀਂ ਗੱਡੀ 'ਚ ਲਾਉਣਾ, ਕਿਸੇ ਵੇਲੇ ਸੁਣਦਾ ਹੀ ਨਹੀਂਗਾ। ਇਸ ਕਰਕੇ ਚੱਲਦਾ ਰਹਿਣਾ ਚਾਹੀਦਾ, ਜਦੋਂ ਆਵੇ ਤੂੰ ਪਹਿਲੀ ਰਿੰਗ ਤੇ ਚੱਕ ਕੇ ਨਾਲ ਹੀ ਕਹਿਣਾ ਵੀ ਸਾਹਿਬ ਹੁਣੇ ਬੋਲਦੇ ਆ ਜੀ। ਇੱਕ ਹੋਰ ਵੀ ਹੋ ਸਕਦਾ, ਜੇ ਕਿਤੇ ਵਿੱਚ ਉਸੇ ਟੈਲੀਫੋਨ ਤੇ ਫੋਨ ਘਰੋਂ ਆ ਜਾਵੇ, ਉਹ ਯਾਰ ਕੀ ਤੁਸੀਂ ਤੀਜੇ ਮਿੰਟ ਲੱਗੇ ਰਹਿੰਦੇ ਆ, ਤੁਹਾਨੂੰ ਕਿਹਾ ਮੈਸੇਜ ਕਰਦਿਆ ਕਰੋ, ਇੰਨੇ ਚਿਰ ਨੂੰ ਅਗਲੇ ਫੋਨ ਕਰ ਦੇਣਾ, ਮੇਰਾ ਬਿਜ਼ੀ ਆ ਜਾਵੇ, ਉਹ ਕਿਸੇ ਹੋਰ ਨੂੰ ਕਰ ਲੈਣ, ਮੈਂ ਤਾਂ ਕਿਸੇ ਪਾਸੇ ਜੋ ਕਰ ਰਿਹਾ ਨਹੀਂ, ਹੁਣ ਕੁਰਸੀ ਦੇ ਮੈਂ ਨੇੜੇ ਲੱਗਦਾ ਹੀ ਹੈ ਨਾ। ਉਹਨਾਂ ਕਹਿਣਾ ਵੀ ਕਾਲ ਵੇਟਿੰਗ ਆਉਂਦੀ ਸੀ ਤੇਰੀ ਪਈ, ਅਸੀਂ ਤਾਂ ਕੀਤਾ ਤੂੰ ਹੁਣ ਵੇਟ ਕਰ। ਚਲੋ ਕੁੱਲ ਮਿਲਾ ਕੇ ਇਹਦਾ ਮਤਲਬ ਉਹਨੇ ਦਿਨ ਹੁਣ ਫਿਰ ਗੰਢੇ ਆਲੂ ਮਟਰ ਲਿਆਉਣ ਦੇ ਲਈ ਮੈਸੇਜ ਹੀ ਹੋਊਗਾ WhatsApp ਤੇ, ਹੈਲੋ ਕਿੱਥੇ ਹੋ, ਫੋਨ ਤੇ ਨਹੀਂ ਆਇਆ। ਨਹੀਂ ਤਾਂ ਹੋ ਸਕਦਾ ਗੰਢੇ ਲੈਣਾ, ਪਿਆਜ਼ ਥੋੜੀ, ਕਈਆਂ ਨੇ ਇੰਨੇ ਕਾਲੇ ਪੈ ਜਾਣਾ ਉਹਨੇ ਆਪ ਕਰ ਲੈਣਾ ਜੀ ਤੁਸੀਂ ਮਿਸ ਕਾਲ ਮਾਰੀ ਸੀ। ਵੈਸੇ ਗੱਲ ਹੀ ਆ, ਇਹ ਵੀ ਹੋ ਸਕਦਾ। 2 ਦਿਨ ਡੀਕਾ ਜਾਣਾ, ਮੁੜ ਕੇ ਜਦੋਂ ਵੇਖਿਆ ਵੀ ਯਾਰ ਹੋਰ ਤੇ ਆ ਨਹੀਂ ਰਿਹਾ, ਹੈਲੋ ਤੁਹਾਡਾ ਫੋਨ ਆਇਆ ਸੀ, ਗਲਤ ਲੱਗ ਜਾਣਾ, ਰੌਂਗ ਨੰਬਰ, ਮੈਂ ਉਦੋਂ ਫਲਾਨਾ ਬੋਲਦਾ ਹੀ, ਉੱਦਾਂ ਮੈਂ ਫਲਾਨਾ ਬੋਲਦਾ। ਅੱਜ ਕੱਲ੍ਹ ਤੇ ਮੈਂ ਵਿਹਲਾ ਹੀ ਆ, ਮੈਂ ਵੈਸੇ ਸੋਚਦਾ ਵੀ ਚਲੋ ਮੈਂ ਕੁਦਰਤੀ ਕਿਤੇ ਲੱਗ ਗਿਆ ਹੋਣਾ ਫੋਨ। ਅੱਛਾ ਤੁਸੀਂ ਨਹੀਂ ਲਾਇਆ ਫਿਰ ਫੋਨ। ਚਲੋ ਸੰਧਾਲੀਆ ਸਾਹਿਬ ਹੁਣ ਨਾ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਬਿਲਕੁਲ ਗਲਤ ਹੈ। ਕੀ ਭਗਵੰਤ ਮਾਨ ਹੋਰੀ ਕਹਿੰਦੇ ਠੀਕ ਨਹੀਂ ਕਹਿ ਰਹੇ, ਸਾਡੇ ਕੋਈ ਬੰਦੇ ਟੈਲੀਫੋਨ ਨਹੀਂ ਕਰਦੇ, ਸਾਡੇ ਕੋਲੇ ਬਹੁਤ ਬੰਦੇ ਨੇ, ਅਸੀਂ ਕੋਈ ਫੋਨ ਨਹੀਂ ਕੀਤਾ, ਜੇ ਫੋਨ ਕੀਤਾ ਤਾਂ 4 ਦਿਨ ਗੱਲ ਲੁਕੋ ਕੇ, ਜਾਣੀ ਇਧਰੋਂ ਉਧਰੋਂ ਗੱਲਾਂ ਸਾਰੀਆਂ ਕੀਤੀਆਂ। ਕਹਿੰਦੇ ਨਾ ਅਸੀਂ ਕਦੇ ਇਦਾਂ ਦਾ ਕੰਮ ਕਰਦੇ ਹੀ ਨਹੀਂ। ਪਤਾ ਹੀ ਗੱਲ ਹੈ, ਹਾਂਜੀ, ਇਹਨਾਂ ਵਿਚਾਰਿਆਂ ਦੇ ਯਕੀਨ ਨਹੀਂ ਕਰਨਾ ਕਿਸੇ ਨੇ, ਕਿਉਂਕਿ ਉਹਦੇ ਇੱਥੇ ਮੇਰੇ ਖਿਆਲ ਨਾਲ ਜਿੱਦਣ ਉਹ ਐਲਾਨ ਹੋਇਆ ਉਹਦੇ ਹਨੇਰੇ ਤੱਕ ਇਹ ਗੱਲ ਕਹਿੰਦੇ ਨਾ ਇਹ ਕਾਨੂੰਨ ਬਿਲਕੁਲ ਹੱਕ 'ਚ ਬਣੇ ਆ, ਵਾਪਸ ਹੋ ਨਹੀਂ ਸਕਦੇ। ਕਿੱਦਾਂ ਵਾਪਸ ਹੋ ਸਕਦੇ? ਹੋ ਸਕਦਾ ਘਰੋਂ ਹੀ ਕਿਸੇ ਨੇ ਕਹਿ ਗਿਆ 1 ਮਿੰਟ ਚੁੱਪ ਕਰੋ, ਟੀਵੀ ਤੇ ਵੇਖ ਲਓ ਮੋਦੀ ਸਾਹਿਬ ਬੋਲਣ ਡਿਆ, ਉਹ ਕਹਿੰਦੇ ਰੱਦ ਕਰਤੇ। ਅੱਛਾ ਫਿਰ ਚਲੋ ਇਦਾਂ ਮੰਨ ਲੈਂਦੇ, ਹੁਣ ਹੋ ਹੀ ਸਕਦੇ ਆ, ਕਿਹੜੀ ਹੋ ਹੀ ਸਕਦੇ, ਕਿੱਡੀ ਗੱਲ ਹੈ, ਅਸੀਂ ਕੀਤੇ ਆ ਰੱਦ। ਉਹ ਇਸ ਕਰਕੇ ਜਦੋਂ ਫੋਨ ਦਿੱਲੀੋਂ ਆਇਆ ਉਹਨਾਂ ਵਿਚਾਰੇ ਪੰਜਾਬ ਵਾਲਿਆਂ ਨੂੰ ਨਾ ਪਤਾ ਲੱਗਾ ਉਸ ਹਿਸਾਬ 'ਚ ਹੁਣ ਕੀ ਕਰਨ ਉਹ ਵਿਚਾਰੇ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ, ਪਰ ਇਹ ਵੀ ਇੱਕ ਮਸਲਾ ਹੀ ਆ। ਦੇਖੋ ਭਗਵੰਤ ਮਾਨ ਹੋਰੀ ਕਹਿੰਦੇ ਫੋਨ ਆਇਆ, ਉਹ ਕਹਿੰਦੇ ਫੋਨ ਸਾਡੇ ਬੰਦੇ ਕਰ ਹੀ ਨਹੀਂ ਸਕਦੇ। ਭਗਵੰਤ ਮਾਨ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲ ਨੰਬਰ ਬਣਾਉਣ ਲਈ, ਉਹਨਾਂ ਤੇ ਦਬਾਅ ਪਾਉਣ ਲਈ ਗੱਲ ਕਰਦਾ। ਹੁਣ ਇਹ ਮਸਲਾ ਆ, ਹੱਲ ਕਿੱਥੋਂ ਕਰਾਈਏ? ਨਹੀਂ ਇਹਦਾ ਹੱਲ ਭਗਵੰਤ ਮਾਨ ਹੋਰਾਂ ਦੱਸਿਆ ਉਹ ਵੀਡੀਓ 'ਚ, ਉਹ ਕਹਿੰਦੇ ਵੀ ਇੱਕ ਸਕੀਮ ਹੈ ਬੀਜੇਪੀ ਕੋਲ ਜਿਹੜੀ ਉਹ ਹਰੇਕ ਤੇ ਵਰਤਦੇ। ਇਹ ਹੁਣ ਮੈਂ ਦੱਸਣੀ ਨਹੀਂ, ਉਹਦੇ 'ਚ ਸੁਣਨ ਵਾਲੀ ਹੈ, ਵਾਕਿਆ ਸਕੀਮ ਸਹੀ ਹੋ ਜੀ, ਉਹ ਸਕੀਮ ਇਦਾਂ ਹੀ ਆ। ਮੈਨੂੰ ਉਹਨਾਂ ਦੀ ਇੱਕ ਗੱਲ ਹੋਰ ਵੀ ਬੜੀ ਵੈਸੇ, ਕਿਉਂਕਿ ਜਦੋਂ ਦੇ ਉਹ ਮਿੱਠੀਆਂ ਮਿਰਚਾਂ ਵਾਲਾ ਕੰਮ ਕਰਦੇ ਹੁੰਦੇ ਸੀ, ਜੁਗਨੂ ਹਾਜ਼ਰ ਹੈ, ਉਹ ਸਾਰੀ ਚੀਜ਼ ਦੇ ਵਿੱਚ ਗੱਲ ਬੜੀ ਜੋੜਦੇ ਹੁੰਦੇ ਸੀ। ਇਹਦੇ ਵਿੱਚ ਵੀ ਜਦੋਂ ਕਹਿੰਦੇ ਉਹਨਾਂ ਨੂੰ ਐਂ ਲੱਗਾ ਮੈਂ ਕਮਿਸ਼ਨ ਤੇ ਆ, ਮੈਂ ਕਮਿਸ਼ਨ ਤੇ ਨਹੀਂ, ਮੈਂ ਮਿਸ਼ਨ ਤੇ ਆ, ਮੈਂ ਨਹੀਂ ਜਾਂਦਾ, ਮੈਂ ਪਾਰਟੀ ਬਣਾਈ ਆ, ਪਾਰਟੀ 20 ਮਤਭੇਦ ਹੋਣਗੇ ਸਾਡੇ, ਐ ਨਹੀਂ ਕਰਨੀ ਉਹ ਨਹੀਂ ਕਰਨੀ, ਬੜੇ ਹੀ ਜਾਣੀ। ਵੈਸੇ ਇੱਕ ਵਾਰੀ ਤਾਂ ਰੌਲਾ ਰੱਪਾ ਜਿਹਾ ਉਹਨਾਂ ਨੇ ਪਵਾਤਾ। ਉਹਨਾਂ ਨੇ ਇਹ ਵੀ ਕਹਿਤਾ ਕਿ ਸਾਡੇ ਕਈ MLAs ਨੂੰ ਵੀ ਫੋਨ ਆਉਂਦੇ ਆ, ਸਪੋਕਸਪਰਸਨ ਨੂੰ ਵੀ ਫੋਨ ਆਉਂਦੇ ਆ, ਜਿਹੜੇ ਸਾਡੀ ਪਾਰਟੀ ਦੇ ਬੁਲਾਰੇ ਨੇ, ਕਿ ਭਾਈ ਤੁਸੀਂ ਇੱਧਰਲੇ ਪਾਸੇ ਆ ਜਾਓ। ਰੌਲਾ ਬਹੁਤ ਪੈ ਗਿਆ, ਇਹਦਾ ਅੰਤ ਕਿੱਥੇ ਜਾ ਕੇ ਹੋਣਾ ਦੇਖਦੇ ਆ। ਹੋ ਜਾਣਾ ਜਿੱਦਣ ਚੋਣ ਜਾਬਤਾ ਲੱਗ ਗਿਆ ਉਦਣ ਅੰਤ ਹੀ ਅੰਤ ਹੈ, ਕਿਉਂਕਿ ਚੋਣ ਜਾਬਤਾ ਹੀ ਕਈ ਡੀਕਣ ਡਿਆ। ਉਹ ਕਹਿੰਦੇ ਵੀ ਇੱਕ ਤਰ੍ਹਾਂ ਲੱਗੇ ਸਹੀ ਯਾਰ, ਕਿਸੇ ਪਾਸੇ ਗੱਲ ਲਾਉਣ ਵਾਲੇ ਬਣੀਏ, ਇੱਧਰੋਂ ਤੇ ਕੁਛ ਗੱਲ ਬਣ ਨਹੀਂ ਰਹੀ। ਹੁਣ ਉੱਧਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਮੈਂ ਹੁਣ ਪੰਜਾਬ 'ਚ ਸੇਵਾ ਕਰਨੀ ਹੈ, ਹਾਈ ਕਮਾਂਡ ਨੇ ਥਾਪੀ ਦਿੱਤੀ ਹੈ, ਉਹਨਾਂ ਨੇ ਆਗਿਆ ਦੇ ਦਿੱਤੀ ਹੈ, ਕਹਿੰਦੇ ਜਾ ਕੇ ਪੰਜਾਬ ਸੰਭੋ। ਤੇ ਕਾਦੀਆਂ ਤੋਂ ਚੋਣ ਲੜਦਾ ਰਿਹਾ, ਕਾਦੀਆਂ ਮੇਰਾ ਆਪਣਾ ਵਿਧਾਨ ਸਭਾ ਹਲਕਾ, ਕਾਦੀਆਂ ਵਾਲਿਓ ਮੈਂ ਹੁਣ ਆ ਰਿਹਾ, ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਐਂ ਲਿਖ ਕੇ ਫਿਰ ਕਾਦੀਆਂ ਨੂੰ ਤੁਰੇ ਨੇ। ਦੇਖੋ ਪੰਜਾਬੀ ਦੇ 2 ਸ਼ਬਦ ਆ, ਇੱਕ ਥਾਪੀ ਤੇ ਇੱਕ ਧੌਲ। ਹੁਣ ਥਾਪੀ ਤੇ ਉਹਨਾਂ ਨੂੰ ਦਿੱਤੀ ਕਾਂਗਰਸ ਹਾਈ ਕਮਾਂਡ ਨੇ ਦਿੱਲੀੋਂ, ਵੀ ਬਾਜਵਾ ਸਾਹਿਬ ਤੁਸੀਂ ਚੱਲਣਾ ਹੈ, ਤੁਸੀਂ ਹੁਣ ਇੱਕ ਤੇ ਜਿਹੜੀ ਮੈਨੀਫੈਸਟੋ ਕਮੇਟੀ ਇਹਦੀ ਚੇਅਰਮੈਨਸ਼ਿਪ ਤੁਹਾਨੂੰ ਦਿੱਤੀ, ਤੁਸੀਂ ਹੁਣ ਤਗੜੇ ਹੋ ਕੇ ਬਣਾਓ ਮੈਨੀਫੈਸਟੋ, ਤੇ ਉਦੋਂ ਬਾਅਦ ਆਪਾਂ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਨੀ।
ਉੱਥੋਂ ਥਾਪੀ ਲੈ ਕੇ ਆਣ ਕੇ ਉਹਨਾਂ ਨੇ ਆਪਣੇ ਭਰਾ ਦੇ ਧੌਲ ਮਾਰਤੀ ਆਉਂਦੇ ਕਿੱਧਰ ਕਹਿੰਦੇ ਕਾਦੀਆਂ ਆਪਣਾ ਉਹ ਕਹਿੰਦੇ ਜੀ ਪੱਤਰਕਾਰ ਭਾਈ ਆਪਣਾ ਪੁੱਛਣਾ ਤਾਂ ਕਹਿੰਦੇ ਨਹੀਂ ਇੱਦਾਂ ਕਿੱਦਾਂ ਬਾਜਵਾ ਸਾਹਿਬ ਉਹਦੇ ਤੁਹਾਡੇ ਆਪਣੇ ਵੀਰ ਨੇ ਦੱਸੋ ਤੁਸੀਂ ਇੱਦਾਂ ਉਹਦਾ ਕਹਿੰਦੇ ਰੱਬ ਜਾਣੇ ਆਪਣਾ ਹਲਕਾ ਕਾਦੀਆਂ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ ਰੌਲਾ ਕਿੰਨਾ ਪਊਗਾ। ਨਹੀਂ ਪਰ ਮੈਂ ਇੱਥੋਂ ਇਹ ਗੱਲ ਸੋਚਦਾ ਸੀ ਵੀ ਜਦੋਂ ਇਹ ਗੱਲ ਹੋਈ ਹੋਊਗੀ ਫਤਿਹ ਜੰਗ ਸਿੰਘ ਬਾਜਵਾ ਸਾਹਿਬ ਉਹਨਾਂ ਦੇ ਭਰਾ ਤਾਂ ਉਹਨਾਂ ਫਿਰ ਦਿੱਲੀ ਫੋਨ ਲਾਇਆ ਤੁਸੀਂ ਚੰਗੀ ਥਾਪੀ ਦਿੱਤੀ ਆ ਮਹਾਰਾਜ। ਨਹੀਂ ਉਹ ਦਿੱਲੀ ਨਹੀਂ ਲਾਉਂਦੇ, ਹਾਂ ਉਹ ਹੁਣ ਨਵਜੋਤ ਸਿੰਘ ਸਿੱਧੂ ਨੂੰ ਫੋਨ ਲਾਉਂਦੇ ਆ। ਤੁਸੀਂ ਪੇਚਾ ਦੇਖੋ ਕਿੱਦਾਂ ਪੈਣਾ ਹੁਣ ਪਿਛਲੇ ਸਮੇਂ 'ਚ ਹੋਇਆ ਕਿ 2012 ਤੱਕ ਪ੍ਰਤਾਪ ਸਿੰਘ ਬਾਜਵਾ ਇਸੇ ਕਾਦੀਆਂ ਤੋਂ ਐਮਐਲਏ ਹੁੰਦੇ ਸੀ। 12 ਦੇ ਵਿੱਚ ਉਹਨਾਂ ਨੂੰ ਫਿਰ ਉੱਪਰਲੇ ਪਾਸੇ ਭੇਜਤਾ, ਉਹਨਾਂ ਦੀ ਧਰਮ ਪਤਨੀ ਇੱਥੋਂ ਚੋਣ ਲੜੇ ਤੇ ਜਿੱਤੇ। 17 ਦੇ ਵਿੱਚ ਪਰਿਵਾਰ 'ਚ ਅੰਦਰ ਕੋਈ ਗੱਲ ਹੋਈ ਹੋਊਗੀ ਜਾਂ ਕਿਵੇਂ ਆ, ਫਿਰ ਉੱਥੋਂ ਫਤਿਹ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਾਈ ਨੇ ਉਹਨਾਂ ਨੂੰ ਟਿਕਟ ਦਿੱਤੀ, ਉਹ ਵੀ ਜਿੱਤੇ। ਹੁਣ 4 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਲਿਆ ਕੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਜਿਹੜੇ ਅੰਮ੍ਰਿਤਸਰ ਦੇ, ਉਹਨਾਂ ਨੂੰ ਲਿਆ ਕੇ ਇੱਕ ਵੱਡੀ ਰੈਲੀ ਫਤਿਹ ਜੰਗ ਸਿੰਘ ਬਾਜਵਾ ਕਰਦੇ ਆ ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਮੇਰਾ ਭਰਾ ਫਤਿਹ ਜੰਗ ਸਿੰਘ ਬਾਜਵਾ ਕਾਦੀਆਂ ਤੋਂ ਐਤਕੀ ਪਹਿਲਾਂ ਨਾਲੋਂ ਵੀ ਵੱਧ ਲੀਡ ਤੇ ਜਿੱਤੂ, ਮੈਂ ਇੱਥੇ ਹੀ ਆਉਂ ਦੁਬਾਰਾ ਤੁਹਾਡੇ ਕੋਲ ਧੰਨਵਾਦ ਕਰਨ। ਤੇ ਜਦੋਂ ਫਿਰ ਫਤਿਹ ਜੰਗ ਸਿੰਘ ਬਾਜਵਾ ਸਾਹਿਬ ਨੂੰ ਪੁੱਛਿਆ, ਕਹਿੰਦੇ ਜੀ ਉਹ ਤੁਹਾਡੇ ਭਾਈ ਸਾਹਿਬ ਵੱਡੇ ਭਾਈ ਸਾਹਿਬ ਪ੍ਰਤਾਪ ਸਿੰਘ ਬਾਜਵਾ ਸਾਹਿਬ, ਉਹ ਕਹਿੰਦੇ ਜੀ ਮੈਂ ਕਾਦੀਆਂ ਤੋਂ ਲੜਨਾ। ਉਹ ਕਹਿੰਦੇ ਉਹ ਭਾਜੀ ਤਾਂ ਬਹੁਤ ਵੱਡੇ ਲੀਡਰ ਨੇ, ਉਹ ਤਾਂ ਜਿੱਥੋਂ ਮਰਜ਼ੀ ਲੜ ਲੈਣ, ਸਾਰਾ ਪੰਜਾਬ ਉਹਨਾਂ ਦਾ, ਪਰ ਮੈਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸ਼ਾਦੀ ਭਰੀ ਆ ਤੇ ਮੈਂ ਸਿਟਿੰਗ ਐਮਐਲਏ ਆ, ਕਾਦੀਆਂ ਤੋਂ ਤਾਂ ਫਿਰ ਮੈਂ ਹੀ ਲੜਾਂਗਾ। 50,000 ਦਾ ਜੇ ਮੈਂ 4 ਦਿਨ ਪਹਿਲਾਂ ਰੈਲੀ ਦੇ ਵਿੱਚ ਇਕੱਠ ਕੀਤਾ, ਲੋਕ ਪਿਆਰ ਬਹੁਤ ਕਰਦੇ ਆ, ਇਸ਼ਕ ਕਰਦੇ। ਹਾਂ ਹੁਣ ਕਾਦੀਆਂ ਹਲਕੇ ਨੂੰ ਪ੍ਰਤਾਪ ਸਿੰਘ ਬਾਜਵਾ ਬਹੁਤ ਪਿਆਰ ਕਰਦੇ ਆ ਤੇ ਜੇ ਫਤਿਹ ਜੰਗ ਸਿੰਘ ਬਾਜਵਾ ਦੀ ਗੱਲ ਕਰੀਏ, ਉਹ ਕਹਿੰਦੇ ਮੈਨੂੰ ਕਾਦੀਆਂ ਦੇ ਲੋਕ ਬਹੁਤ ਪਿਆਰ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਛੋਟਾ ਜਿਹਾ ਪੰਗਾ ਪੈ ਗਿਆ ਨੇ ਤਾਂ ਸਰ ਜਾਣਾ ਹੀ ਜੇ ਕੈਪਟਨ ਸਾਹਿਬ ਨਾ ਬਦਲਦੇ। ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਬਟਾਲੇ ਸੈੱਟ ਹੋ ਜਾਣਾ ਹੀ ਜ਼ਿਲ੍ਹਾ ਬਣਵਾ ਕੇ। ਨਹੀਂ ਉਹ ਹੋ ਜਾਣਾ ਸੀ ਤਾਂ ਫਿਰ ਇੱਧਰ ਉਹ ਵੀ ਕੰਮ ਚੱਲ ਜਾਣਾ ਸੀ ਤੇ ਉਹ ਵੀ ਨਹੀਂ ਹੁਣ ਵੀ ਚੱਲਣਾ। ਦੇਖੋ ਕਾਦੀਆਂ ਵਾਲੇ ਜਿਹੜੇ ਆ ਇਹ ਗੱਲ ਲਈ ਤਿਆਰ ਰਹਿਣ ਵੀ ਹੋ ਸਕਦਾ ਦੋਵੇਂ ਭਰਾ ਬਰਾਬਰ ਹੀ ਖਲੋਤੇ ਹੋਣ। ਨਹੀਂ ਮੈਨੂੰ ਨਹੀਂ ਲੱਗਦਾ। ਨਹੀਂ ਤੁਹਾਨੂੰ ਲੱਗੇ ਨਾ ਲੱਗੇ, ਅੱਗੇ ਕਈ ਗੱਲਾਂ ਕਿਹੜੀਆਂ ਨਹੀਂ ਲੱਗਦੀਆਂ ਹੁੰਦੀਆਂ ਕਿਉਂਕਿ ਕਾਰਨ ਇਹ ਆ ਵੀ ਦੇਖੋ ਇੱਕ ਜਿਹੜਾ ਚੰਡੀਗੜ੍ਹ ਦਫ਼ਤਰ ਖੁੱਲ੍ਹਾ ਜਿਹਦੀ ਆਪਾਂ ਗੱਲ ਕੀਤੀ ਹੈ, ਜਦੋਂ ਰੌਲਾ ਭਰਾਵਾਂ 'ਚ ਪੈ ਜੇ ਨਾ ਉਸ ਦਫ਼ਤਰ 'ਚ ਦੋਵਾਂ 'ਚੋਂ ਇੱਕ ਨੇ ਤਾਂ ਜਾਣਾ, ਕਿਹੜਾ ਜਾਵੇ ਕਿਹੜਾ ਨਾ ਜਾਵੇ ਮੈਂ ਹੁਣ ਕੁਝ ਕਹਿੰਦਾ ਨਹੀਂ, ਬਾਕੀ ਜਦੋਂ ਟਾਈਮ ਆਊ ਤਾਂ ਪਤਾ ਲੱਗ ਜੂ। ਇਹਦਾ ਵੀ ਇੱਕ ਹੱਲ ਹੈਗਾ ਤੇ ਇੱਕ ਬੰਦਾ ਕਰ ਸਕਦੇ। ਕਿਹੜਾ? ਜੇ ਸਾਰੇ ਘਰ ਪਤਾ ਹੀ ਤਾਂ ਨਾ ਉਹ ਇੱਕੋ ਉਸ ਪਾਰਟੀ ਦੇ ਬੰਦੇ ਨੇ, ਜਿਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਘਰ ਚੱਲੇ ਗੱਲ ਚੰਨੀ ਕਰਦਾ ਮਸਲੇ ਵਾਲੋ, ਯਾਰ ਮਸਲਾ ਉੱਥੇ ਹੱਲ ਕਰਾ ਲਿਓ। ਮੈਂ ਨਾ ਦੋਵੇਂ ਭਰਾ ਮਿਲੇ ਉਹਨਾਂ ਨੂੰ ਲੈਣ ਵੀ ਸਾਡਾ ਵੀ ਮਸਲਾ ਹੱਲ ਕਰੋ ਵੀ ਇਕੱਠੇ ਜਾਣ। ਚਲੋ ਅੱਛਾ ਚਲੋ ਇਹ ਤਾਂ ਟਾਈਮ ਆ ਗਿਆ ਨਾ ਵੀ ਹੁਣ ਇੱਕ ਚੀਜ਼ ਦਾ ਰੇੜਕਾ ਹੈ ਵੀ ਜਿਹੜੀ ਚੀਜ਼ ਨੂੰ ਨਿਬੇੜਨ ਦਾ ਕਰਕੇ ਕਾਂਗਰਸ ਪਾਰਟੀ ਸੈਟਿੰਗ ਕਰ ਰਹੀ। ਇੱਕ ਤਾਂ ਇਹ ਹੋ ਗਿਆ ਵੀ ਚਲੋ ਬਾਜਵਾ ਭਰਾਵਾਂ 'ਚ ਰੌਲਾ ਪੈ ਗਿਆ। ਇੱਕ ਮੈਂ ਬੇਨਤੀ ਕਰਨੀ ਸੀ, ਇਹ ਕੀ ਚੱਕਰ ਹੈ? ਤੁਸੀਂ ਵੀ ਮਾਝੇ ਨੂੰ ਬਿਲੋਂਗ ਕਰਦੇ ਹੋ, ਰਾਣੀ ਰੌਲਾ ਕੀ ਹੈ? ਪਿਛਲੀ ਵਾਰੀ ਬਟਾਲੇ 'ਚ ਖੜ ਗਿਆ ਸੀ ਅਸ਼ਵਨੀ ਸੇਖੜੀ ਤੇ ਉਹਨਾਂ ਦੇ ਭਾਈ ਇੰਦਰ ਸੇਖੜੀ। ਉਹ ਜਿੰਨੀਆਂ ਕਿ ਇੰਦਰ ਸੇਖੜੀ ਨੇ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਜਾ ਕੇ ਵੋਟਾਂ ਲਈਆਂ, ਅਸ਼ਵਨੀ ਸੇਖੜੀ ਉਨੀਆਂ ਦੇ ਨਾਲ ਮੂਧੇ ਮੂੰਹ ਡਿੱਗ ਪਏ। ਤੇ ਹੁਣ ਤੱਕ ਆਪਾਂ ਨੂੰ ਪਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਨਾਲ ਲੜੀ ਜਾਂਦੇ, ਮੇਰੇ ਹਲਕੇ 'ਚ ਆ ਗਏ, ਉਹ ਮੇਰੇ ਹਲਕੇ 'ਚ ਆ ਗਏ। ਇੱਧਰ ਹੁਣ ਜੇ ਨਾਲ ਲੱਗਦੇ ਹਲਕੇ ਦੇ ਵਿੱਚ ਕਾਦੀਆਂ, ਜੇ ਉਧਰਲੇ ਪਾਸੇ ਵੀ ਦੋ ਭਾਈ, ਭਾਵੇਂ ਕੱਲ ਨੂੰ ਉਹਨਾਂ ਦਾ ਬਿਆਨ ਆ ਜਾਏ ਯਾਰ ਸਾਡੇ 'ਚ ਇੱਦਾਂ ਦੀਆਂ ਗੱਲਾਂ ਨੇ ਕਿ ਸਾਡਾ ਪਰਿਵਾਰ ਇੱਕ ਜੇ, ਹੁਣ ਜੇ ਇੱਕ ਜੇ ਇੱਦਾਂ ਦੀ ਗੱਲ ਆ ਜਾਵੇ ਪਤਾ ਨਹੀਂ, ਪਰ ਜੇ ਨਾ ਆਵੇ ਕੋਈ ਨਾ ਕੋਈ ਰੌਲਾ ਹੈਗਾ। ਸਿਆਸਤ ਦੇਖੋ ਕਿਆ ਚੀਜ਼ ਹੈ ਜਿਹੜੀ ਭਰਾਵਾਂ ਦੇ ਵਿੱਚ ਵੀ ਰੌਲਾ ਪਾਉਂਦੀ ਹੈ। ਉਹ ਐਵੇਂ ਕਹਿਣ ਨੂੰ ਰੌਲਾ ਹੁੰਦਾ WhatsApp ਕੋਲ, ਉਹ ਤਾਂ ਕਦੋਂ ਦਾ ਪੁਰਾਣਾ ਚੁਟਕਲਾ। ਉਹ ਕਹਿੰਦੇ ਵੀ ਦੋ ਭਰਾ, ਇੱਕ ਕਹਿੰਦਾ ਇੱਕ ਪਾਰਟੀ ਦੂਜਾ ਦੂਜੀ ਪਾਰਟੀ, ਸਰਕਾਰ ਜਿਹਦੀ ਮਰਜ਼ੀ ਆ ਜਾਏ ਉਹਨਾਂ ਦੇ ਘਰ 'ਚ ਕੁਛ ਨਾ ਕੁਛ ਰਾਜ ਚੱਲਦਾ ਰਹਿੰਦਾ ਨਾ। ਉਹਨਾਂ ਦੀ ਥਾਲੀ 'ਚ ਆਲੂ ਆਊਗਾ ਜ਼ਰੂਰ, ਆਊਗਾ ਜ਼ਰੂਰ। ਅੱਛਾ ਜੇ ਆਪਾਂ ਬਾਜਵਾ ਸਾਹਿਬ ਦੀ ਗੱਲ ਕਰੀਏ ਤੇ ਨਾਲ ਜਾਖੜ ਸਾਹਿਬ ਨੂੰ ਤੇ ਕੁਰਸੀ ਮਿਲੀ ਹੈ ਨਾ ਜੀ। ਹੁਣ ਇਹ ਜਿਹੜੀ ਕੁਰਸੀ ਆ ਇਹ ਮੇਰੇ ਖਿਆਲ ਨਾਲ ਬਹੁਤ ਦੇਰ ਪਹਿਲਾਂ ਜਦੋਂ ਅਜੇ ਪੁਰਾਣੀ ਕੁਰਸੀ ਜਾਖੜ ਸਾਹਿਬ ਕੋਲ ਹੁੰਦੀ ਸੀ ਤੇ ਇਹ ਕੁਰਸੀ ਉਦੋਂ ਸਿੱਧੂ ਸਾਹਿਬ ਨੂੰ ਦੇਣ ਨੂੰ ਗੱਲ ਚੱਲਦੀ ਸੀ, ਪਰ ਉਦੋਂ ਬਾਅਦ ਫਿਰ ਕੁਰਸੀਆਂ ਆਦਲਦੀਆਂ ਬਦਲਦੀਆਂ ਹਿਲਦੀਆਂ ਹੁਲਦੀਆਂ ਦੇ ਵਿੱਚ ਪੁਰਾਣੀ ਕੁਰਸੀ ਤੋਂ ਜਾਖੜ ਸਾਹਿਬ ਨੂੰ ਉਠਾਲ ਦਿੱਤਾ, ਉੱਥੇ ਸਿੱਧੂ ਸਾਹਿਬ ਨੂੰ ਬਿਠਾਤਾ। ਫਿਰ ਜਾਖੜ ਸਾਹਿਬ ਨੂੰ ਕਹਿੰਦੇ ਇੱਕ ਹੋਰ ਕੁਰਸੀ 'ਤੇ ਆਪਾਂ ਬਿਠਾਉਂਦੇ ਹਾਂ, ਪਰ ਨਾਲ ਇੱਕ ਬੀਬੀ ਜੀ ਨੇ ਕਹਿੰਦਾ ਨਹੀਂ 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 ਇਹ ਨਹੀਂ ਬਣਦਾ, ਇਹ ਠੀਕ ਨਹੀਂ ਲੱਗਦਾ ਤੇ ਤੁਸੀਂ ਫਲਾਨੀ ਕੋਈ ਕੁਰਸੀ ਲੱਭ ਲਓ। ਉਦੋਂ ਬਾਅਦ ਜਾਖੜ ਸਾਹਿਬ ਦੇ ਟਵੀਟਾਂ ਦਾ ਅਸਰ ਇਹ ਹੋਇਆ ਵੀ ਹੁਣ ਚੋਣ ਕਮੇਟੀ ਦੇ ਅਗਲੇ ਚੇਅਰਮੈਨ ਨੇ ਭਾਈ ਸਾਹਿਬ। ਦੇਖੋ 3 ਮਹੀਨਿਆਂ ਦੇ ਵਿੱਚ ਜਾਖੜ ਸਾਹਿਬ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ। 3 ਮਹੀਨੇ ਪਹਿਲਾਂ ਜਦੋਂ ਉਹਨਾਂ ਦੀ ਜਗ੍ਹਾ ਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਸੀ ਤੇ ਚੰਡੀਗੜ੍ਹ ਸਮਾਗਮ ਹੋਇਆ, ਤੁਹਾਨੂੰ ਯਾਦ ਹੋਣਾ ਸਾਰੇ ਲੀਡਰ ਸਟੇਜ ਤੇ ਬੈਠੇ ਸੀ ਤੇ ਜਾਖੜ ਸਾਹਿਬ ਕਹਿੰਦੇ ਸੀ ਕਿ ਮੈਂ ਪ੍ਰਧਾਨ ਸੀ, ਮੈਂ ਪਾਰਟੀ ਪ੍ਰਤੀ ਸਮਰਪਿਤ ਹਾਂ, ਵਫਾਦਾਰ ਹਾਂ। ਕਹਿੰਦੇ ਸਾਰਿਆਂ ਨੂੰ ਪੁੱਛਿਆ, ਮੈਨੂੰ ਨਹੀਂ ਪੁੱਛਿਆ ਜਿਹਦੀ ਪ੍ਰਧਾਨਗੀ ਲੈਣੀ ਹੈ। ਸਟੇਜ ਤੇ ਕਿਹਾ ਸੀ ਉਹਨਾਂ ਨੇ, ਫਿਰ ਵੀ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਸਿੱਧੂ ਸਾਹਿਬ ਵਧੀਆ ਕੰਮ ਕਰੋ। ਕੈਪਟਨ ਸਾਹਿਬ ਨਾਲ ਵੀ ਕਹਿੰਦੇ ਮੇਰਾ ਵਧੀਆ ਨਿਭਿਆ, ਕੋਈ ਦਿੱਕਤ ਹੀ ਨਹੀਂ। ਉਹਦੇ ਤੋਂ ਬਾਅਦ ਇੱਕਦਮ ਸੁਨੀਲ ਜਾਖੜ ਸਾਹਿਬ ਬਦਲੇ, ਇੱਕਦਮ ਟਵੀਟ ਰੋਜ਼, ਕਦੇ ਮੈਂ ਇਸ ਤਮਾਸ਼ੇ ਦੇ ਵਿੱਚ ਹਿੱਸੇਦਾਰ ਨਹੀਂ, ਕਦੇ ਆ ਜਾਣੀ। ਉਹਨਾਂ ਟਵੀਟਾਂ ਦਾ ਅਸਰ ਹੈ ਕਿ ਇੱਕ ਇੱਕ ਨਹੀਂ, ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਮਿਲੀਆਂ।
ਇੱਕ ਤਾਂ ਕੰਪੇਨ ਕਮੇਟੀ ਦੇ ਮੁਖੀ ਬਣਾਤਾ ਕਿ ਭਾਈ ਸਾਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਲਈ ਜਿਹੜਾ ਪੰਜਾਬ ਕਾਂਗਰਸ ਨੇ ਪ੍ਰਚਾਰ ਕਰਨਾ ਹੈ ਉਹਦੇ ਹੈੱਡ ਤੁਸੀਂ ਹੋ। ਕਿੱਥੇ ਰੈਲੀ ਹੋਣੀ, ਕਿੱਦਣ ਨੂੰ ਹੋਣੀ, ਕਿਹੜਾ ਵਾਅਦਾ ਕਿੱਦਾਂ ਕਰਨਾ, ਕੀ ਨਾਰਾ, ਕਿੱਥੇ ਪੋਸਟਰ, ਕਿੱਥੇ ਬੈਨਰ, ਕਿੱਥੇ ਫਲੈਕਸ, ਕਿੱਥੇ ਸੋਸ਼ਲ ਮੀਡੀਆ, ਤੁਸੀਂ ਤੈਅ ਕਰਨਾ। ਠੀਕ ਹੈ। ਨਾਲ ਜਿਹੜੀ ਇੱਕ ਸਿਲੈਕਸ਼ਨ ਕਮੇਟੀ ਹੈ, ਸਕਰੀਨਿੰਗ ਕਮੇਟੀ ਲਾ ਲਓ, ਜਿਹਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਉੱਤੇ ਚਰਚਾ ਕਰਨੀ ਹੈ, ਉਹਦੇ ਵੀ ਮੈਂਬਰ ਨੇ। ਯਾਨੀ ਇੱਕੋ ਦਿਨ ਦੋ ਅਹੁਦੇ। ਪ੍ਰਤਾਪ ਸਿੰਘ ਬਾਜਵਾ ਹੋਰੀ ਚਾਹੁੰਦੇ ਸੀ ਕਿ ਭਾਈ ਮੈਂ ਕੰਪੇਨ ਕਮੇਟੀ ਦੇ ਵਿੱਚ ਹੋਵਾਂ, ਵੱਡਾ ਹੈੱਡ ਹੋਵਾਂ। ਉਹਨਾਂ ਨੂੰ ਪਰ ਕਹਿੰਦੇ ਜੇ ਤੁਸੀਂ ਐਂ ਕਰੋ ਮੈਨੀਫੈਸਟੋ ਬਣਾਓ। ਉਹ ਜ਼ਰੂਰੀ ਹੈ। ਹਾਂ, ਉਹਦੇ ਬਿਨਾਂ ਤੇ ਗੱਲ ਨਹੀਂ ਹੋਣੀ। ਪਿਛਲੀ ਵਾਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਬਣਾਇਆ ਸੀ, ਉਦੋਂ ਬਾਅਦ ਮਨਪ੍ਰੀਤ ਬਾਦਲ ਸਾਹਿਬ ਨੇ ਮੁੜ ਕੇ ਦੱਸਿਆ ਨਹੀਂ ਵੀ ਖਜ਼ਾਨਾ ਕਦੋਂ ਭਰਿਆ। ਨਹੀਂ ਕਿਉਂਕਿ ਵੱਡੀ ਚੀਜ਼ ਤੇ ਇਹ ਸੀ ਨਾ, ਸਾਰੇ ਖਜ਼ਾਨਾ ਕਿਸਾਨਾਂ ਜਿੰਨੇ ਕਰਜ਼ੇ ਆ, ਉਹ ਅਜੇ ਵੀਡੀਓ ਹੋਈ ਕੈਪਟਨ ਸਾਹਿਬ ਦੀ, ਇਹ ਜਿੰਨੇ ਕਰਜ਼ੇ ਆ ਇਹ ਆਪਣਾ ਕੋਈ ਇਹ ਸਰਕਾਰੀ ਬੈਂਕ ਦਾ, ਇਹ ਪ੍ਰਾਈਵੇਟ ਬੈਂਕ ਦਾ, ਭਾਵੇਂ ਆੜਤੀਆਂ ਦਾ, ਇਹ ਸਾਰਾ ਸਰਕਾਰ ਨੇ ਦੇਣਾ, ਤੁਹਾਨੂੰ ਕੁਝ ਨਹੀਂ ਦੇਣ ਦੀ ਲੋੜ। ਬਸ ਫਿਰ ਉਦੋਂ ਬਾਅਦ ਕਹਿੰਦੇ ਖਜ਼ਾਨਾ ਖਾਲੀ। ਨਹੀਂ, ਖਜ਼ਾਨਾ ਖਾਲੀ ਹੈ। ਮੈਨੂੰ ਇਹ ਵੀ ਲੱਗਦਾ ਕਿ ਐਤਕੀ ਜਿਸ ਤਰੀਕੇ ਦੇ ਨਾਲ ਜਿਹੜੇ ਬੀਬੀ ਜੀ ਚੰਨੀ ਸਾਹਿਬ ਦੇ ਹੱਕ 'ਚ ਭੁਗਤੇ ਸੀ, ਬੀਬੀ ਅੰਬਿਕਾ ਸੋਨੀ, ਕੁਰਸੀ ਉਹਨਾਂ ਨੂੰ ਵੀ ਮਿਲੀ ਹੈ ਪੰਜਾਬ 'ਚ, ਅਜੇ ਮਾਕਨ ਹੋਰਾਂ ਨੂੰ ਵੀ ਮਿਲੀ ਹੈ। ਸੋ ਇਹ ਸਾਰੇ ਬੰਦੇ, ਜਾਣੀ ਜੇ ਇਹ ਸਾਰੀ ਪ੍ਰਕਿਰਿਆ ਨੂੰ ਦੇਖ ਲਈਏ ਤਾਂ ਲੱਗਦਾ ਇਹ ਹੈ ਕਿ ਇੱਕ ਬੰਦੇ ਦੀ ਚੱਲਣੀ ਨਹੀਂ ਐਤਕੀ। ਸਿੱਧੂ ਸਾਹਿਬ ਨੂੰ ਵੀ ਵੇਟੇਜ ਦੇਣਗੇ, ਚੰਨੀ ਸਾਹਿਬ ਨੂੰ ਵੀ ਦੇਣਗੇ, ਜਾਖੜ ਸਾਹਿਬ ਨੂੰ ਵੀ ਦੇਣਗੇ, ਨਾਲ ਦੀ ਨਾਲ ਚੌਧਰੀ ਸਾਹਿਬ ਦੀ ਤਾਂ ਗੱਲ ਚੱਲਣੀ ਹੈ। ਸੋ ਸਾਰੇ ਜਣੇ ਆਪੋ ਆਪਣੇ ਕੋਟੇ ਦੇ ਮੁਤਾਬਕ ਤਾਂ ਕੰਮ ਕਰ ਲੈਣਗੇ, ਪਰ ਜੇ ਆਪਾਂ ਕਹੀਏ ਕਿ 60-70% ਫੈਸਲੇ ਕਿਸੇ ਇੱਕ ਬੰਦੇ ਦੇ ਕਹਿਣ ਤੇ ਹੋਣਗੇ ਤਾਂ ਕਾਂਗਰਸ 'ਚ ਇਦਾਂ ਨਹੀਂ ਹੋਣੀ। ਪਰ ਹੌਲੀ ਹੌਲੀ ਆਪਣੀਆਂ ਗੋਟੀਆਂ ਉਹ ਫਿੱਟ ਕਰੀ ਜ਼ਰੂਰ ਜਾਂਦੇ ਆ। ਦੇਖੋ ਜੀ, ਪੁਰਾਣੇ ਸਿਆਸਤਦਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਹੜਾ ਉਹ ਸਵਾਲ ਪਹਿਲਾਂ ਜਿਹਦਾ ਜਵਾਬ ਤੁਸੀਂ ਥੋੜਾ ਦਿੱਤਾ ਸੀ ਵੀ ਕੋਈ ਗੱਲ ਨਹੀਂ ਟਾਈਮ ਆਉਣ ਦਿਓ, ਮੇਲ ਆ ਜਾਣਾ ਜੀ, ਇਹ ਧਿਆਨ ਉਹਨਾਂ ਦਾ ਵੀ ਹੈਗਾ ਵੀ ਮੇਲ ਕਿਹੜੇ ਨੇ, ਕਿੱਥੇ, ਕਿਹਨੂੰ ਕਿਹੜੀ ਸੋਮੋ 'ਚ ਜਗ੍ਹਾ ਨਹੀਂ ਮਿਲਣੀ, ਕਿਹਨੂੰ ਉਦੋਂ ਬੱਸ ਨਹੀਂ ਮਿਲਣੀ, ਕਿਹਨੂੰ ਰਿਕਸ਼ਾ ਨਹੀਂ ਮਿਲਣਾ, ਤੇ ਕਿਹਨੂੰ ਫਿਰ ਆਪਾਂ ਆਪਣੇ ਮੋਟਰਸਾਈਕਲ 'ਤੇ ਚੜ੍ਹਾ ਕੇ ਲਿਆਉਣਾ। ਹੁਣ ਜਿਸ ਹਿਸਾਬ ਨਾਲ ਇਸ ਵਕਤ ਇਹਨਾਂ ਨੇ ਤਾਜ ਵੰਡੇ ਨੇ, ਕੁਰਸੀਆਂ ਵੰਡੀਆਂ ਨੇ ਕਾਂਗਰਸ ਪਾਰਟੀ ਨੇ ਹਾਈਕਮਾਨ ਵਾਲੇ ਪਾਸਿਓਂ, ਉਹ ਜਿਸ ਹਿਸਾਬ ਨਾਲ ਮੇਲੇ 'ਚ ਜਾ ਕੇ ਆਪਸ 'ਚ ਫਸਣੇ ਆ ਬੰਦੇ, ਉਦੋਂ ਬਾਅਦ ਤੇ ਕਲੀਅਰ ਹੈ ਵੀ ਉਹ ਜਿੱਦਾਂ ਉਹ ਜਿਹੜੇ ਹੁੰਦੇ ਨੇ ਆਪਣੇ ਕਬੂਤਰਬਾਜ਼, ਉਹਨਾਂ ਨੂੰ ਪਤਾ ਹੁੰਦਾ ਵੀ ਇਸ ਵੇਲੇ ਕਿਹੜਾ ਇੱਧਰ ਪਾਸੇ ਨੂੰ ਜਾਂਦਾ ਤੇ ਕਿਹਦੇ ਥੋੜ੍ਹੇ ਜਿਹੇ ਖੰਭ ਫੜ ਕੇ ਤੇ ਧਰੂਣ ਵਾਲੇ ਆ, ਇੱਧਰੋਂ ਝਟਕਾ ਜਿਹਾ ਮਾਰ ਕੇ ਫੜਨਾ ਇੱਧਰੋਂ ਹੈ ਨਾ। ਉਹ ਜਦੋਂ ਇੱਥੇ ਗੁੱਟਰਗੂੰ ਹੋਈ ਨਾ, ਪਤਾ ਨਾ ਲੱਗਾ ਵੀ ਕੌਣ ਕਿੱਧਰ ਨੂੰ ਜਾਂਦਾ, ਉਦੋਂ ਉਹਨਾਂ ਨੇ ਫੜਨੇ ਕਬੂਤਰ ਫੇ। ਨਹੀਂ, ਇਹਦੇ ਵਿੱਚ ਕੋਈ, ਉਹਨਾਂ ਨੇ ਵੀ ਅੱਜ ਕਹਿਤਾ, ਉਹ ਕਹਿੰਦੇ ਮੈਂ ਸਾਰੇ ਥੋੜ੍ਹਾ ਲੈ ਲੈਣੇ ਆ। ਜੇ ਨਵਜੋਤ ਸਿੰਘ ਸਿੱਧੂ ਕਹਿੰਦਾ ਅਸੀਂ 35-40 ਬੰਦੀਆਂ ਟਿਕਟਾਂ, ਕਹਿੰਦੇ ਸਾਰੇ ਨਹੀਂ ਲੈਣੇ ਅਸੀਂ। ਉਹਦਾ ਮੰਨ ਲਓ ਉਹਨਾਂ ਨੇ ਦੌੜ ਲਾਉਣੀ, ਯਾਰ ਥੋੜ੍ਹੇ ਲੈਣੇ ਆ ਉਹਨਾਂ ਨੇ, ਪਹਿਲਾਂ ਚਲੋ। ਉਹ ਕਹਿੰਦੇ ਵੀ ਅਸਾਮੀਆਂ ਹੀ ਨਹੀਂ ਆ ਗਿਆ ਵੀਰ। ਜਿੱਦਾਂ ਪਿਛਲੇ ਨਹੀਂ ਕਹਿੰਦੇ ਨਾਂ ਲਿਖਾ ਦਿਓ ਪਹਿਲਾਂ, ਟੋਕਨ ਉਦੋਂ ਨੂੰ ਲੈ ਲਿਓ, ਪਹਿਲਾਂ ਨਾਂ ਲਿਖਾ ਦਿਓ। ਹੁਣ ਨਾਂ ਲਿਖਾਉਣ ਵਾਲੇ ਕਿੰਨੇ ਹੋਣੇ ਆ, ਸਵੇਰ ਸ਼ਾਮ ਕੋਈ ਈਮੇਲ ਕਰਦਾ ਹੋਣਾ, ਕੋਈ ਕਿਸੇ ਤਰੀਕੇ ਦੇ ਨਾਲ। ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਆਪਾਂ ਫਿਰ ਇੱਕ ਵਾਰੀ ਕਰ ਲਈਏ। ਕਰ ਲਓ ਗੱਲ, ਹੁਣ ਗੱਲ ਕਰਨ ਨੂੰ ਬਚਿਆ ਕੀ ਹੈ, ਇਹੋ ਹੀ ਹੋਣੀ ਸੀ ਜਿਹੜੀ ਹੁਣ ਉਹ ਹਟੀ ਹੈ, ਕਰੀਏ ਕੀ। ਇਹ ਪਤਾ ਨਹੀਂ ਪੰਜਾਬ ਦਾ ਮਸਲਾ ਕਿੱਥੇ ਜਾ ਕੇ, ਜੋ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਪਹਿਲਾਂ ਪ੍ਰੈਸ ਕਾਨਫਰੰਸ ਕਾਨੂੰਨੀ ਤੌਰ ਤੇ ਉਲਝ ਜਾਂਦੀਆਂ, ਪਤਾ ਨਹੀਂ ਅਫਸਰ ਨਹੀਂ ਦੱਸਦੇ, ਪਤਾ ਨਹੀਂ ਵਕੀਲ ਨਹੀਂ ਦੱਸਦੇ, ਪਤਾ ਨਹੀਂ ਕਾਹਲ ਹੁੰਦੀ ਹੈ। ਤੁਸੀਂ ਦੇਖੋ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਸੀ ਕਿ ਰੋਜ਼ ਦਾ ਕਰੋੜ ਰੁਪਈਆ ਵਧਾਤੀ ਆਮਦਨ, ਇੰਨੀਆਂ ਬੱਸਾਂ ਜ਼ਬਤ ਕਰ ਲਈਆਂ, ਇੰਨੀਆਂ ਦੇ ਪਰਮਿਟ ਰੱਦ ਕਰ ਦਿੱਤੇ, ਇੰਨੀਆਂ ਨੂੰ ਆਹ ਕਰ ਦਿੱਤਾ, ਇੱਥੇ ਹੁਣ ਵਧੀਆ ਕੰਮ ਚੱਲਣ ਲੱਗ ਪਿਆ। ਸਾਰੇ ਲੋਕ ਕਹਿੰਦੇ ਸੀ ਕਮਾਲ, ਕੈਬਨਿਟ ਮਿਨਿਸਟਰ ਹੋਵੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗਾ ਹੋਵੇ। ਪਰ ਉਹਦੇ ਤੋਂ ਬਾਅਦ ਆਪਾਂ ਸਾਰਿਆਂ ਨੇ ਦੇਖਿਆ ਕਿ ਸਭ ਤੋਂ ਪਹਿਲਾਂ ਤਾਂ ਬਾਦਲਾਂ ਦੀਆਂ ਬੱਸਾਂ ਵਾਲਾ ਮਸਲਾ ਸਾਹਮਣੇ ਆਇਆ ਸੀ। ਉਹ ਅਦਾਲਤ 'ਚ ਚਲੇ ਗਿਆ, ਉਹ ਕਹਿੰਦੇ ਜੀ ਛੱਡੋ ਬੱਸਾਂ, ਇੱਦਾਂ ਕਿੱਦਾਂ ਹੋ ਸਕਦਾ, ਅਗਲੇ ਜੇ ਟੈਕਸ ਦੇਣ ਨੂੰ ਤਿਆਰ ਆ। ਉਹ ਕਹਿੰਦੇ ਜੀ ਅਸੀਂ ਉੱਪਰ ਜਾਵਾਂਗੇ। ਫਿਰ ਆਪਾਂ ਸਾਰਿਆਂ ਨੂੰ ਪਤਾ ਕਿ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਲੀਡਰ ਡਿੰਪੀ ਢਿੱਲੋਂ ਸਾਹਿਬ, ਉਹਨਾਂ ਦੀਆਂ ਨਿਊ ਦੀ ਬੱਸਾਂ ਨੇ, ਹਾਈ ਕੋਰਟ ਦੇ ਵਿੱਚ ਉਧਰੋਂ ਵੀ ਆ ਗਿਆ ਕਿ ਉਹ ਕਹਿੰਦੇ ਜੀ ਬਿਨਾਂ ਨੋਟਿਸ ਦਿੱਤਿਆਂ ਸਾਡੀਆਂ ਬੱਸਾਂ ਜ਼ਬਤ ਕਰ ਲਈਆਂ, ਸਾਨੂੰ ਨੋਟਿਸ ਦਿਓ, ਸਾਡੀ ਕੋਈ ਗਲਤੀ ਹੋਵੇ, ਅਸੀਂ ਨਾ ਪੂਰੀ ਕਰੀਏ ਫਿਰ ਫੜ ਲਓ। ਉਧਰਲੇ ਪਾਸਿਓਂ ਵੀ ਹਾਈ ਕੋਰਟ ਨੇ ਕਹਿਤਾ ਕਿ ਭਾਈ ਨਿਊ ਦੀਪ ਬੱਸ ਕੰਪਨੀ ਤੇ ਔਰਬਿਟ ਵਾਲੀਆਂ ਜਿਹੜੀਆਂ ਬੱਸਾਂ ਜ਼ਬਤ ਕੀਤੀਆਂ ਉਹਨਾਂ ਨੂੰ ਛੱਡਿਆ ਜਾਵੇ। ਤੇ ਨਾਲ ਇਹ ਵੀ ਕਹਿਤਾ ਕਿ ਜੇ ਕੋਈ ਗਲਤੀ ਕਰਦੇ ਹੋ ਸੂਬਾ ਸਰਕਾਰ ਤੁਹਾਡੇ ਤੇ ਕਾਰਵਾਈ ਕਰ ਸਕਦੀ ਹੈ, ਪਰ ਬਿਨਾਂ ਨੋਟਿਸ ਦਿੱਤਿਆਂ ਜਿਹੜਾ ਉਹ ਕੋਈ ਬਹੁਤਾ ਜਿਹੜਾ ਕਾਨੂੰਨੀ ਮੁਤਾਬਕ ਕੰਮ ਨਹੀਂ ਲੱਗਦਾ। ਇਹ ਹੈ ਤਾਂ ਰਾਜਾ ਵੜਿੰਗ ਸਾਹਿਬ ਲਈ ਝਟਕਾ, ਨਹੀਂ ਪੂਰਾ ਝਟਕਾ। ਦੇਖੋ ਗੱਲ ਆ, ਇੱਕ ਚੀਜ਼ ਤੇ ਨੋਟ ਕਰਨ ਵਾਲੀ ਆ ਵੀ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੀ ਛੇੜੀ। ਉਹ ਕਹਿੰਦੇ ਵੀ ਉਦੋਂ ਗੱਲਾਂ ਕਰਦੇ ਅਸੀਂ ਆਹ ਕਰ ਦੇਣਾ, ਅਸੀਂ ਆਹ ਕਰ ਦੇਣਾ, ਆਹ ਕਰ ਦੇਣਾ। ਮੈਂ ਕਿਤੇ ਚੂਚਾ, ਮੈਨੂੰ ਕਹਿੰਦੇ ਸਾਰਾ ਕੁਝ ਪਤਾ, ਜਦੋਂ ਤੁਸੀਂ ਐਵੇਂ ਕੱਚੀਆਂ ਜਿਹੀਆਂ ਗੋਲੀਆਂ ਖੇਡਦੇ ਹੋ ਉਦੋਂ ਇਹ ਸਾਰਾ ਕੁਝ ਹੋਣਾ ਹੀ ਆ। ਹੁਣ ਗੱਲ ਇਹ ਆ ਵੀ ਜੇ ਉਹ ਗੱਲਾਂ ਸਹੀ ਨੇ ਜੀ, ਵੀ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਦੋਂ ਕਹਿੰਦੇ ਸੀ ਵੀ ਹਾਂ ਯਾਰ ਇਹ ਗੱਲਾਂ ਇੱਦਾਂ ਨਹੀਂ ਹੋਣੇ ਜਿੱਦਾਂ ਤੁਸੀਂ ਕਰਦੇ ਹੋ, ਵੀ ਆਪਾਂ ਬਸ ਆਪਣੇ ਤੌਰ 'ਤੇ ਕਹਿ ਤਾ ਵੀ ਫਲਾਨਾ ਇੱਦਾਂ ਹੀ ਤੇ ਆਪਾਂ ਉੱਥੇ ਜਾ ਕੇ ਕਰ ਦਈਏ, ਤੇ ਭਾਈ ਸਾਹਿਬ ਅਦਾਲਤਾਂ ਨੇ, ਕਾਨੂੰਨ ਹੈ, ਕੋਈ ਨਾ ਕੋਈ ਸਬੂਤ ਪ੍ਰੂਫ ਦੇਣਾ ਪਊਗਾ। ਇਹਦਾ ਮਤਲਬ ਹੁਣ ਇਸ ਮਾਮਲੇ ਦੇ ਵਿੱਚ ਵੀ ਜਾਂ ਤਾਂ ਰਾਜਾ ਵੜਿੰਗ ਸਾਹਿਬ ਜਾਣਦੇ ਜਾਂ ਉਹਨਾਂ ਦਾ ਡਿਪਾਰਟਮੈਂਟ ਜਾਣਦਾ
ਵੀ ਕਿਤੇ ਨਾ ਕਿਤੇ ਤੇ ਕੋਈ ਨਾ ਕੋਈ ਗੜਬੜ ਹੋਈ ਹੈ ਨਾ, ਵੀ ਜਿਹਦਾ ਕਰਕੇ ਇਸ ਮੌਕੇ ਤੇ ਜਾ ਕੇ ਤੁਸੀਂ ਦੇਖੋ ਵੀ ਜਦੋਂ ਇੱਕ ਬੱਸਾਂ ਦੇ ਪਰਮਿਟ ਤੱਕ ਰੱਦ ਹੋ ਗਏ, ਜ਼ਬਤ ਕਰ ਲਈਆਂ ਗਈਆਂ, ਪੂਰਾ ਆਲੋ ਲਾਲੋ ਹੋ ਗਈ ਵੀ ਭਾਈ ਸਾਹਿਬ ਆਹ ਦੇਖੋ ਇਹਦਾ ਮਾਫੀਆ ਖਤਮ ਕਰਤਾ। ਉਹਨੂੰ ਅਦਾਲਤ ਤੇ ਆਖਿਆ ਵੀ ਕਾਹਦਾ ਮਾਫੀਆ ਭਾਈ, ਉਹਨਾਂ ਦੀਆਂ ਗੱਡੀਆਂ ਤਾਂ ਚੱਲਣੀਆਂ ਚਾਹੀਦੀਆਂ। ਹੁਣ ਦੇਖੋ ਇਹਦੇ ਤੇ ਰਾਜਾ ਵੜਿੰਗ ਸਾਹਿਬ ਦੇਖੋ ਕੀ ਬਿਆਨ ਦਿੰਦੇ ਕੀ ਨਹੀਂ ਦਿੰਦੇ, ਇਹ ਤਾਂ ਟਾਈਮ ਦੱਸੂਗਾ। ਪਰ ਇੱਦਾਂ ਦੇ ਮਾਮਲਿਆਂ ਦਾ ਕਰਕੇ ਮੇਰੇ ਖਿਆਲ ਨਾਲ ਆਹ ਜਿਹੜਾ ਹਾਲਾਤ ਬਣਿਆ ਕਿ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਕੇ ਚੰਨੀ ਸਾਹਿਬ ਨੂੰ ਇਹ ਕਹਿਣਾ ਪਿਆ ਵੀ ਜਿਹੜੇ ਮਸਲੇ ਰਹਿ ਗਏ ਵੀਰ ਜੀ ਮੈਂ ਉਹ ਹੱਲ ਕਰ ਦੇਣੇ ਆ, ਪਰ ਉਹ ਹੱਲ ਹੁੰਦੇ ਹੈ ਨਹੀਂ, ਉੱਥੇ ਜਾ ਕੇ ਫੇਫ ਆ ਜਾਂਦੇ। ਨਹੀਂ, ਇਹ ਤਾਂ ਗੱਲ ਤੁਹਾਡੀ ਠੀਕ ਹੈ। ਹੁਣ ਰਾਜਾ ਵੜਿੰਗ ਸਾਹਿਬ ਦੇ ਬਿਆਨ ਦਾ ਇੰਤਜ਼ਾਰ ਕਰਾਂਗੇ, ਪਰ ਜਲੰਧਰ ਦੇ ਵਿੱਚ ਇੱਕ ਗੱਲ ਐਸੀ ਹੋਈ ਜਿਹਦੇ ਤੋਂ ਪੰਜਾਬ ਦਾ ਬੱਚਾ ਸਿੱਖੇ। ਅੱਛਾ ਜੀ, ਹਾਂ। ਕੀ? ਅਸੀਂ ਘਰੇ ਲੜ ਪੈਂਦੇ ਹਾਂ, ਗੁਆਂਢੀ ਨਾਲ ਲੜ ਪੈਂਦੇ ਹਾਂ, ਵੱਟ ਬੰਨੇ ਲਈ ਲੜ ਪੈਂਦੇ ਹਾਂ, ਤੇ ਮੁੜ ਕੇ ਕਹਿੰਦੇ ਆ ਕਿ ਭਾਈ ਜੋ ਮਰਜ਼ੀ ਹੋ ਜਾਏ ਮੈਂ ਨਹੀਂ ਵਿਆਹ ਜਾਂਦਾ, ਉਹ ਨਹੀਂ ਸਾਡੇ ਆਇਆ ਸੀ, ਮੈਂ ਪੰਚਾਇਤ 'ਚ ਉਹਦੇ ਖਿਲਾਫ ਬੋਲਣਾ। ਜਾਂ ਕਈ ਵਾਰੀ ਜੇ ਦੋ ਜਣਾਂ ਝਗੜਾ ਹੋ ਜਾਏ, ਗਾਹੀ ਤੁਹਾਡੇ ਵੱਲੋਂ ਮੈਂ ਦਊਂ ਗਵਾਹੀ, ਕਿਉਂਕਿ ਉਹਦਾ ਮੇਰੇ ਨਾਲ ਪੰਗਾ ਹੀ, ਦੱਸੋ ਸਹੀ ਬੋਲਣਾ ਕੀ ਹੈ। ਜਾਣੀ ਅਸੀਂ ਪਰਮਾਨੈਂਟ ਦੁਸ਼ਮਣੀਆਂ ਪਾਲ ਕੇ ਰੱਖਦੇ ਹਾਂ, ਗੱਲ ਕੋਈ ਨਹੀਂ ਹੁੰਦੀ। ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਦੇ ਲਈ ਵੀ ਦੁਸ਼ਮਣੀਆਂ ਪਾਲ ਕੇ ਰੱਖਦੇ ਹਾਂ, ਪਰ ਸਿਆਸਤਦਾਨ ਨਹੀਂ ਰੱਖਦੇ ਜੇ ਬਾਕੀ ਸਾਰਾ ਕੁਝ ਉਹਨਾਂ ਤੋਂ ਪਜਾਮੇ ਕਿੱਦਾਂ ਦੇ ਪਾਉਣੇ, ਕੁੜਤੇ ਕਿੱਦਾਂ ਦੇ ਪਾਉਣੇ, ਫੋਟੋਆਂ ਕਿੱਦਾਂ ਖਿਚਾਉਣੀਆਂ, ਪੋਸਟਰ ਕਿੱਦਾਂ ਦਾ ਲਾਉਣਾ ਹੈ, ਬੋਲਣਾ ਕਿੱਦਾਂ ਹੀ, ਜੇ ਸਾਰਾ ਕੁਝ ਉਹਨਾਂ ਤੋਂ ਸਿੱਖਦੇ ਹੋ ਤੇ ਆਹ ਵੀ ਸਿੱਖੋ। ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ ਇੱਕ ਵਾਰੀ ਜਦੋਂ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਸਰਬਜੀਤ ਸਿੰਘ ਮੱਕੜ ਸਾਹਿਬ, ਉਦੋਂ ਇੱਕ ਵਾਰੀ ਮਨੋਰੰਜਨ ਕਾਲੀਆ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਉਹ ਘਰੇ ਗਿਆ ਸੀ, ਜਦੋਂ ਇੱਕ ਵਾਰੀ ਉਹ ਹੋਟਲ ਜਾਲਾ ਰੌਲਾ ਰੱਪਾ ਜਿਹਾ ਪਿਆ ਸੀ, ਕਾਲੀਆ ਸਾਹਿਬ ਮਿਨਿਸਟਰ ਹੋਣੇ ਆ। ਹੁਣ ਉਹ ਬਹੁਤ ਜ਼ਿਆਦਾ ਰੌਲਾ ਰੱਪਾ ਸੀ, ਥੋੜਾ ਨਹੀਂ ਸੀ। ਹੁਣ ਸਰਬਜੀਤ ਸਿੰਘ ਮੱਕੜ ਭਾਰਤੀ ਜਨਤਾ ਪਾਰਟੀ 'ਚ ਨੇ, ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, 4-5 ਕੁਰਸੀਆਂ ਲੱਗੀਆਂ, ਇੱਕ ਵਿਚਾਲੇ ਕੁਰਸੀ ਲੱਗੀ ਹੈ, ਸਰਬਜੀਤ ਸਿੰਘ ਮੱਕੜ ਬੈਠੇ ਹੈ, ਨਾਲ ਦੀ ਕੁਰਸੀ ਤੇ ਮਨੋਰੰਜਨ ਕਾਲੀਆ ਸਾਹਿਬ ਬੈਠੇ ਹੈ। ਦੇਖੋ ਦਿਨ ਆਉਣੇ ਹੀ ਸੀਗੇ। ਦੇਖੋ ਚੱਕਰ ਇਹ ਆ ਨਾ ਵੀ ਤੁਸੀਂ ਅੱਜ ਗਿਣ ਲਓ, ਅੱਜ ਤੋਂ 10 ਦਿਨਾਂ ਨੂੰ ਬਾਅਦ ਨੂੰ ਤੁਸੀਂ ਬਿਆਨ ਪੁੱਛ ਲਿਓ, ਉਹਨੇ ਕਹਿਣਾ ਉਹ ਤਾਂ ਐਵੇਂ ਪਾਰਟੀ ਦੀਆਂ ਗੱਲਾਂ ਹੁੰਦੀਆਂ ਨੇ, ਅਸੀਂ ਉਦੋਂ ਵੀ ਕਹਿੰਦੇ ਹਾਂ। ਇਹ ਤੇ ਭਾਈਚਾਰੇ ਦਾ ਗੱਠਜੋੜ ਹੈ। ਉਦੋਂ ਪਹਿਲਾਂ ਗੱਠਜੋੜ ਸੀਗਾ, ਹੁਣ ਸਾਨੂੰ ਲੱਗਿਆ ਵੀ ਗੱਠਜੋੜ ਕਰਨਾ ਹੀ ਕਿਉਂ ਆ ਯਾਰ, ਜਦੋਂ ਘਿਓ ਖਿਚੜੀ ਹੋਇਆ ਸਕਦਾ, ਜਦੋਂ ਬੰਦੇ ਹੀ ਆਪਣੇ ਹੈਗੇ ਆ ਸਾਰੇ, ਹੈ ਨਾ, ਕੁਝ ਵੱਖਰਾ ਤੇ ਹੈ ਹੀ ਨਹੀਂ ਇਹਦੇ ਵਿੱਚ। ਚਲੋ ਵਧੀਆ ਗੱਲ ਹੈ, ਪਰ ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਪੁਰਾਣੀਆਂ ਰੰਜਿਸ਼ਾਂ ਵੀ ਕਈ ਹੁੰਦੀਆਂ ਨੇ ਇੱਧਰ ਉੱਧਰ ਵਾਲੀਆਂ, ਵੀ ਇਹ ਨਾ ਹੋਵੇ ਵੀ ਉਹ ਸਾਹਮਣੇ ਆ ਜਾਣ ਤੇ ਮੁੜ ਕੇ ਜਿਹੜੀ ਕੰਮ ਦਾ ਕਰਕੇ ਪਾਰਟੀ ਨੇ ਸ਼ਮੂਲੀਅਤ ਕੀਤੀ ਵੀ ਚਲੋ ਰਲ ਮਿਲ ਕੇ ਕੋਈ ਨਾ ਕੋਈ ਗੱਡੀ ਆਪਾਂ ਨੇਪਰੇ ਚਾੜੀਏ, ਉਹ ਗੱਡੀ ਦੇ ਟਾਇਰ ਦੇ ਵਿੱਚ ਅਗਲਾ ਖੱਬੇ ਟਾਇਰ 'ਚ ਸੂਆ ਮਾਰ ਜੇ, ਦੂਜਾ ਸੱਜੇ 'ਚ ਮਾਰ ਜੇ, ਤੇ ਬਾਅਦ 'ਚ ਅਗਲੇ ਮਾਲਕ ਪੁੱਛਣ ਵੀ ਕਿੱਦਾਂ ਵੀ ਅੱਜ ਗੇੜਾ ਨਹੀਂ ਲਾਇਆ, ਇਹ ਜਨਾਬ ਪਤਾ ਨਹੀਂ ਟਾਇਰ ਹੀ ਪੈਂਚਰ ਸੀਗਾ ਜੀ, ਅਸੀਂ ਤਾਂ ਕਿਹਾ ਕੁਛ ਨਹੀਂ ਸੀ। ਬਾਕੀ ਸੰਧਾਲੀਆ ਸਾਹਿਬ ਜਲੰਧਰ ਚੱਲੇ ਹੀ ਆ, ਤਾਂ ਜਲੰਧਰ ਦੇ ਦੋਏ ਪਾਸੇ ਇੱਕ ਐ ਨੂੰ ਤੇ ਇੱਕ ਐ ਨੂੰ, ਜਾਣੀ ਆ ਵਿਚਾਲੇ ਜਲੰਧਰ ਹੈ, ਦੋ ਪਾਸੇ ਸਮਾਗਮ ਹੋਣੇ। ਐ ਨੂੰ ਮਤਲਬ ਅੰਮ੍ਰਿਤਸਰ ਲੁਧਿਆਣਾ ਕਿ ਜਾਂ ਕਪੂਰਥਲਾ ਹੁਸ਼ਿਆਰਪੁਰ? ਤੁਸੀਂ ਤਾਂ ਵੱਡੇ ਬੰਦੇ ਹੋ। ਅੰਮ੍ਰਿਤਸਰ ਨਹੀਂ, ਅੰਮ੍ਰਿਤਸਰ ਜੇ ਜਲੰਧਰੋਂ ਜਾਈਏ ਤਾਂ ਸਭ ਤੋਂ ਪਹਿਲਾਂ ਕਸਬਾ ਕਰਤਾਰਪੁਰ ਆਉਂਦਾ ਹੀ। ਨਹੀਂ ਮੈਂ ਤੁਹਾਨੂੰ ਬਾਈ ਪੁੱਛੀ ਹਾਂ ਵੀ ਮਤਲਬ ਕਿਹੜੇ ਪਾਸੇ ਨੂੰ ਮਾਤਾ ਨੂੰ ਚੜਾਉਣਾ ਕਿ ਬੱਸੇ? ਜਾਣੀਆਂ ਜਿੱਥੇ ਸਾਡੇ ਸਾਰੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਬੈਠੇ ਆ, ਉਹ ਜਲੰਧਰ ਹੈ, ਇੱਥੇ ਕਰਤਾਰਪੁਰ ਹੈ ਤੇ ਇੱਥੇ ਹੁਸ਼ਿਆਰਪੁਰ ਹੈ। ਓਕੇ ਜੀ, ਠੀਕ ਹੈ ਜੀ। ਠੀਕ। ਹੁਣ ਅਰਵਿੰਦ ਕੇਜਰੀਵਾਲ ਸਾਹਿਬ ਨੇ ਦੋਨੇ ਪਾਸੇ ਆਉਣਾ ਹੀ, ਤੇ ਤੁਹਾਡੇ ਵਾਲੇ ਪਾਸੇ ਜਾਣੀ ਕਰਤਾਰਪੁਰ ਸ਼ਹਿਰ ਜਿਹੜਾ ਹੈ, ਉੱਥੇ ਮਾਵਾਂ ਭੈਣਾਂ ਦਾ ਸਮਾਗਮ ਰੱਖਿਆ ਉਹਨਾਂ ਨੇ, ਮਾਵਾਂ ਭੈਣਾਂ ਦਾ, ਕਿਉਂਕਿ ਬੜੀ ਚਰਚਾ ਚੱਲਦੀ ਨਾ। ਕੇਜਰੀਵਾਲ ਸਾਹਿਬ ਜਿੱਥੇ ਜਾਂਦੇ ਕਹਿੰਦੇ 1000 ਰੁਪਇਆ ਦੇਣਾ, ਕੋਈ ਗਲਤ ਕੀਤਾ ਹੈ? ਉਹਨਾਂ ਦੇ ਬਣਦੇ ਆ, ਅਸੀਂ ਰੇਤ ਮਾਫੀਆ ਖਤਮ ਕਰਨਾ ਸੀ, ਆਹ ਮਾਫੀਆ ਖਤਮ ਕਰਨਾ, ਪੈਸੇ ਆਉਣੇ ਆ, ਅਸੀਂ ਉਹਨਾਂ ਨੂੰ ਦੇਣੇ ਆ, ਕੋਈ ਬੱਚੀ ਪੜ ਜੂ, ਕੋਈ ਸੂਟ ਲੈ ਲਊ, ਗੱਲ ਕਿਹੜੀ ਹੈ? ਇਹ ਬਾਕੀ ਸਾਰੇ ਖਾਈ ਜਾਂਦੇ, ਕਹਿੰਦੇ ਜਦੋਂ ਲੋਕਾਂ ਨੂੰ ਦਿੰਦੇ ਆ ਤੰਗ ਕਰਦੇ ਆ, ਤੇ ਵਿਰੋਧੀ ਸਾਰੇ ਕਹਿੰਦੇ ਆ ਕਿ ਭਾਈ ਇਹ ਪੰਜਾਬ ਦੀਆਂ ਬੀਬੀਆਂ ਨੂੰ ਭਿਖਾਰੀ ਸਮਝਦਾ, 1000 ਰੁਪਇਆ ਦੇਣਾ ਹੀ, ਅਸੀਂ ਪੈਰਾਂ ਦੇ ਖਲੋਣਾ। ਹੁਣ ਉਹਨਾਂ ਬੀਬੀਆਂ ਦੇ ਨਾਲ ਹੀ ਸੰਵਾਦ ਕਰਤਾਰਪੁਰ ਦੀ ਧਰਤੀ ਤੇ ਅੱਜ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਰਨਾ, ਤੇ ਉਹ ਮੁਕਾ ਕੇ ਵਾਇਆ ਜਲੰਧਰ ਹੋ ਕੇ, ਜੇ ਕਿਸ਼ਨਗੜ੍ਹ ਵਾਲ ਦੀ ਨਾ ਗਏ ਫਿਰ ਉਹ ਜਾਣਗੇ ਹੁਸ਼ਿਆਰਪੁਰ, ਤੇ ਹੁਸ਼ਿਆਰਪੁਰ ਜਾ ਕੇ ਫਿਰ ਜਿਹੜਾ ਅਨੁਸੂਚਿਤ ਜਾਤੀ ਭਾਈਚਾਰਾ ਹੈ, ਫਿਰ ਉਹਨਾਂ ਦੇ ਨਾਲ ਅੱਜ ਸਿੱਧੀਆਂ ਗੱਲਾਂ ਉਹਨਾਂ ਦੀਆਂ ਤੇ ਜਵਾਬ ਅਰਵਿੰਦ ਕੇਜਰੀਵਾਲ ਦੇ ਫਿਰ ਉਹ ਹੋਣੇ ਆ। ਦੇਖਦੇ ਆ ਕਿ ਭਾਈ ਮਸਲੇ ਹੱਲ ਹੁੰਦੇ ਆ ਕਿ ਨਹੀਂ। ਨਹੀਂ ਮਸਲੇ ਤੇ ਹੱਲ, ਕਿਉਂਕਿ ਜੇ ਇਹਨਾਂ ਨੇ ਨਾ ਕੀਤੇ ਅਗਲਿਆਂ ਕਰ ਦੇਣੇ। ਨਹੀਂ ਉਹ ਨਾ ਕਰ ਦੇਣੇ, ਘਰ ਇਹੋ ਤੇ ਗੱਲ ਚੱਲਣੀ। ਮੇਰੀ ਗੱਲ ਸੁਣੋ, ਇੱਕ ਚੀਜ਼ ਹੈਗੀ ਆ WhatsApp ਕਿ ਵੀ ਕੇਜਰੀਵਾਲ ਹੋਰਾਂ ਦਾ ਜਿਹੜਾ ਗੇੜੇ ਤੇ ਗੇੜਾ ਨਾ, ਇਹਦੇ 'ਚ ਹੋ ਸਕਦਾ ਵੀ ਕਈ ਬੰਦੇ ਇਹ ਸੋਚਣ ਵੀ ਯਾਰ ਬੰਦਾ ਪੰਜਾਬ ਆਉਂਦਾ ਤੇ ਇਹ ਗੱਲ ਕਰਦਾ। ਹੁਣ ਇਲੈਕਸ਼ਨਾਂ ਇਹਦੇ ਨਾਲ ਯੂਪੀ ਗੋਆ 'ਚ ਵੀ ਹੈਗੀਆਂ। ਹੁਣ ਆਹ 1000 ਰੁਪਈਏ ਵਾਲੀ ਗੱਲ ਆ, ਜੇ ਮੈਂ ਗਲਤ ਨਹੀਂ ਤੇ 2 ਦਿਨ ਪਹਿਲਾਂ ਗੋਆ 'ਚ ਵੀ ਕਹਿਤੀ ਜੀ। ਬਿਜਲੀ ਵਾਲੀ ਗੱਲ ਜਦੋਂ ਪੰਜਾਬ 'ਚ ਗਈ ਸੀ ਉਦੋਂ ਉਹ ਵੀ ਗੋਆ 'ਚ ਗਈ ਸੀ। ਇਹਦਾ ਮਤਲਬ ਇਹ ਹੋਊਗਾ ਵੀ ਕਿਤੇ ਨਾ ਕਿਤੇ ਇੱਕ ਰਣਨੀਤੀ ਤਾਂ ਜਾਪਦੀ ਆਮ ਆਦਮੀ ਪਾਰਟੀ ਦੀ, ਹੁਣ ਉਹ ਪੂਰੀ ਹੁੰਦੀ ਨਹੀਂ ਹੁੰਦੀ ਇਹ ਦੱਸੂ ਟਾਈਮ ਸਮਾਂ। ਉਹ ਉਸੇ ਰਣਨੀਤੀ ਦੇ ਘੇਰੇ ਨੇ ਵੀ ਯਾਰ ਲੋਕੀ ਤਾਂ ਅਲਟੀਮੇਟਲੀ ਘੁੰਮਾ ਕੇ ਸ਼ਾਮ ਨੂੰ ਇਹ ਪੁੱਛਦੇ ਆ ਵੀ ਭਰਾ ਮੇਰਿਆ ਜੇਬ 'ਚ ਕੋਈ ਰੁਪਈਆ ਹੈਗਾ, ਆਟੇ ਵਾਲੀ ਡਰਮ 'ਚ ਆਟਾ ਹੈਗਾ, ਉਧਰ ਕੋਈ ਦੁੱਧ ਦੀ ਕੌਲੀ ਹੈਗੀ ਵੀ ਚਲੋ ਨਿਆਣਿਆਂ ਨੂੰ ਕੋਈ ਦੁੱਧ ਦੀ ਚਾਹ ਚੂ ਬਣਾ ਕੇ ਪਿਆਵਾਂਗੇ।
ਉਹਨੂੰ ਬਾਕੀ ਮਸਲਿਆਂ ਨਾਲ ਲੈਣਾ ਦੇਣਾ ਹੈ ਨਹੀਂ ਕੋਈ, ਤੇ ਜੇ ਆਪਾਂ ਉੱਥੋਂ ਤੱਕ ਆਪੜ ਗਏ ਤੇ ਸ਼ਾਇਦ ਗੱਲ ਬਣ ਜੇ। ਮੈਂ ਨਹੀਂ ਕਹਿੰਦਾ ਵੀ ਅਜੇ ਇੱਥੇ ਮੁੱਦਾ ਆਊਗਾ ਨਹੀਂ ਆਊਗਾ, ਪਰ ਮੈਨੂੰ ਜੋ ਸੋਚ ਜਾਪਦੀ ਉਹ ਇੱਧਰ ਨੂੰ ਜਾਂਦੀ ਹੈ। ਨਹੀਂ ਦੇਖੋ ਆਉਣੀ ਚਾਹੀਦੀ ਹੈ। ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦਾ ਕੋਈ ਹੋਰ ਮਸਲਾ ਜਿਹੜਾ ਉਹ ਦਰੁਸਤ ਹੋਵੇ ਨਾ ਹੋਵੇ, ਖਾਸ ਤੌਰ 'ਤੇ ਜਦੋਂ ਐਜੂਕੇਸ਼ਨ 'ਤੇ ਗੱਲ ਕਰਦੇ ਆ, ਟਰਾਂਸਪੋਰਟ 'ਤੇ ਗੱਲ ਕਰਦੇ ਆ। ਹਾਲਾਂਕਿ ਟਰਾਂਸਪੋਰਟ ਦਾ ਮਸਲਾ ਇੱਕ ਉਲਝਿਆ ਪਿਆ। ਤੁਹਾਡੀ ਇੰਟਰਵਿਊ ਜਿਹੜੀ ਭਗਵੰਤ ਮਾਨ ਸਾਹਿਬ ਨਾਲ ਪ੍ਰੋਗਰਾਮ ਤੋਂ ਬਾਅਦ ਅਸੀਂ ਉਹਦੇ ਵਿੱਚ ਤੁਸੀਂ ਪੁੱਛਿਆ ਤੇ ਉਹ ਕੀ ਕਹਿਣਗੇ ਕੀ ਨਹੀਂ, ਉਧਰੋਂ ਕਲੀਅਰ ਹੋ ਜਾਊਗਾ। ਮੈਡੀਕਲ ਵਾਲਾ ਜਿਹੜਾ ਉਹ ਕੈਂਪਾਂ ਵਾਲਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੁੱਕਦੇ ਆ ਚੰਗੀਆਂ। ਹਾਲਾਂਕਿ ਜਿੱਦਣ ਨਵਜੋਤ ਸਿੰਘ ਸਿੱਧੂ ਅਰਵਿੰਦ ਕੇਜਰੀਵਾਲ ਦੇ ਘਰੇ ਹੀ ਚਲ ਗਏ, ਘਰ ਦੇ ਮੂਹਰੇ ਧਰਨਾ ਲੱਗਾ ਗੈਸਟ ਫੈਕਲਟੀ ਲੈਕਚਰਰਾਂ ਦਾ, ਉਹ ਉੱਥੇ ਚਲੇ ਗਏ। ਉਹ ਕਹਿੰਦੇ ਜੀ ਦੇਖੋ ਕਸੂਰ ਕੱਢਦੇ ਆ ਕਿ ਭਾਈ ਪੰਜਾਬ ਦੇ ਵਿੱਚ ਆਹ ਗੈਸਟ ਫੈਕਲਟੀ ਵਾਲੇ ਜਿਹੜੇ ਬੰਦੇ ਆ ਜਾਂ ਕੱਚੇ ਅਧਿਆਪਕ ਆ ਉਹਨਾਂ ਨੂੰ ਪੱਕੇ ਕਰੋ। ਕਹਿੰਦੇ ਤੁਸੀਂ ਕਰਤੇ ਆ। ਦਿੱਲੀ ਵਾਲਿਆਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਉਹ ਕਹਿੰਦੇ ਜੀ ਤਨਖਾਹਾਂ ਦੇਖੋ, ਜੇ ਇਹ ਗੈਸਟ ਫੈਕਲਟੀ ਵਾਲੇ ਵੀ ਆ ਤਾਂ ਤਨਖਾਹਾਂ। ਮੈਂ ਸੰਧਾਲੀਆ ਸਾਹਿਬ ਇੱਕ ਗੱਲ ਕਰਦਾ, ਚਾਹੇ ਨਵਜੋਤ ਸਿੰਘ ਸਿੱਧੂ ਹੋਰੀ ਨੇ, ਚਾਹੇ ਚੰਨੀ ਸਾਹਿਬ ਨੇ, ਚਾਹੇ ਪ੍ਰਗਟ ਸਿੰਘ ਹੋਰੀ ਹੈ, ਚਾਹੇ ਜਿਹੜੇ ਵਿਜੇ ਇੰਦਰ ਸਿੰਗਲਾ ਪਹਿਲਾਂ ਐਜੂਕੇਸ਼ਨ ਮਿਨਿਸਟਰ ਰਹੇ ਆ, ਚਾਹੇ ਕਿਸੇ ਧਿਰ ਦਾ ਕੋਈ ਬੰਦਾ ਹੈ, ਇੱਕ ਗੱਲ ਤਾਂ ਪੱਕੀ ਹੈ ਨਾ ਕਿ ਪਿਛਲੇ 15-20 ਸਾਲਾਂ ਤੋਂ ਲਗਾਤਾਰ ਪੰਜਾਬ 'ਚ ਕੱਚੇ ਮੁਲਾਜ਼ਮ ਅਸੀਂ ਰੱਖਦੇ ਹਾਂ। MLA ਪੱਕੇ, ਮੰਤਰੀ ਪੱਕੇ, ਤਨਖਾਹਾਂ ਪੱਕੀਆਂ, ਪੈਨਸ਼ਨਾਂ ਪੱਕੀਆਂ। ਜੇ ਧੱਕਾ ਤਾਂ ਆਮ ਲੋਕਾਂ ਦੇ ਨਾਲ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਸਾਹਿਬ ਇਕੱਠੇ ਇੱਕ ਸਮਾਗਮ ਸੀ, ਉੱਥੇ ਇੱਕ ਬੀਬੀ ਸਮਾਗਮ ਖਤਮ ਹੋਇਆ ਰੌਲਾ ਪਾਉਣ ਲੱਗ ਪਈ, ਚੰਨੀ ਵੀਰੇ ਸਾਡੀ ਗੱਲ ਸੁਣ ਕੇ ਜਾਈ। ਸਾਰੇ ਰੋਕਣ ਲੱਗ ਪਏ, ਚਲੋ ਆ ਗਏ। ਉਹ ਕਹਿੰਦੇ ਜੀ ਅਸੀਂ ਦਰਜਾ 4 ਕਰਮਚਾਰੀ ਆ, ਸਾਨੂੰ ਪੱਕੇ ਕਰ ਦਿਓ। 3 ਮਹੀਨੇ ਹੋ ਗਏ, ਨਿਆਣੇ ਨਹੀਂ ਦੇਖੇ ਮੈਂ ਆਪਣੇ। ਚਾਹੇ ਅਧਿਆਪਕ ਨੇ, ਚਾਹੇ ਉਹ ਮੀਟਰ ਰੀਡਰ ਨੇ, ਚਾਹੇ ਕੋਈ ਨੇ, ਚਾਹੇ ਦਰਜਾ 4 ਕਰਮਚਾਰੀ ਆ, ਚਾਹੇ ਕਲਰਕ ਨੇ, ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਬੰਦੇ ਕਿਤੇ ਧਰਨਾ ਲਾ ਕੇ ਬੈਠੇ ਆ। ਕਈ ਵਾਰੀ ਸਾਡੇ ਤੁਹਾਡੇ ਵਰਗੇ ਆਮ ਲੋਕ ਵੀ ਔਖੇ ਹੁੰਦੇ ਆ, ਸਰਕਾਰਾਂ ਦੇ ਬੰਦੇ ਵੀ ਔਖੇ ਹੁੰਦੇ ਆ। ਸੰਧਾਲੀਆ ਸਾਹਿਬ ਉਹਨਾਂ ਦੇ ਲਈ ਸੁਖਾਲਾ ਨਹੀਂ ਹੈ ਜਿਹੜਾ ਬੰਦਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਉਂਦਾ, ਪਠਾਨਕੋਟ ਤੋਂ ਆਉਂਦਾ ਕਿ ਮੈਂ ਮੁਹਾਲੀ ਧਰਨਾ ਲਾਉਣਾ ਜਾਂ ਖਰੜ ਧਰਨਾ ਲਾਉਣਾ। ਉਹਦੇ ਲਈ ਕਿਤੇ ਤੁਸੀਂ ਸੋਫੇ ਰੱਖੇ ਹੋ ਆ, ਉਹਦੇ ਲਈ ਕਿਤੇ ਠੰਡੇ ਚਾਹ ਪਕੌੜੇ ਰੱਖੇ ਹੋ ਆ। ਉਹ ਬੰਦਾ ਆਪਣਾ ਘਰ-ਬਾਰ ਛੱਡ ਕੇ ਆਉਂਦਾ, ਕਿਰਾਇਆ ਭਾੜਾ ਖਰਚ ਕੇ ਆਉਂਦਾ, ਫੁੱਲ ਕੁਆਲੀਫਾਈਡ ਬੰਦੇ ਨੇ, ਤੁਸੀਂ ਭਰਤੀ ਕਿਉਂ ਨਹੀਂ ਕਰਦੇ? ਉਹਨਾਂ ਦੇ ਉੱਤੇ ਡਾਂਗਾਂ ਭਰਾਉਣੀਆਂ, ਉਹਨਾਂ ਨੂੰ ਧੂਕ ਢੀਸ ਕਰਨੀ ਹੈ, ਇਹ ਬਿਲਕੁਲ ਚੰਗੀ ਗੱਲ ਨਹੀਂ। ਉਹਨਾਂ ਨੂੰ ਪੱਕਿਆਂ ਕਰੋ ਜਾਂ ਕਲੀਅਰ ਕੱਟ ਮੈਸੇਜ ਦੇ ਦਿਓ ਕਿ ਭਾਈ ਤੁਸੀਂ ਕੁਆਲੀਫਾਈਡ ਨਹੀਂ ਜਾਂ ਸਾਡੇ ਕੋਲ ਅਸਾਮੀਆਂ ਨੇ, ਅਸੀਂ ਪੱਕੇ ਨਹੀਂ ਕਰ ਸਕਦੇ। ਜੇ ਇਦਾਂ ਨਹੀਂ ਕਰਦੇ, ਉਹਨਾਂ ਦੇ ਕਟਾਪਾ ਲੱਥਦਾ ਰਹੂਗਾ, ਤਾਂ ਫਿਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਭਾਈ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ, ਫਿਰ ਲੋਕਾਂ 'ਚ ਚਲਾਉਣੀ ਹੈ। ਇਹ ਤਾਂ ਹੈ, ਬਿਲਕੁਲ ਹੈ, ਪਰ ਮਸਲੇ ਤੋਂ ਮੈਨੂੰ ਯਾਦ ਆਇਆ ਵੀ ਇੱਕ ਮਸਲਾ ਹੋਰ ਖੜਾ ਹੋ ਜਾਣਾ। ਆਜੋ। ਕਿਉਂਕਿ ਕੱਲ ਦੀ ਜਿਹੜੀ ਸੁਣਵਾਈ ਹੋਈ STF ਰਿਪੋਰਟ ਵਾਲੀ, ਬੜੀ ਦੇਰ ਤੋਂ ਮਾਮਲਾ ਲਟਕਦਾ ਆਉਂਦਾ ਸੀ ਵੀ ਨਸ਼ਿਆਂ ਦੇ ਉੱਪਰ ਉਹ ਰਿਪੋਰਟ ਹੈ, ਖੋਲ੍ਹਦੇ ਕਿਉਂ ਨਹੀਂ। ਅਖੀਰ ਉਹ ਕਹਿੰਦੇ ਵੀ ਉਹਦੇ ਤੇ ਹੁਣ ਅਦਾਲਤ ਨੇ ਜਿਹੜੀ ਟਿੱਪਣੀ ਕੀਤੀ, ਜਾਂ ਜਿਹੜੀ ਪੰਜਾਬ ਸਰਕਾਰ, ਕਿਉਂਕਿ ਉਹ ਐਡਵੋਕੇਟ ਨਵਕਿਰਨ ਸਿੰਘ ਹੋਰਾਂ ਦਾ ਆ ਕੇ ਇਹੀ ਗੱਲ ਕਹੀ ਨੇ, ਉਹ ਕਹਿੰਦੇ ਵੀ ਦੇਖੋ ਜੀ ਪਹਿਲਾਂ ਵਾਲੇ AG ਸਾਹਿਬ ਕਹਿੰਦੇ ਸੀ ਵੀ ਨਹੀਂ ਵੀ ਅਦਾਲਤ ਜੋ ਕਹੂਗੀ ਆਪਾਂ ਉੱਦਾਂ ਕਰਨਾ। ਹੁਣ ਕਿਉਂਕਿ AG ਸਾਹਿਬ ਨਵੇਂ ਨੇ, ਕਹਿੰਦੇ ਉਹਨਾਂ ਨੇ ਵੀ ਕਿਹਾ, ਜਿਹੜੇ ਦਿੱਲੀੋਂ ਵਕੀਲ ਆਏ ਸੀ ਉਹਨਾਂ ਨੇ ਵੀ ਕਿਹਾ ਵੀ ਨਹੀਂ ਜੀ ਇਹੋ ਜਿਹੀ ਤਾਂ ਗੱਲ ਹੀ ਕੋਈ ਨਹੀਂ ਹੈ, ਮੁੱਦਾ ਇਹ ਠੀਕ ਹੈ ਜੀ, ਰਿਪੋਰਟ ਜੋ ਵੀ ਹੈ ਤੇ ਸਾਹਮਣੇ ਆਉਣਾ ਚਾਹੀਦਾ ਸਾਰਾ ਕੁਝ। ਜੱਜ ਸਾਹਿਬ ਵੀ ਕਹਿੰਦੇ ਵੀ ਭਾਈ ਸਾਹਿਬ ਕੋਈ ਰੋਕ ਟੋਕ ਵਾਲੀ ਗੱਲ ਕੋਈ ਨਹੀਂ। ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਜੇ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ, ਜੇ ਕੈਪਟਨ ਸਾਹਿਬ ਦੇ ਵੇਲੇ ਵੀ ਪਤਾ ਸੀਗਾ ਜਾਂ ਹੁਣ ਚੰਨੀ ਸਾਹਿਬ ਦੇ ਵੇਲੇ ਵੀ ਪਤਾ ਸੀਗਾ ਵੀ ਯਾਰ ਅਦਾਲਤ ਨੇ ਨਹੀਂ ਰੋਕੀ ਗੱਲ, ਐਂਡ ਇਹੀ ਗੱਲ ਮੇਰੇ ਖਿਆਲ ਨਾਲ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਸਿੱਧੂ ਸਾਹਿਬ ਵੀ ਕਹਿੰਦੇ ਸੀ ਵੀ ਯਾਰ ਅਦਾਲਤ ਨੇ ਤਾਂ ਰੋਕਿਆ ਹੀ ਕੁਝ ਨਹੀਂ, ਤੁਸੀਂ ਕਿਉਂ ਨਹੀਂ ਨਾਮ ਨਸ਼ਰ ਕਰਦੇ। ਮੈਨੂੰ ਐਂ ਜਾਪਦਾ ਵੀ ਉਹ ਸੁਣਵਾਈ ਤੋਂ ਬਾਅਦ ਆ ਹੁਣ 1-2 ਦਿਨਾਂ ਦੇ ਵਿੱਚ ਹੋਰ ਪਟਾਕਾ ਪਏਗਾ। 9 ਤਰੀਕ ਨੂੰ ਦੁਬਾਰਾ ਸੁਣਵਾਈ ਹੈ SI 9 ਨੂੰ, ਦਿਨ 2 ਨੇ ਵਿੱਚ ਬਸ। ਤੁਸੀਂ ਇਹ ਦੇਖੋ ਕਿ 10-12 ਸਾਲਾਂ ਤੋਂ ਨਸ਼ੇ ਦਾ ਕੰਮ ਬਹੁਤ ਵਧਿਆ। 40-50 ਹਜ਼ਾਰ ਬੰਦਾ ਚੱਕ ਕੇ ਅੰਦਰ ਦਿੱਤਾ ਕਿ ਭਾਈ ਤਸਕਰ ਹੈ, ਨਸ਼ਾ ਫੇਰ ਨਾ ਰੁਕਿਆ, ਨਿਆਣੇ ਫੇਰ ਮਰੀ ਜਾਂਦੇ ਆ, ਹਜ਼ਾਰਾਂ ਲੋਕ ਇਹਦੇ ਤੋਂ ਪੀੜਤ ਨੇ। ਸੰਧਾਲੀਆ ਸਾਹਿਬ ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਗੱਲ ਕਰਦਾ ਸੀ ਕਿ ਸੁਖਾਲਾ ਹੁੰਦਾ ਹੀ ਨਹੀਂ। ਆਪਦੇ ਨਿਆਣੇ ਨੂੰ ਨਸ਼ਾ ਛਡਾਊ ਕੇਂਦਰ 'ਚ ਭਰਤੀ ਕਰਾ ਕੇ ਆਉਣਾ, ਭਰਤੀ ਕਹਿੰਦੇ ਆ, ਉੱਥੇ ਭਰਤੀ ਕਰਾਇਆ, ਸੁਖਾਲਾ ਹੁੰਦਾ ਹੀ ਨਹੀਂ। ਆਪਦੇ ਨਿਆਣੇ ਦੀ ਅਰਥੀ ਨੂੰ ਮੋਢਾ ਦੇਣਾ ਬਹੁਤ ਔਖਾ ਹੁੰਦਾ। ਨਿਆਣਾ ਤੁਹਾਡਾ ਘਰੋਂ ਕਣਕ ਕੱਢ ਕੇ ਵੇਚ ਦੇਵੇ, ਭਾਂਡੇ ਵੇਚੇ, ਕੁੱਟ ਕਟਾਪਾ ਕਰੇ, ਮਾਂ ਪਿਓ 'ਚੋਂ ਕਿਸੇ ਇੱਕ ਦਾ ਕਤਲ ਕਰਦੇ ਆਪਾਂ ਦੇਖਿਆ, ਖਬਰਾਂ ਆਈਆਂ। ਉਹਦੇ ਪਿੱਛੇ ਕਾਰਨ ਕੀ ਸੀ? ਮੇਨ ਨਸ਼ਾ। ਆਮ ਬੰਦਾ ਤਾਂ ਨਸ਼ਾ ਲਿਆਉਂਦਾ ਹੀ ਨਹੀਂ, ਨਸ਼ਾ ਤਾਂ ਕੋਈ ਵੱਡਾ ਬੰਦਾ ਲਿਆਉਂਦਾ। ਸਾਨੂੰ ਨਹੀਂ ਪਤਾ ਕੌਣ ਹੈ, ਪਰ ਉਹ ਸਾਹਮਣੇ ਆਉਣਾ ਚਾਹੀਦਾ ਕਿ ਜਿਹਨੇ ਪੰਜਾਬ ਦੇ ਹਜ਼ਾਰਾਂ ਪਰਿਵਾਰ ਜਿਹੜੇ ਆ ਤਬਾਹ ਕਰ ਦਿੱਤੇ। ਪਰ ਜਿਨ੍ਹਾਂ ਨੇ ਲਿਆਉਣਾ ਹੈ ਉਹਨਾਂ ਦੇ ਵਿੱਚੋਂ ਇੱਕ ਨੇ 2017 'ਚ ਵਾਅਦਾ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਸਰਕਾਰ ਬਣਾਓ ਮੇਰੀ। ਸਰਕਾਰ ਬਣਾਤੀ ਲੋਕਾਂ, ਉਹਨਾਂ ਨੇ STF ਬਣਾਤੀ, ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਲਿਆਂਦਾ। STF ਨੇ ਇੱਕ ਰਿਪੋਰਟ ਦਿੱਤੀ 2018 'ਚ, ਅੱਧਾ ਸਾਲ 2018 ਦਾ, ਪੂਰਾ 19 ਦਾ, ਪੂਰਾ 20 ਦਾ, ਤੇ ਆ ਪੂਰਾ ਹੀ ਲਾ ਲਓ 21 ਦਾ। 3.5 ਸਾਲ ਤੋਂ ਉਹ ਰਿਪੋਰਟ ਹਾਈ ਕੋਰਟ 'ਚ ਪਈ ਹੈ। ਜਾਣੀ ਜਿਸ ਦੇਸ਼ ਜਾਂ ਜਿਸ ਸੂਬੇ 'ਚ ਜਾਂ ਜਿਸ ਥਾਂ ਦੇ ਸਿਆਸੀ ਨੇਤਾ
3.5 ਸਾਲ ਲੋਕਾਂ ਨੂੰ ਇਸੇ ਗੱਲ ਤੇ ਉਲਝਾਈ ਫਿਰਨ ਕਿ ਭਾਈ ਰਿਪੋਰਟ ਆ ਗਈ ਹੈ, ਰਿਪੋਰਟ ਦੇ ਉੱਤੇ ਕਾਰਵਾਈ ਕਰਨ ਨੂੰ ਕਿਹਾ ਕਿ ਨਹੀਂ ਕਿਹਾ, ਰਿਪੋਰਟ ਖੁੱਲ ਸਕਦੀ ਹੈ ਕਿ ਨਹੀਂ ਖੁੱਲ ਸਕਦੀ। ਜਦੋਂ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਸੀ ਕਿ ਮੈਂ ਮਰਨ ਵਰਤ ਤੇ ਬਹਿ ਜਾਣਾ ਹੀ, ਜੇ ਤੁਸੀਂ ਉਹ ਤੁਹਾਨੂੰ ਚੇਤਾ ਉਹਨਾਂ ਨੇ ਹਾਈ ਕੋਰਟ ਦਾ ਇੱਕ ਸਟੇਟਮੈਂਟ ਲਾਈ ਸੀ ਸੋਸ਼ਲ ਮੀਡੀਆ ਤੇ ਕਿ ਆਹ ਦੇਖੋ ਹਾਈ ਕੋਰਟ ਨੇ ਰੋਕਿਆ ਹੀ ਨਹੀਂ, ਤੁਸੀਂ ਕਾਰਵਾਈ ਕਰਦੇ ਕਿਉਂ ਨਹੀਂ। ਉਹਨਾਂ ਦੀ ਆਪਦੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਦੇ ਕਈ ਬੰਦੇ ਕਹਿੰਦੇ ਸੀ ਹਾਈ ਕੋਰਟ ਨੂੰ ਮਾੜੀ ਆਖ ਲੈਣ ਦਿਓ। ਹੁਣ ਐਡਵੋਕੇਟ ਜਨਰਲ ਦਾ ਰੌਲਾ ਪੈ ਗਿਆ ਸੀ, ਉਹਦੇ ਤੇ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਮੈਂ ਅਸਤੀਫਾ ਦਿੰਦਾ ਜੇ ਐਡਵੋਕੇਟ ਜਨਰਲ ਨਹੀਂ ਬਦਲਦੇ। ਹੁਣ ਅੱਜ ਐਡਵੋਕੇਟ ਨਵਕਿਰਨ ਸਿੰਘ ਹੋਰਾਂ ਨੇ ਜਿਹੜੀ ਗੱਲ ਆਣ ਕੇ ਕਲੀਅਰ ਕੀਤੀ, ਉਹ ਕਹਿੰਦੇ ਜੀ ਦੇਖੋ ਪਹਿਲੇ ਐਡਵੋਕੇਟ ਜਨਰਲ ਜਿਹੜੇ ਆ ਉਹ ਕਹਿੰਦੇ ਸੀ ਹਾਈ ਕੋਰਟ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ। ਹੁਣ ਵਾਲੇ ਸਾਡੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੀ ਕਹਿੰਦੇ ਆ ਕਿ ਸਰਕਾਰ ਅਦਾਲਤ ਨੇ ਰੋਕਿਆ ਹੀ ਨਹੀਂ। ਇਹਦੇ ਤੋਂ ਇਲਾਵਾ ਦਿੱਲੀ ਵਾਲੇ ਵਕੀਲ ਵੀ ਕਹਿੰਦੇ ਆ ਅਦਾਲਤ ਨੇ ਰੋਕਿਆ ਹੀ ਨਹੀਂ। ਤੇ ਜਦੋਂ ਅਦਾਲਤ 'ਚ ਇਹ ਗੱਲ ਚੱਲੀ ਤੇ ਹਾਈ ਕੋਰਟ ਨੇ ਬਹੁਤ ਸਖਤੀ ਨਾਲ ਕਿਹਾ ਕਿ ਤੁਸੀਂ ਗੱਲਾਂ ਹੀ ਕਰੀ ਜਾਂਦੇ ਹੋ ਸਰਕਾਰ ਜੀ, ਕੰਮ ਨਹੀਂ ਕੀਤਾ, ਐਕਸ਼ਨ ਕਿਉਂ ਨਹੀਂ ਕਰਦੇ, ਅਸੀਂ ਤੁਹਾਨੂੰ ਰੋਕਿਆ ਕਦੋਂ। ਸੰਧਾਲੀਆ ਸਾਹਿਬ 3.5 ਸਾਲ ਦਾ ਹਿਸਾਬ ਦੇਣ, ਜਿਹੜੇ ਵੀ ਬੰਦੇ ਉਦੋਂ ਦੇ ਸੱਤਾ 'ਚ ਨੇ, ਜਿਹੜੇ ਬੰਦੇ, ਕਿਉਂਕਿ ਇੱਕ ਤਾਂ ਸੀ ਨਾ ਕਿਸੇ ਨੇ ਨਸ਼ਾ ਵੇਚਿਆ ਹੋਏਗਾ ਉਹ ਤਾਂ ਵੱਖਰੀ ਗੱਲ ਹੈ, ਉਹਨਾਂ ਨੂੰ ਰੱਖਿਆ ਕਵਚ ਪਹੁੰਚਾਉਣ ਵਾਲੇ ਬੰਦੇ ਕਿਹੜੇ ਨੇ, ਕਿਉਂ ਨਹੀਂ ਤੁਸੀਂ ਕਾਰਵਾਈ ਕਰਦੇ ਸੀ, ਤੁਹਾਨੂੰ ਪਤਾ ਕਿਉਂ ਨਾ ਲੱਗਾ। ਤੁਹਾਡਾ ਐਡਵੋਕੇਟ ਜਨਰਲ ਤਨਖਾਹ ਨਹੀਂ ਸੀ ਲੈਂਦਾ, ਉਹਦੇ ਨਾਲ ਦੇ ਵਕੀਲ ਤਨਖਾਹ ਨਹੀਂ ਸੀ ਲੈਂਦੇ, ਤੁਹਾਡੇ ਡਿਪਾਰਟਮੈਂਟ ਹੋਣੇ ਅਫਸਰ ਹੋਣੇ ਆ ਵੀ, ਕਿਸੇ ਨੂੰ ਪਤਾ ਹੀ ਨਾ ਲੱਗਾ। ਕਰੋ ਇਨਕੁਆਰੀਆਂ, ਪਤਾ ਕਰੋ ਕੌਣ ਕਿਹਦੇ ਨਾਲ ਰਲਿਆ ਸੀ। ਪਰ ਇਸ ਸਾਰੀ ਪ੍ਰਕਿਰਿਆ ਚੋਂ ਅਜੇ ਵੀ ਕੁਝ ਦਿਨ ਹੈਗੇ ਆ, ਰਿਪੋਰਟ ਤੁਹਾਡੇ ਸਾਹਮਣੇ ਆ, ਸਰਕਾਰ ਦੇ ਕੋਲ ਪਈ ਆ, ਕਾਰਵਾਈ ਕਰੋ। ਜੇ ਨਹੀਂ ਕਰਦੇ ਫੇਰ ਤਾਂ ਭਾਈ ਕਿੱਥੇ ਭੇਡਾਂ ਤੇ ਕਿੱਥੇ ਮੇਮਣੇ ਸਾਰੇ ਇਕੱਠੇ ਹੀ ਨੇ। ਨਹੀਂ ਪਟਾਕਾ ਮੈਂ ਤਦੇ ਤਾਂ ਕਿਹਾ ਕਿਉਂਕਿ ਦੇਖੋ ਨਾ ਇਹ ਇੱਕ ਐਸਾ ਮਸਲਾ ਜਿਸ ਮਸਲੇ ਦੇ ਉੱਪਰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਤੱਕ ਬਦਲ ਲਿਆ ਜੀ, ਜਿਸ ਮਸਲੇ ਦਾ ਕਰਕੇ ਉਹ ਕਹਿੰਦੇ ਵੀ ਪਾਰਟੀ ਟੁੱਟ ਗਈ ਸਾਡੀ, ਖਤਮ ਹੋ ਗਿਆ ਜੀ, ਅਸੀਂ ਕੋਈ ਗੱਲ ਨਹੀਂ। ਫਿਰ ਕਹਿੰਦੇ ਨਹੀਂ ਜੀ ਆਪਾਂ ਦੇਖੋ ਆ ਸਮੇਟ ਲਿਆ ਸਾਰਾ ਕੁਝ, ਦੇਖਿਓ ਆਪਾਂ ਹੁਣ ਕਿਵੇਂ ਵੱਟ ਕੱਢਦੇ ਹਾਂ। ਹੁਣ ਜਦੋਂ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਉਹੀ ਸੱਚ ਸਾਹਮਣੇ ਆ ਜਾਵੇ ਵੀ ਯਾਰ ਜਿਹੜੀ ਗੱਲ ਉਦੋਂ ਹੋ ਸਕਦੀ ਸੀ ਤੁਸੀਂ ਨਹੀਂ ਕੀਤੀ। ਹੁਣ ਇਹਦੇ 'ਚ ਹੋ ਸਕਦਾ ਵੀ ਕੋਈ ਬੰਦਾ ਇਹਨੂੰ ਪੋਲੀਟੀਕਲ ਐਂਗਲ ਦੇਵੇ ਵੀ ਉਹ ਨਾ ਜੀ ਫਲਾਣੇ ਨੂੰ ਇੱਦਾਂ ਰੋਕਿਆ ਜਾ ਰਿਹਾ, ਟੋਕਿਆ ਜਾ ਰਿਹਾ। ਠੀਕ ਆ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਕਿਉਂਕਿ ਜਦ ਤੱਕ ਰਿਪੋਰਟ ਦੇ ਵਿੱਚ ਨਹੀਂ ਬਾਹਰ ਆ ਰਿਹਾ ਵੀ ਕਿਹਦਾ ਨਾਂ ਕਿਹਦਾ ਨਹੀਂ ਆ, ਕਿਸੇ ਦਾ ਨਾਂ ਨਹੀਂ ਲੈਂਦੇ। ਪਰ ਇਹ ਤਾਂ ਗੱਲ ਪੱਕੀ ਆ ਨਾ ਵੀ ਉਹਦੇ 'ਚ ਇੱਕ ਬੰਦੇ ਦਾ ਨਾਂ ਨਹੀਂ ਹੋਊਗਾ, ਇੱਕ ਤੋਂ ਜ਼ਿਆਦਾ ਬੰਦੇ ਦੇ ਨਾਂ ਹੋਣਗੇ। ਤੇ ਜੇ ਇੱਕ ਤੋਂ ਜ਼ਿਆਦਾ ਬੰਦਿਆਂ ਦੇ ਨਾਂ ਆ ਤੇ ਇੱਕ ਤੋਂ ਜ਼ਿਆਦਾ ਬੰਦੇ ਦੇ ਨਾਂ ਕੀ ਪਤਾ ਕਿਹਦੇ ਨਾਲ ਲਿੰਕਡ ਆ। ਤੇ ਜੇ ਕਹਾਣੀ ਗਾਂ ਖਿਲਰਦੀ ਕਿਸੇ ਹੋਰ ਪਾਸੇ ਚਲੇਗੀ ਤੇ ਜਿੱਥੇ ਦੇ ਜਾ ਕੇ ਇਸ ਵਕਤ ਚੋਣਾਂ ਪੰਜਾਬ ਦੀਆਂ ਖੜੀਆਂ ਨੇ, ਮੈਂ ਕਹਿੰਦਾ ਵੀ ਚਲੋ ਇੱਕ ਤੇ ਹੋ ਗਈ ਰਾਜ ਕਰਦੀ ਧਿਰ, ਇੱਕ ਹੋ ਗਈਆਂ ਸਾਬਕਾ ਰਾਜ ਕਰਦੀਆਂ ਧਿਰਾਂ। ਕੁਛ ਧਿਰਾਂ ਐਸੀਆਂ ਵੀ ਤਾਂ ਹੈਗੀਆਂ ਨਾ ਜਿਹੜੀਆਂ ਚਾਹੁੰਦੀਆਂ ਵੀ ਅਸੀਂ ਸਾਫ਼ ਸੁਥਰਾ ਸ਼ਾਸਨ ਪ੍ਰਸ਼ਾਸਨ ਦੇਣਾ, ਤੇ ਜੇ ਕੱਲ੍ਹ ਨੂੰ ਮੁੱਦਾ ਚੱਕ ਕੇ ਉਹਨਾਂ ਨੇ ਸਾਹਮਣੇ ਲੈ ਆਂਦਾ ਉਹੀ ਰਿਪੋਰਟ ਕੱਲ੍ਹ ਨੂੰ ਮੰਨ ਲਓ ਇਲੈਕਸ਼ਨਾਂ ਦੇ ਵਿੱਚ ਪੋਸਟਰ ਬਣ ਕੇ ਜਾਂ ਵੱਡੇ ਹੋਰਡਿੰਗ ਲੱਗ ਗਏ, ਫਿਰ ਕਿਹੜੀ ਮਨ ਮਾਸੀ ਆਖਣਾ। ਨਹੀਂ ਬਹੁਤ ਔਖਾ ਹੋ ਜਾਣਾ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਆ ਕੋਕੜੂ ਅਦਾਲਤ ਵਿੱਚ ਇੱਕ ਧਿਰ ਦੇ ਨਹੀਂ ਹੋਣੇ, ਇੱਕ ਧਿਰ ਦੇ ਹੁੰਦੇ ਤਾਂ ਦੂਜੀ ਧਿਰ ਆਣ ਕੇ ਸੁੱਕਣੇ ਪਾਉਣ ਦੀ। 3 ਮੁੱਖ ਮੰਤਰੀ ਬਦਲ ਗਏ ਆ, ਗੱਲ ਉੱਥੇ ਦੀ ਉੱਥੇ ਹੀ ਆ। ਤੁਸੀਂ ਇਹ ਦੇਖੋ ਕਿ ਲੋਕ ਪੰਜਾਬ ਦੇ ਐਤਕੀ ਬਹੁਤ ਚੰਗੇ ਤਰੀਕੇ ਸੋਚਣ ਕਿ ਉਹਨਾਂ ਨੂੰ ਉਲਝਾਇਆ ਕਿੱਦਾਂ ਜਾਂਦਾ। ਹੁਣ ਇੱਕ ਤੱਤੀ ਉਦਾਹਰਨ ਦੇ ਦਿੰਨਾ, ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਸੀ ਹੈਲੀਕਾਪਟਰ ਤੇ ਜਾਂਦੇ ਆ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ ਆਪਣੀ ਸਰਕਾਰ 'ਚ। ਇਹੀ ਕਾਂਗਰਸੀ ਕਹਿੰਦੇ ਸੀ ਕਿ ਬਾਦਲ ਸਾਹਿਬ ਦੀ ਸਰਕਾਰ 'ਚ ਹੁੰਦੀ ਹੈ, ਉਹੀ ਬਾਦਲ ਸਾਹਿਬ ਦੀ ਪਾਰਟੀ ਵਾਲੇ ਕਹਿੰਦੇ ਸੀ ਇਹਨਾਂ ਦੀ ਸਰਕਾਰ 'ਚ ਹੁਣ ਵੀ ਹੁੰਦੀ ਹੈ। ਫਿਰ ਰਹਿੰਦੀ ਖੁੰਦੀ ਕਸਰ ਨਵਜੋਤ ਸਿੰਘ ਸਿੱਧੂ ਨੇ ਕੱਢ ਦਿੱਤੀ ਕਿ ਭਾਈ ਬੰਦ ਕਿਉਂ ਨਹੀਂ ਕਰਦੇ। ਫਿਰ ਚੰਨੀ ਸਾਹਿਬ ਨੇ ਪਹਿਲਾਂ ਹੀ ਆਣ ਕੇ ਵਾਅਦਾ ਕਰਤਾ, ਕਹਿੰਦੇ ਰੇਤ ਮਾਫੀਆ ਖਤਮ। ਤੇ ਜਦੋਂ ਰਾਘਵ ਚੱਡਾ ਸਾਹਿਬ ਨੇ ਪਿਛਲੇ ਦਿਨੀ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਹਲਕੇ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀਡੀਓ ਦੇ ਵਿੱਚ ਪੱਤਰਕਾਰਾਂ ਨੂੰ ਦਿਖਾਇਆ ਕਿ ਆ ਨਜਾਇਜ਼ ਮਾਈਨਿੰਗ ਇੱਥੋਂ ਹੋ ਰਹੀ ਹੈ, ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ, ਤਾਂ ਜੇ ਉਹਨਾਂ ਦੇ ਹਲਕੇ ਦੇ ਵਿੱਚ ਰੋਜ਼ 800 ਤੋਂ ਲੈ ਕੇ 1000 ਤੱਕ ਟਰੱਕ ਜਿਹੜਾ ਉਹ ਨਜਾਇਜ਼ ਮਾਈਨਿੰਗ ਦਾ ਨਿਕਲਦਾ, ਪੈਸੇ ਕੌਣ ਲੈਂਦਾ ਜਾਂ ਕਿਹਦੇ ਰਾਹੀਂ ਲੈ ਜਾਂਦੇ ਆ, ਦੱਸੋ, ਕਲੀਅਰ ਕਰੋ। ਇਸ ਹਲਕੇ 'ਚ ਕਿੰਨੀ ਜਗ੍ਹਾ ਤੋਂ 2 ਨੰਬਰ 'ਚ ਰੇਤਾ ਨਿਕਲਦਾ, ਸਾਰੇ ਪੰਜਾਬ 'ਚੋਂ ਕਿੰਨੀ ਜਗ੍ਹਾ ਤੇ ਰੇਤਾ ਨਿਕਲਦਾ, ਮੁੱਖ ਮੰਤਰੀ ਸਾਹਿਬ ਦੱਸੋ। ਐਵੇਂ ਲੋਕਾਂ ਦੇ ਨਾਲ ਝੂਠ ਨਾ ਕਰੋ। ਤੁਸੀਂ ਕਮਾਲ ਦੀ ਗੱਲ ਦੇਖੋ ਕਿ ਇੱਕ ਪਾਰਟੀ ਦਾ ਇੱਕ ਬੰਦਾ ਥਾਂ ਤੇ ਜਾ ਕੇ ਪੱਤਰਕਾਰਾਂ ਨਾਲ ਜਾ ਕੇ ਦਿਖਾਉਂਦਾ ਕਿ ਆਹ ਕੰਮ ਹੁੰਦਾ ਹੀ। 2 ਦਿਨ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਹਲਕੇ ਦੇ ਇੱਕ ਹੋਰ ਪਿੰਡ ਦੇ ਵਿੱਚ ਜਾਂਦੇ ਆ, ਉਹ ਕਹਿੰਦੇ ਆ ਟਰੱਕਾਂ ਨੇ ਰੋਕਦੇ ਆ, ਰੁਕੋ ਭਾਈ ਰੁਕੋ। ਹਾਂ ਬਈ ਕਿੰਨੇ ਨੂੰ? ਉਹ ਕਹਿੰਦੇ ਜੀ 5.5 ਰੁਪਏ ਨੂੰ ਮਿਲਦੀ ਹੈ। ਸਹੁੰ ਖਾ, ਝੂਠ ਤਾਂ ਨਹੀਂ ਬੋਲਦਾ। ਜਾਣੀ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਉਹ ਬਿਲਕੁਲ ਸਾਡੀ ਬਦਨਾਮੀ ਕਰਦੇ ਆ, ਗੱਲ ਹੀ ਕੋਈ ਨਹੀਂ ਇਦਾਂ ਦੀ। ਆ ਦੇਖੋ ਤੁਹਾਡੇ ਸਾਹਮਣੇ ਆ, ਮੈਂ ਟਰੱਕ ਵਾਲਿਆਂ ਤੋਂ ਪਿਛਵਾਤਾ। ਜਾਣੀ 4 ਦਿਨਾਂ ਦੇ ਅੰਦਰ ਪੰਜਾਬ ਹੈ ਇੱਕ ਹਲਕਾ ਹੈ, 2 ਜਗ੍ਹਾ ਤੋਂ 2 ਵੱਖੋ ਵੱਖਰੇ ਦੀਆਂ ਸਟੇਟਮੈਂਟ ਆਉਂਦੀਆਂ, ਲੋਕ ਜਾਣ ਤੱਕ ਕਿਹੜੇ ਢੱਠੇ ਖੂਹ 'ਚ ਜਾਣ। ਨਹੀਂ ਉਹ ਖੂਹ ਦੇ ਵਿੱਚੋਂ ਅਜੇ ਨਿਕਲ ਨਹੀਂ ਦੇਣੇ। ਰਾਘਵ ਚੱਡਾ ਸਾਹਿਬ ਫੇਰ ਆ ਗਏ ਵੀਡੀਓ ਲੈ ਕੇ, ਕਹਿੰਦੇ ਸਭ ਤੋਂ ਝੂਠਾ ਬੰਦਾ ਜਿਵੇਂ ਵੇਖਿਆ ਤੇ ਉਹ ਚਰਨਜੀਤ ਚੰਨੀ। ਇਹ ਰਾਘਵ ਚੱਡਾ ਸਾਹਿਬ ਦੀ ਸਟੇਟਮੈਂਟ
ਕਹਿੰਦੇ ਜਿੰਦਾਪੁਰ ਪਿੰਡ ਆ ਉਹਨਾਂ ਦੇ ਆਪਣੇ ਹਲਕੇ ਦਾ ਪਿੰਡ ਹੈ ਤੇ ਉਸ ਪਿੰਡ ਦਾ ਐਡਰੈਸ ਪੁੱਛ ਕੇ ਜਾਓ। ਕਹਿੰਦੇ 38-40 ਕਿਲੋਮੀਟਰ ਤੁਸੀਂ ਦੂਜੇ ਥਾਂ ਜਾ ਕੇ ਟਰੱਕ ਘੇਰੀ ਜਾਂਦੇ ਵੀ ਲੈ ਸਹੁੰ ਖਾ ਤੂੰ ਵੀ ਇੱਥੇ ਹੈ ਕਿ ਨਹੀਂ ਹੈ। ਹੁਣ ਗੱਲ ਇਹ ਆ ਵੀ ਜੇ ਤੇ ਇਹ ਗੱਲ ਸੱਚੀ ਆ ਤੇ ਫਿਰ ਕਿਤੇ ਨਾ ਕਿਤੇ ਤੇ ਕਹਾਣੀ ਹੈਗੀ ਆ। ਮੈਨੂੰ ਲੱਗਦਾ ਵੀ ਇਹਦੇ ਇੱਕ ਵਿਚਲਾ ਜਿਹਾ ਰਾਹ ਹੋ ਸਕਦਾ। ਚਲੋ ਮੁੱਖ ਮੰਤਰੀ ਸਾਹਿਬ ਦੇ ਕੋਲ ਇਹ ਵੀ ਇੱਕ ਮਸਲਾ ਹੈਗਾ ਤੇ ਇਸ ਮਸਲੇ ਦਾ ਇੱਕ ਹੱਲ ਮੇਰੇ ਦਿਮਾਗ 'ਚ ਆਉਂਦਾ ਸੀ ਵੀ ਜੇ ਮੰਨ ਲਓ 5.5 ਰੁਪਏ ਆ ਜੀ ਤੇ 5.5 ਰੁਪਏ ਯਾਰ ਜੇ ਕਿਸੇ ਨੇ ਨਜਾਇਜ਼ ਵੀ ਪੁੱਟ ਕੇ ਵੇਚਣੀ ਤਾਂ 5.5 ਦੇ ਹਿਸਾਬ ਨਾਲ ਵੇਚ ਦੇਵੇ। ਉਹਨੇ ਕਿਹੜਾ ਘਰੋਂ ਬਣਾਈ ਹੈ ਨਾ ਵੀ ਯਾਰ ਸਾਡੇ ਵਾਲੀ ਫੈਕਟਰੀ ਤੇ ਮਹਿੰਗੀ ਬਣਦੀ, ਰਾ ਮਟੀਰੀਅਲ ਲਿਆਉਣਾ ਪਿਆ ਵੀ ਉਹ ਬੜਾ ਮਹਿੰਗਾ ਹੀ। ਆਹੋ ਵੀ ਉੱਥੋਂ ਪੁੱਟ ਕੇ ਅਗਲੇ ਦੇ ਘਰ ਹੀ ਸੁੱਟਣੀ ਵੀ 5.5 ਤੂੰ 7.5 ਦੀ ਕਰ ਲੈ ਯਾਰ, ਤੂੰ 8 ਨੂੰ ਦੇ ਲੈ, ਨਿਬੇੜ ਲਾ ਕੰਮ। ਪਰ ਐਸਾ ਕੀ ਕਾਰਨ ਆ ਵੀ ਉਹ 28 29 30 40 42 ਨੂੰ ਪਿਛਲੇ ਦਿਨੀਆਂ ਦੇ ਵੇਖ ਗਈ। ਇਹ ਸਾਰਾ ਕੁਝ ਜੇ ਕਿਤੇ ਝੋਲ ਹੋ ਰਿਹਾ ਤੇ ਫਿਰ ਕੋਈ ਤਾਂ ਕਾਰਨ ਹੈਗਾ। ਮੈਂ ਕਹਿੰਦਾ ਕਿ ਜੇ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਠੀਕ ਆ, 1 ਮਿੰਟ ਦੇ ਵਿੱਚ ਵਕੀਲ ਉਹਨਾਂ ਕੋਲ ਬਥੇਰੇ ਹੋਣੇ। ਮਾਨਹਾਨੀ ਦਾ ਕੇਸ ਇਕੱਲੇ ਰਾਘਵ ਚੱਡਾ ਤੇ ਨਹੀਂ ਠੋਕਣਾ, ਉਹਨਾਂ ਦੇ ਮਗਰ ਦਿਨੇਸ਼ ਚੱਡਾ ਸਾਹਿਬ ਖੜੇ ਸੀ। ਉਧਰਲੇ ਪਾਸੇ ਕੇਜਰੀਵਾਲ ਸਾਹਿਬ ਵੀ ਬੋਲਿਆ, ਬੜੀ ਸਖਤ ਸ਼ਬਦਾਵਲੀ ਰੇਤੇ ਤੇ ਮੁੱਖ ਮੰਤਰੀ ਦੇ ਬਾਬਤ ਬੋਲੀ। ਆਪਾਂ ਅੱਜ ਜ਼ਿਕਰ ਹੀ ਨਹੀਂ ਕਰਦੇ। ਚੁੱਪ ਕਰਕੇ ਮਾਨਹਾਨੀ ਦਾ ਕੇਸ ਕਰੋ, ਤੁਸੀਂ ਮਸਲੇ ਹੱਲ ਕਰਦੇ ਹੋ ਲੋਕਾਂ ਦੇ। ਘਰ ਘਰ ਗੱਲ ਚੱਲ ਪਈ ਹੈ। ਅਗਲਾ ਬੰਦਾ ਕੋਈ ਇਲਜ਼ਾਮ ਲਾ ਜਾਵੇ ਕਿ ਜਿੰਦਾ ਪਿੰਡ ਦੇ ਵਿੱਚ ਆਹ ਕੁਝ ਹੁੰਦਾ ਹੀ, ਇਦਾਂ ਥੋੜੀ ਗੱਲ ਹੈ। ਹਾਂ ਇਹ ਤਾਂ ਹੈ ਹਨਾ ਵੀ ਇਹ ਤਾਂ ਸਿੱਧੀ ਬਦਨਾਮ ਕਰਨ ਵਾਲੀ ਗੱਲ ਹੋਈ ਹੈ। ਪੂਰੀ ਇਹ 'ਚ ਕੋਈ ਸ਼ੱਕ ਨਹੀਂ ਹੈ ਵੀਰ ਜੀ। ਹੁਣ ਆਪਾਂ ਜਾਣ ਤੋਂ ਪਹਿਲਾਂ ਕੋਈ ਗੱਲ ਜੇ ਰਹਿ ਗਈ ਉਹਦੇ ਕਰ ਲਓ। 100% ਦੀ ਕਰਨੀ ਹੈ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਦਾਅਵਾ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਸਾਹਿਬ ਦਿੱਲੀ ਗਏ, ਸਿਰਸਾ ਸਾਹਿਬ ਚਲੇ ਗਏ ਸੀ ਕਾਰਜਕਾਰੀ ਪ੍ਰਧਾਨ। ਬਾਕੀ ਸਾਰੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਹੈ, ਫੋਟੋਆਂ ਸੋਸ਼ਲ ਮੀਡੀਆ ਤੇ ਪਾਈਆਂ। ਉਹ ਕਹਿੰਦੇ ਪਾਰਟੀ ਇਕਜੁੱਟ ਹੈ, ਅਸੀਂ ਅਗਲੇ ਸਮੇਂ ਦੀ ਤਿਆਰੀ ਕਰ ਰਹੇ ਹਾਂ, ਪੰਥਕ ਮਸਲੇ ਠੋਕ ਵਜਾ ਕੇ ਚੁੱਕਾਂਗੇ। ਸਿਰਸਾ ਸਾਹਿਬ ਨੇ ਤਾਂ ਹੁਣ ਜੋ ਅਗਲੇ ਬੁਲਾਉਂਦੇ ਆ ਉਹੀ ਬੋਲਣਾ, ਤੇ ਸਾਨੂੰ ਪਤਾ ਹੈ ਕਿ ਅਸੀਂ ਪੰਥ ਲਈ ਕੰਮ ਕੀਤਾ ਤੇ ਪੰਥ ਲਈ ਕਰਨਾ। ਨਹੀਂ ਇਹ ਉਹਨਾਂ ਨੇ ਦਿੱਤੀ ਸਟੇਟਮੈਂਟ, ਪਰ ਵੈਸੇ ਹੀ ਪਤਾ ਨਹੀਂ ਹੁਣ ਉਹ ਗੱਲ ਸੱਚੀ ਹੈ ਕਿ ਝੂਠੀ ਹੈ। ਕਿਉਂਕਿ ਜਿਸ ਹਿਸਾਬ ਨਾਲ ਸਿਰਸਾ ਸਾਹਿਬ ਇਸ ਵਕਤ ਕੌਨਫੀਡੈਂਸ ਦੇ ਵਿੱਚ ਨੇ ਤੇ ਜਿੱਦਾਂ ਨੇ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਮੀਟਿੰਗ ਕੀਤੀ ਸੀ, ਐਂਡ ਜਿਹੜੇ ਬੰਦੇ ਉਦੋਂ ਉਸ ਮੀਟਿੰਗ 'ਚ ਗਏ ਸੀ ਉਹ ਵੀ ਤੇ ਬਾਦਲ ਸਾਹਿਬ ਨੂੰ ਉੱਥੇ ਮਿਲੇ ਹੀ ਹੋਣਗੇ। ਤੇ ਹੋ ਸਕਦਾ ਉਹ ਕਹਿੰਦੇ ਯਾਰ ਦੇਖੋ ਹੋ ਸਕਦਾ ਘਰੇ ਕਾਪੀ ਲਾਈ ਆ ਲੀਕ ਮਾਰ ਕੇ ਰਿਹਾ ਵੀ ਇੱਧਰ ਸੁਖਬੀਰ ਬਾਦਲ ਸਾਹਿਬ ਨੇ ਆਹ ਕਿਹਾ, ਸਿਰਸਾ ਸਾਹਿਬ ਇਹ ਕਹਿੰਦੇ ਆ, ਤੇ ਲਾਲ ਦੀ ਨੂੰ ਲੱਗੇ ਹੋਇਆ ਹਾਂ ਭਗਵਾਨ ਨੇ ਤੂੰ ਕੀ ਕਹਿੰਦੇ ਆਪਾਂ ਫਿਰ ਕਿੱਦਾਂ ਕਰੀਏ। ਜਿਹੜੇ ਨਾ ਗਰੇਵਾਲ ਸਾਹਿਬ ਆ ਹਰਜੀਤ ਸਿੰਘ ਹੋਰੀ, ਮੈਨੂੰ ਤਾਂ ਬਿਆਨ ਚੇਤੇ ਆ ਗਿਆ। ਟਿੱਪਣੀਆਂ ਜਿੱਦਾਂ ਦੀਆਂ ਮਰਜ਼ੀਆਂ ਹੋਣ, ਉਹ ਕਹਿੰਦੇ ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਭਾਰਤੀ ਜਨਤਾ ਪਾਰਟੀ ਜਾਣਗੇ। ਇਸ ਕਰਕੇ ਭਾਈ ਕਿਤੇ ਦਿੱਲੀ ਨਾ ਬਹੁਤਾ ਟਾਈਮ ਲਾ ਲਿਓ, ਪੰਜਾਬ ਵਾਲੇ ਵੀ ਸਾਹਮਣੇ ਬਣੇ। ਆਹੋ ਪਤਾ ਲੱਗੇ ਵੀ ਉਹ ਪ੍ਰਧਾਨ ਸਾਹਿਬ ਦਿੱਲੀ ਹੋਣ ਤੇ ਇੱਧਰੋਂ ਅੰਮ੍ਰਿਤਸਰੋਂ ਫੋਨ ਜਾਵੇ, ਪ੍ਰਧਾਨ ਜੀ ਕਿੱਥੇ ਜੀ? ਮੈਂ ਦਿੱਲੀ ਬੈਠਾ ਏ, ਮੁੜਨਾ ਨਹੀਂ ਤੁਸੀਂ? ਨਹੀਂ ਮੈਂ ਰੋਕਾਂਗਾ ਇੱਥੇ। ਨਹੀਂ ਫਿਰ ਰੁਕੋ ਨਾ, ਕਿਉਂਕਿ ਬੰਦੇ ਇੱਧਰ ਰੋਕਣੇ ਬੜੇ ਔਖੇ ਹੋਏ ਪਏ। ਰੋਕਣੇ ਔਖੇ ਹੋਏ ਆ। ਚਲੋ ਅਸੀਂ ਕਹਿੰਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ, ਬਾਕੀ ਜੋ ਮਰਜ਼ੀ ਕਰਨ। ਚਲੋ ਕੋਈ ਨਹੀਂ, ਮਸਲਾ ਹੱਲ ਕਰ ਦੇਣ। ਮਸਲਾ ਹੱਲ ਕਰ ਚਲੀਏ ਫਿਰ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਐਂਡ ਹੋ ਸਕਦਾ ਕਿ ਤੁਹਾਨੂੰ ਸਾਡੀਆਂ ਗੱਲਾਂ 'ਚੋਂ ਕਈ ਵਾਰ ਹਾਸਾ ਆਉਂਦਾ ਹੋਵੇ ਵੀ ਯਾਰ ਇਹ ਕਿਉਂ ਇੱਦਾਂ ਕਰਦੇ। ਅਸੀਂ ਇਸ ਕਰਕੇ ਇਹ ਸਾਰਾ ਕੁਝ ਕਰਦੇ ਹਾਂ ਵੀ ਹਾਸੇ ਮਜ਼ਾਕ ਦੀ ਸਹੀ ਹੋ ਜਾਣੇ, ਗੱਲ ਕਿਤੇ ਨਾ ਕਿਤੇ ਪਹੁੰਚੇ ਤਾਂ ਸਹੀ ਯਾਰ, ਕਿਸੇ ਦਾ ਕੋਈ ਹੱਲ ਹੋ ਜਾਵੇ ਮਸਲਾ ਤੇ ਆਪਣਾ ਕੰਮ ਨਿਬੜ ਜਾਵੇ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।